वाहिगुरु जी। सतनाम श्री वाहिगुरु। धन धन साहिब श्री गुरु ग्रंथ साहब जी महाराज। मैं ताण दी बाण तू है मेरे स्वामी, मैं तुद आगे अरदास। मैं होर थां नाही जिस पह करूं बेनंती। मेरा दुख सुख तुझ ही पास। तू ठाकरो बैरागरो मैं जे ही कण चेरी राम। तू सागरो रतनागरो हाँ सार न जाना तेरी राम। सार न जाना तू वडदाना कर मेहरा मत साई। कृपा कीजै सा मत दीजै। आठ पहर तुद ध्याई कबीर गर्भ ना कीजिए। कबीर गर्भ ना कीजिए ऊंचा देख आवास। आज काल भोए लेटना ऊपर जामै घास। कबीर हाड़ जरे ज्यों लाकरी केस जरे ज्यों घास। एहो जग जरता देख के पायो कबीर उदास। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा सोने जे रंगा वाले। सदा दा विछोड़ा दे गए। रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। सज्जन रंग ले सोने जे रंगा वाले। सदा दा विछोड़ा दे गए। साडे कोलों जी दूर तुर गए। साडे कोलों जी ओ तां दूर तुर गए। साडे कोलों जी दूर तुर गए। साडे कोलों जी तां दूर तुर गए। साडे कोलों जी दूर तुर गए।
ਸਾਡੇ ਕੋਲੋਂ ਜੀ ਦੂਰ ਤੁਰ ਗਏ। ਸਾਡੇ ਕੋਲੋਂ ਜੀ ਸੱਜਣ ਦੂਰ ਤੁਰ ਗਏ। ਸਾਡੇ ਕੋਲੋਂ ਜੀ ਸੱਜਣ ਦੂਰ ਤੁਰ ਗਏ। ਸਾਡੇ ਕੋਲੋਂ ਜੀ ਸੱਜਣ ਦੂਰ ਤੁਰ ਗਏ। ਸਾਡੇ ਕੋਲੋਂ ਜੀ ਉਹਨਾਂ ਦੂਰ ਤੁਰ ਗਏ। ਸਾਡੇ ਕੋਲੋਂ ਜੀ ਦੂਰ ਤੁਰ ਗਏ। ਸਾਡੇ ਕੋਲੋਂ ਜੀ ਦੂਰ ਤੁਰ ਗਏ। ਸੱਜਣ ਰੰਗ ਲੈ ਸੋਹਣੇ ਜੇ ਰੰਗਾਂ ਵਾਲੇ, ਸੋਹਣੇ ਜੇ ਰੰਗਾਂ ਵਾਲੇ ਸਾਡੇ ਕੋਲੋਂ ਦੂਰ ਤੁਰ ਗਏ। ਸੱਜਣ ਰੰਗ ਲੈ ਸੋਹਣੇ ਜੇ ਰੰਗਾਂ ਵਾਲੇ ਸਾਡੇ ਕੋਲੋਂ ਦੂਰ ਤੁਰ ਗਏ। ਸੋਹਣੇ ਜੇ ਰੰਗਾਂ ਵਾਲੇ ਸਾਡੇ ਕੋਲੋਂ ਦੂਰ ਤੁਰ ਗਏ। ਸੱਜਣ ਰੰਗਲੇ ਸੋਹਣੇ ਜੇ ਰੰਗਾਂ ਵਾਲੇ ਸਾਡੇ ਕੋਲੋਂ ਦੂਰ ਤੁਰ ਗਏ। ਰੰਗਲੇ ਸੋਹਣੇ ਜੇ ਰੰਗਾਂ ਵਾਲੇ ਸਾਡੇ ਕੋਲੋਂ ਦੂਰ ਤੁਰ ਗਏ। ਸੱਜਣ ਰੰਗਲੇ ਸੋਹਣੇ ਜੇ ਰੰਗਾਂ ਵਾਲੇ ਸਾਡੇ ਕੋਲੋਂ ਦੂਰ ਤੁਰ ਗਏ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੌ ਹੁੱਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੰ ਭੀ ਬੰਨ੍ਹਾਂ ਡੁੰਮਣੀ ਰੋਵਾਂ ਝੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵਹਿ ਸਹੁਰੈ ਨਿਤ ਨ ਪਈਆ ਹੋਏ ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਦੀਨ ਦੁਨੀਆ ਦੇ ਮਾਲਕ ਖੰਡਾਂ ਬ੍ਰਹਮੰਡਾਂ ਦੇ ਮਾਲਕ ਪ੍ਰਾਣਾਂ ਦੇ ਆਸਰੇ ਲੋਕ ਅਤੇ ਪ੍ਰਲੋਕ ਦੇ ਸਹਾਇਕ ਭਗਤ ਬਸ਼ਲ ਪਤਿਤ ਪਾਵਨ ਕਰੁਣਾ ਨਿਧਾਨ ਦਸਾਂ ਗੁਰੂ ਸਾਹਿਬਾਨਾਂ ਦੀ ਜਾਗਤ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਹੀ ਪਿਆਰ ਵਾਲੇ ਬਹੁਤ ਹੀ ਸਤਿਕਾਰਯੋਗ ਕਿਰਤੀ ਤੇ ਮਿਹਨਤੀ ਕਿਸਾਨ ਸੱਚੇ ਸੁੱਚੇ ਹਿਰਦੇ ਵਾਲੇ ਮੇਰੇ ਪਰਮ ਮਿੱਤਰ ਸਰਦਾਰ ਮੇਜਰ ਸਿੰਘ ਜੀ ਜੋ ਇਹ ਦੁਨੀਆ ਵਿੱਚ ਨਹੀਂ ਰਹੇ। ਪਿਛਲੇ ਦਿਨੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰੋਂ ਸੱਦਾ ਆਇਆ। ਉਹ ਰੰਗਲੇ ਸੱਜਣ ਦੀ ਰੂਹ ਆਤਮਾ ਜਿੰਦ ਸਰੀਰ ਵਿੱਚੋਂ ਨਿਕਲੀ ਅਤੇ ਆਪਣੇ ਸਮੁੱਚੇ ਸਿੱਧੂ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਧੀਆਂ ਪੁੱਤਰਾਂ ਨੂੰ ਸਰੀਰ ਕਰਕੇ ਸਦੀਵ ਕਾਲ ਦਾ ਵਿਛੋੜਾ ਦੇ ਗਏ। ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸੋ ਸਮੁੱਚੇ ਪਰਿਵਾਰ ਦੇ ਨਾਲ ਦੁੱਖਾਂ ਦੀ ਮੱਲਮ ਲੈ ਕੇ ਪਹੁੰਚੇ। ਪਰਿਵਾਰ ਦੇ ਨਾਲ ਦੁੱਖਾਂ ਦੀ ਸਾਂਝ ਪਾਉਣ ਵਾਸਤੇ ਪਰਿਵਾਰ ਨੂੰ ਧਰਵਾਸ ਦੇਣ ਵਾਸਤੇ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸਮੇਂ ਅਤੇ ਸਵਾਸਾਂ ਦੀ ਸਫਲਤਾ ਗੁਰਬਾਣੀ ਵਿਚਾਰਾਂ ਗੁਰ ਇਤਿਹਾਸ ਵਿਚਾਰਾਂ ਗੁਰ ਸ਼ਬਦ ਵਿਚਾਰਾਂ ਸਰਵਣ ਕਰਨ ਵਾਸਤੇ ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤ ਸੰਗੀ ਜਨੋ ਸਭ ਤੋਂ ਪਹਿਲਾਂ ਜਿਸ ਨਾਲ ਜ਼ੋਰ ਨਾ ਚੱਲਈ ਖਾਲੇ ਕੀਚੈ ਅਰਦਾਸ ਇਹਨਾਂ ਹੱਥਾਂ ਦੇ ਵਿੱਚ ਆਪਣੇ ਮੇਰੇ ਅਤੇ ਤੁਹਾਡੇ ਹੱਥਾਂ ਦੇ ਵਿੱਚ ਕਿਸੇ ਦੇ ਹੱਥਾਂ ਵਿੱਚ ਛੋਟੇ ਤੁਰ ਗਏ ਕਿਸੇ ਦੇ ਹੱਥਾਂ ਵਿੱਚ ਹਾਣੀ ਤੁਰ ਗਏ ਕਿਸੇ ਦੇ ਹੱਥਾਂ ਵਿੱਚ ਵੱਡੇ ਤੁਰ ਗਏ ਕਹਿਣ ਤੋਂ ਭਾਵ ਕੋਈ ਨਾ ਕੋਈ ਕਿਸੇ ਨੂੰ ਤੋਰੀ ਬੈਠਾ। ਬਹੁਤ ਤਾਂ ਐਸੇ ਸੱਜਣ ਬੈਠੇ ਹੁੰਦੇ ਨੇ ਮੇਰੀਆਂ ਭੈਣਾਂ ਅਤੇ ਭਾਈ ਵੀਰ ਜਿਨ੍ਹਾਂ ਨੇ ਹੱਥਾਂ ਦੇ ਨਾਲ ਮਿਰਤਕ ਬੌਡੀਆਂ ਦੇ ਇਸ਼ਨਾਨ ਕਰਵਾਏ ਨੇ। ਇਸ਼ਨਾਨ ਜ਼ਿੰਦਗੀ ਵਿੱਚ ਬਹੁਤ ਵਾਰ ਕਰਦੇ ਹਾਂ ਆਪਾਂ, ਕਰਨਾ ਚਾਹੀਦਾ, ਸਫਾਈ ਦੀ ਲੋੜ ਹੈ, ਪਰ ਇੱਕ ਇਸ਼ਨਾਨ ਹੈ ਜਿਹੜਾ ਕਰਵਾਉਣਾ ਬਹੁਤ ਔਖਾ ਹੁੰਦਾ ਹੈ। ਉਹ ਆਪਣਿਆਂ ਦਾ ਜਦੋਂ ਤੋਰਨੇ ਪੈਂਦੇ ਨੇ ਉਹ ਇਸ਼ਨਾਨ ਬਹੁਤ ਔਖਾ ਹੈ। ਉਦੋਂ ਜਿਗਰੇ ਨੂੰ ਪੱਥਰ ਬਣਾਉਣਾ ਪੈਂਦਾ ਹੈ।
ਉਦੋਂ ਬਹੁਤ ਵੱਡਾ ਹੌਸਲਾ ਜਿਹੜਾ ਰੱਖਣਾ ਪੈਂਦਾ, ਨਹੀਂ ਉਹ ਇਸ਼ਨਾਨ ਜਣਾ ਖਣਾ ਨਹੀਂ ਕਰਾ ਸਕਦਾ। ਸੋ ਤੋਰੇ ਆਪਾਂ ਇਹਨਾਂ ਹੱਥਾਂ ਵਿੱਚ ਤੋਰੀ ਜਾਣਾ। ਇਹ ਤਾਂ ਰੀਤ ਬਣਾਈ ਆ ਵਾਹਿਗੁਰੂ ਨੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਕਲਗੀ ਵਾਲੇ ਪਾਤਸ਼ਾਹ ਨੇ ਇੱਥੋਂ ਤੱਕ ਕਹਿ ਦਿੱਤਾ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਹੈ, ਇਹ ਤੋਂ ਵੱਧ ਕੁਛ ਨਹੀਂ ਹੈ। ਇਹ ਇੱਥੇ ਮੋਹ ਦੀਆਂ ਤੰਦਾਂ ਨੇ, ਇੱਥੇ ਬੜਾ ਪਿਆਰ ਹੈ। ਜਦੋਂ ਮੋਹ ਪੈਂਦਾ ਬੜੀਆਂ ਖੁਸ਼ੀਆਂ ਹੁੰਦੀਆਂ ਨੇ, ਜਦੋਂ ਮੋਹ ਵਿਛੜਦਾ ਹੈ ਉਹ ਫਿਰ ਉਹ ਤੜਫਾ ਜਾਂਦਾ ਹੈ, ਉਹ ਫਿਰ ਬਹੁਤ ਦੁਖੀ ਕਰਦਾ ਹੈ। ਇਹ ਤਮਾਸ਼ਾ ਹੈ ਵਾਹਿਗੁਰੂ ਦਾ। ਸੋ ਆਓ, ਜ਼ੋਰ ਨਹੀਂ ਕੋਈ ਚੱਲਿਆ। ਵੱਡੇ ਵੀ ਤੋਰੀ ਬੈਠੇ ਆ, ਛੋਟੇ ਵੀ ਤੋਰੀ ਬੈਠੇ ਆ, ਉਮਰ ਦੇ ਹਾਣੀ ਵੀ ਤੋਰੀ ਬੈਠੇ ਆ। ਜ਼ੋਰ ਕੋਈ ਨਹੀਂ। ਕੀ ਕਰਨਾ ਆਪਾਂ ਇੱਕ ਅਰਦਾਸ, ਸਤਿਗੁਰੂ ਸੱਚੇ ਪਾਤਸ਼ਾਹ ਜੋ ਆਪ ਜੀ ਨੂੰ ਭਾਇਆ ਉਹ ਹੋ ਗਿਆ, ਪਰ ਹੁਣ ਕਿਰਪਾ ਕਰਿਓ ਮੇਰੇ ਪਰਮ ਮਿੱਤਰ ਮੇਜਰ ਸਿਉਂ ਦੀ ਰੂਹ ਆਤਮਾ ਨੂੰ ਚਰਨਾਂ ਵਿੱਚ ਜਗ੍ਹਾ ਦੇ ਦਿਓ। ਸੋ ਸਾਰੀ ਸੰਗਤ ਭਾਣੇ ਵਿੱਚ, ਹੁਕਮ ਵਿੱਚ, ਰਜਾ ਦੇ ਵਿੱਚ ਅਰਦਾਸ ਕਰਨ ਆਏ ਹਾਂ। ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਜਦੋਂ ਵੀ ਕੋਈ ਪਰਿਵਾਰ ਦਾ ਸੰਬੰਧੀ ਵਿਛੜਦਾ ਹੈ, ਗੱਲ ਸੌਖੀ ਨਹੀਂ ਹੁੰਦੀ। ਉਮਰ ਭਾਵੇਂ ਵੱਡੀ ਭਾਵੇਂ ਛੋਟੀ, ਪਰ ਉਹਦੇ ਨਾਲ ਜ਼ਿੰਦਗੀ ਦਾ ਲਗਾਅ ਹੁੰਦਾ, ਉਹਦੇ ਨਾਲ ਆਪਣੇ ਜੀਵਨ ਦਾ ਬਹੁਤ ਵੱਡਾ ਤਜਰਬਾ ਸਾਂਝਾ ਕੀਤਾ ਹੁੰਦਾ ਹੈ। ਉਹਨਾਂ ਕੋਲੋਂ ਪਿਆਰ ਮਿਲਿਆ ਹੁੰਦਾ, ਕਿਤੇ ਕੌੜੀਆਂ ਕਿਤੇ ਮਿੱਠੀਆਂ ਝਿੜਕਾਂ ਅਤੇ ਕਿਤੇ ਪਿਆਰ। ਇਹ ਸਭ ਕੁਝ ਜ਼ਿੰਦਗੀ ਦਾ ਇੱਕ ਸਾਧ ਸੰਗਤ ਸਫ਼ਰ ਦੇ ਵਿੱਚ ਆਪਾਂ ਨੂੰ ਸਭ ਕੁਝ ਉਹ ਵੇਖਣਾ ਪੈਂਦਾ ਹੈ। ਪਰ ਅਸਲ ਗੱਲ ਇਹ ਹੈ ਵੀ ਜਦੋਂ ਉਹ ਪਿਆਰੇ ਵਿਛੜਦੇ ਨੇ ਤਾਂ ਫਿਰ ਕਲੇਜਾ ਬਾਹਰ ਨੂੰ ਆਉਂਦਾ ਹੈ, ਦੁੱਖ ਬੜਾ ਹੁੰਦਾ ਹੈ। ਵਿਛੋੜੇ ਦਾ ਦਰਦ ਹੀ ਐਸਾ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਬੜੇ ਥਾਵਾਂ 'ਤੇ ਬਚਨ ਲਿਖੇ ਨੇ। ਮਹਾਰਾਜ ਜੀ ਕਹਿੰਦੇ, ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਓਦ, ਬਾਝ ਪਿਆਰੇ ਆਪਣੇ, ਬਿਰਹੀ ਨਾ ਤੀਰੋਦ। ਉਹ ਆਪਣੇ ਪਿਆਰੇ ਤੋਂ ਬਿਨਾਂ ਆਪਾਂ ਸਾਰੇ, ਜੇ ਅਸੀਂ ਸੰਸਾਰੀ ਗੱਲ ਕਰਾਂਗੇ ਤਾਂ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਮਾਂ ਪੁੱਤ ਨੂੰ ਪਿਆਰ ਕਰਦੀ ਹੈ, ਮਾਂ ਧੀ ਨੂੰ ਪਿਆਰ ਕਰਦੀ ਹੈ, ਪਤੀ ਪਤਨੀ ਦਾ ਪਿਆਰ ਹੈ, ਭੈਣ ਭਰਾ ਦਾ ਪਿਆਰ ਹੈ, ਭਰਾਵਾਂ ਦਾ ਪਿਆਰ ਹੈ, ਮਾਮੇ ਭਾਣਜੇ ਦਾ ਪਿਆਰ ਹੈ। ਜੋ ਵੀ ਆਪਣੇ ਰਿਸ਼ਤੇ ਨੇ ਉਹਦੇ ਵਿੱਚ ਪਿਆਰ ਹੀ ਪਿਆਰ ਹੈ। ਜਦੋਂ ਉਹ ਪਿਆਰਾ ਵਿਛੜ ਜਾਂਦਾ ਹੈ ਫਿਰ ਉਹ ਵਿਛੋੜੇ ਦੀ ਪੀੜਾ ਜਿਹੜੀ ਨਾ, ਦਰਦ, ਉਹ ਸਤਾਉਂਦਾ ਹੈ, ਬਹੁਤ ਚਿਰ ਸਤਾਉਂਦਾ, ਥੋੜ੍ਹਾ ਚਿਰ ਨਹੀਂ ਸਤਾਉਂਦਾ। ਸੋ ਸਾਧ ਸੰਗਤ, ਉਹਦੇ ਵਾਸਤੇ ਆਪਾਂ ਗੁਰੂ ਦੀ ਬਾਣੀ ਨਾਲ ਜੁੜੇ ਹਾਂ। ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਆਪਣੇ ਸਿੱਖ ਨੂੰ ਦੁੱਖ ਵਿੱਚ ਅਤੇ ਸੁੱਖ ਵਿੱਚ ਕਿਸ ਤਰ੍ਹਾਂ ਜਿਉਣਾ, ਜ਼ਿੰਦਗੀ ਦੀ ਜਿਹੜੀ ਗੱਡੀ ਹੈ ਉਹ ਪਟੜੀ 'ਤੇ ਚੜ੍ਹੀ ਰਹੇ, ਪਟੜੀ ਤੋਂ ਉਤਰੇ ਨਾ। ਜੀਵਨ ਰੂਪੀ ਗੱਡੀ ਐਸਾ ਬੈਲੈਂਸ ਬਣਾਉਣਾ ਉਹ ਗੁਰਬਾਣੀ ਦੇ ਆਸਰੇ ਬਣ ਜਾਂਦਾ ਹੈ। ਆਪਾਂ ਕੋਸ਼ਿਸ਼ ਕਰਾਂਗੇ ਪਰਿਵਾਰ ਨੂੰ ਧਰਵਾਸ ਦੇਣਾ, ਕਿਉਂਕਿ ਵਿਛੋੜਾ ਜਿਹੜਾ ਹੈਗਾ ਉਹ ਪੜ੍ਹਨ ਵਿੱਚ ਅਤੇ ਸੁਣਨ ਵਿੱਚ 3 ਅੱਖਰ ਨੇ, ਵਾਵਾ, ਛੱਛਾ ਅਤੇ ਡਾੜਾ। ਪਰ ਇਹਦੇ ਜਦੋਂ ਅਰਥ ਕਰਾਂਗੇ ਨਾ, ਇਹ ਜਿਹਦੀ ਲਾਈਫ ਵਿੱਚ, ਜਿਹਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ, ਅਰਥਾਂ ਦਾ ਉਹਨੂੰ ਪਤਾ ਹੁੰਦਾ। ਵਿਛੋੜਾ ਜਿਹੜਾ, ਵਿਛੋੜਾ ਕਈ ਪ੍ਰਕਾਰ ਦਾ ਹੈ। ਅਤੇ ਉੱਥੇ ਮਹਾਰਾਜ ਜੀ ਕਹਿੰਦੇ ਨਾ, ਫਿਰ ਜਦੋਂ ਇਹ ਵਿਛੋੜਾ ਆਉਂਦਾ, ਜ਼ਿੰਦਗੀ ਵਿੱਚ ਵੱਡੇ ਵੱਡੇ ਝੱਖੜ ਝੁੱਲ ਜਾਂਦੇ ਨੇ, ਬਹੁਤ ਸਾਰਾ ਦੁੱਖ ਆ ਜਾਂਦਾ, ਕਿਤੇ ਵਿਘਨ ਲੱਗ ਜਾਂਦੇ ਨੇ ਅਤੇ ਕਿਤੇ ਬਹੁਤ ਮੁਸ਼ਕਲ ਦਾ ਸਮਾਂ ਆ ਜਾਂਦਾ ਹੈ। ਅਤੇ ਉਸ ਵੇਲੇ ਸਿੱਖ ਨੇ ਕੀ ਕਰਨਾ, ਆਪਾਂ ਉਹ ਵਿਚਾਰ ਕਰਾਂਗੇ ਗੁਰਬਾਣੀ ਵਿੱਚੋਂ, ਗੁਰਬਾਣੀ ਦੇ ਸ਼ਬਦਾਂ ਵਿੱਚੋਂ, ਇਤਿਹਾਸ ਵਿੱਚੋਂ। ਪਰ ਜਿਹੜੀ ਪੀੜਾ ਹੈ, ਦਰਦ ਹੈ ਸਾਧ ਸੰਗਤ, ਉੱਥੇ ਇਹ ਹੈ ਵੀ ਵੇਖੋ, ਇਹ ਜਿਹੜਾ ਪਰਿਵਾਰ ਹੈ ਨਾ, ਇਹ ਮੇਰਾ ਆਪਣਾ ਪਰਿਵਾਰ ਹੈ। ਇਸ ਪਰਿਵਾਰ ਨਾਲ ਮੇਰੀ ਇੰਨੀ ਕੁ ਨੇੜਤਾ ਬਣ ਚੁੱਕੀ ਹੈ, ਉਹ ਮੈਂ ਬਾਅਦ ਵਿੱਚ ਦੱਸਦਾ। ਅਤੇ ਅੱਜ ਸਾਧ ਸੰਗਤ, ਸਰਦਾਰ ਮੇਜਰ ਸਿੰਘ ਦੇ ਘਰੋਂ ਬੀਬਾ ਜੀ, 4 ਭੈਣਾਂ, 4 ਭੈਣਾਂ ਅਤੇ 4ਾਂ ਦੇ ਸਿਰ ਦੇ ਸਾਈਂ ਸੰਸਾਰ ਤੋਂ ਤੁਰ ਜਾਣੇ। ਇਹ ਕੋਈ ਸੌਖੀ ਘਟਨਾ ਨਹੀਂ ਹੈ, ਇਹ ਕੋਈ ਆਮ ਗੱਲ ਨਹੀਂ ਹੈ। ਭੈਣਾਂ ਦਾ ਭਰਾ ਤੁਰ ਜਾਣਾ, ਧੀ ਦਾ ਪਿਓ ਤੁਰ ਜਾਣਾ, ਪੁੱਤ ਦਾ ਪਿਓ ਤੁਰ ਜਾਣਾ, ਪੋਤਰਿਆਂ ਦਾ ਬਾਪੂ ਤੁਰ ਜਾਣਾ, ਪੋਤਰੀ ਦਾ ਬਾਪੂ ਤੁਰ ਜਾਣਾ। ਇਹ ਕੋਈ ਸੌਖੀ ਘਟਨਾ ਨਹੀਂ ਹੈ, ਹੈ ਤਾਂ ਔਖੀ। ਇਹਨੂੰ ਫਿਰ ਸੰਸਾਰੀ ਤੌਰ 'ਤੇ ਕੁਝ ਸਮਾਂ ਲੱਗਦਾ ਹੁੰਦਾ, ਆਰਾਮ ਆਉਣ 'ਤੇ ਗੁਰਬਾਣੀ ਦੇ ਆਸਰੇ ਅਤੇ ਆਪਣੇ ਰਿਸ਼ਤੇਦਾਰਾਂ ਦਾ ਜਿਹੜਾ ਦੁੱਖ ਮੰਡਾਉਣਾ ਹੁੰਦਾ, ਉਹਦੇ 'ਚ ਫਿਰ ਪਰਿਵਾਰ ਨੂੰ ਮਹਿਸੂਸ ਹੁੰਦਾ ਵੀ ਹਾਂ, ਇਹ ਦੁੱਖ ਵਿੱਚ ਮੈਂ ਇਕੱਲਾ ਨਹੀਂ ਹਾਂ, ਮੇਰੇ ਸੰਗੀ ਸਾਥੀ, ਮੇਰਾ ਪਰਿਵਾਰ, ਇਹ ਵੀ ਮੇਰੇ ਦੁੱਖ ਦੇ ਵਿੱਚ ਮੇਰੇ ਨਾਲ ਮੋਢਾ ਲਾ ਕੇ ਮੋਢਾ ਖੜ੍ਹੇ ਨੇ। ਫਿਰ ਉਹ ਹੌਲੀ ਹੌਲੀ ਮੱਲਮ ਲੱਗਦੀ ਹੈ। ਪਰ ਅਸਲ ਗੱਲ ਇਹ ਹੈ ਗੁਰਮੁਖੋ, ਸੁਣੋ ਪ੍ਰੇਮ ਨਾਲ।
ਦਿਲ ਧੀਰਜ ਬਣਦਾ ਨਾ, ਤੇਰੀ ਮੋੜ ਮੋੜ ਯਾਦ ਸਤਾਵੇ। ਦਿਲ ਧੀਰਜ ਬਣਦਾ ਨਾ, ਤੇਰੀ ਮੋੜ ਮੋੜ ਯਾਦ ਸਤਾਵੇ। 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 ਦਿਲ ਧੀਰਜ ਬਣਦਾ ਨਾ, ਤੇਰੀ ਮੋੜ ਮੋੜ ਯਾਦ ਸਤਾਵੇ। ਦਿਲ ਧੀਰਜ ਬਣਦਾ ਨਾ, ਮੋੜ ਮੋੜ ਯਾਦ ਸਤਾਵੇ। ਧੀਰਜ ਬਣਦਾ ਨਾ, ਤੇਰੀ 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 ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ ਬਾਪੂ, ਮੋੜ ਮੋੜ ਯਾਦ। ਮੋੜ ਮੋੜ ਯਾਦ ਸਤਾਵੇ ਬਾਬਲਾ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ ਤੇਰੀ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ ਤੇਰੀ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ ਤੇਰੀ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ ਵੀਰਾ, ਮੋੜ ਮੋੜ ਯਾਦ। ਮੋੜ ਮੋੜ ਯਾਦ ਸਤਾਵੇ ਵੇ ਵੀਰਾ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ ਤੇਰੀ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ, ਮੋੜ ਮੋੜ ਯਾਦ ਸਤਾਵੇ। ਮੋੜ ਮੋੜ ਯਾਦ ਸਤਾਵੇ, ਮੋੜ ਮੋੜ ਯਾਦ ਸਤਾਵੇ। ਦਿਲ ਧੀਰਜ ਬਣਦਾ ਨਾ, ਤੇਰੀ ਮੋੜ ਮੋੜ ਯਾਦ ਸਤਾਵੇ। ਦਿਲ ਧੀਰਜ ਬਣਦਾ ਨਾ, ਮੋੜ ਮੋੜ ਯਾਦ ਸਤਾਵੇ। ਧੀਰਜ ਬਣਦਾ ਨਾ, ਤੇਰੀ 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 ਮੋੜ ਮੋੜ ਯਾਦ ਸਤਾਵੇ। ਯਾਦਾਂ ਆਉਂਦੀਆਂ ਨੇ, ਆਉਂਦੀਆਂ ਰਹਿਣਗੀਆਂ, ਇਹ ਸੱਚ ਹੈ ਗੁਰਮੁਖੋ। ਵੇਖੋ ਜਿਨ੍ਹਾਂ ਦੇ ਨਾਲ ਆਪਣਾ ਲਗਾਅ ਹੈ, ਸਾਰੀ ਜ਼ਿੰਦਗੀ ਦਾ ਬਲੱਡ ਰਿਲੇਸ਼ਨ ਹੈ, ਉਹ ਤਾਂ ਵਿਰਾਗ ਜਿਹੜਾ ਹੈ ਉਛਲ ਉਛਲ ਕੇ ਬਾਹਰ ਨੂੰ ਆਉਂਦਾ, ਉਹਦੀਆਂ ਯਾਦਾਂ ਵਾਜਬ ਜੀ ਗੱਲ ਹੈ। ਉਹ ਤਾਂ ਪਤਾ ਨਹੀਂ ਆਟਾ ਗੁੰਨਦੇ ਆ ਜਾਣ, ਪੋਚਾ ਲਾਉਂਦੇ ਆ ਜਾਣ, ਖੇਤ 'ਚ ਬੈਠੇ ਆ ਜਾਣ, ਦਫ਼ਤਰ ਬੈਠੇ ਆ ਜਾਣ, ਗੱਡੀ ਚਲਾਉਂਦੇ, ਪਤਾ ਨਹੀਂ ਕਦੋਂ ਯਾਦ ਆ ਜਾਵੇ। ਵੈਸੇ ਤਾਂ ਭੁੱਲਦੀ ਨਹੀਂ ਹੁੰਦੀ ਯਾਦ, ਪਰ ਇੱਕ ਪ੍ਰਬਲ ਯਾਦ ਹੁੰਦੀ ਹੈ। ਜਦੋਂ ਫਿਰ ਸਾਧ ਸੰਗਤ ਸਰਦਾਰ ਮੇਜਰ ਸਿੰਘ ਦੀ ਬੇਟੀ ਨੇ ਨਾ ਅੱਜ ਹੀ ਵਟਸਐਪ ਦੇ ਉੱਪਰ ਜਿਹੜਾ ਸਟੇਟਸ ਲਾਇਆ ਹੋਇਆ ਹੈ, ਕਹਿੰਦੇ ਜਿਹੜੇ ਵਿਛੜ ਜਾਂਦੇ ਨੇ ਨਾ ਉਹਨਾਂ ਨੂੰ ਦਿਲ ਲੱਭਦਾ ਹੈ, ਉਹਨਾਂ ਨੂੰ ਦਿਲ ਲੱਭਦਾ, ਉਹਨਾਂ ਦੀਆਂ ਯਾਦਾਂ ਜਦੋਂ ਆਉਂਦੀਆਂ ਨੇ ਅੰਦਰ ਨੂੰ ਕੁਛ ਹੁੰਦਾ ਹੈ। ਹਾਂ ਹਾਂ ਸੱਚ ਹੈ, ਬਿਲਕੁਲ ਸੱਚ ਹੈ, ਇਹ ਗੱਲ ਤੋਂ ਮੁੱਕਰਿਆ ਨਹੀਂ ਜਾਂਦਾ। ਧੀ ਨੂੰ ਕਿਤੇ ਪਿਓ ਨਹੀਂ ਮਿਲਦਾ ਦੁਨੀਆ 'ਤੇ, ਪਤਨੀ ਨੂੰ ਪਤੀ ਨਹੀਂ ਮਿਲਦਾ, ਪੁੱਤ ਨੂੰ ਪਿਓ ਨਹੀਂ ਮਿਲਦਾ। ਇਹ ਗੋਡ ਗਿਫਟ ਦਾਤਾਂ ਨੇ, ਵਾਹਿਗੁਰੂ ਦੇ ਘਰੋਂ ਬਖਸ਼ੀਆਂ ਹੋਈਆਂ, ਬਹੁਤ ਪਿਆਰੀਆਂ ਦਾਤਾਂ ਨੇ ਇਹ। ਸੋ ਪਿਆਰਿਓ, ਉਹ ਯਾਦਾਂ ਸਤਾਉਂਦੀਆਂ ਨੇ। ਜਿਵੇਂ ਆਪਾਂ ਇੱਕ ਗੱਲ ਕਰ ਲਈਏ ਤਾਂ ਸਾਰੀ ਸਮਝ ਵਿੱਚ ਆ ਜਾਂਦੀ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪੁੱਛਣ ਲੱਗੇ ਵੀ ਪੁੱਤ ਵਿਛੜ ਗਿਆ, ਇੰਟਰਵਿਊ ਦੇ ਵਿੱਚ ਕਹਿੰਦੇ ਤੁਹਾਡਾ ਹੁਣ ਜਿਹੜਾ ਸਮਾਂ ਲੰਘ ਰਿਹਾ ਬਹੁਤ ਔਖਾ ਲੰਘ ਰਿਹਾ। ਕਹਿੰਦੇ ਹਾਂ।
मैं औखा भावें सौखा, असी दोनों जने मूसेवाले दा प्यो ते उहदी माँ, असी दोनों जने बहुत कोशिश करते हैं भी भुला दईए, हुण तां हत्थीं सब कुछ कर लिया, भुला दईए, भुल जाना बेहतर है। कहंदे असी औखे सौखे दिन कढ़ लैने आ भी बहुता ज़्यादा दिल ते हुण ना लाइए। वेखो एक पिता दा दर्द वेखो प्यार वालिओ, अंदर नूं हिलाउण वाला पीड़े, मैं दर्द की गल कर रहा, पीड़ा की गल कर रहा। कहंदा दिन लंघ जांदा है, भुलाउण दी कोशिश करदा, कहंदा जदों रात नूं सौंने आ ना, कहंदे फिर सुपने च आ जांदा है, आखो सतनाम श्री वाहिगुरू, फिर सुपने च आ जांदा, कित्थे भुलावां, वो तां रोमां दे विच वसिया हुंदा गुरमुखो, ब्लड रिलेशन हुंदा जिहड़ा, ये हौली हौली हाँ भाणे दे विच। हुण आओ आपां गल भाणे दी करिए। ये दर्द सच्चा है, ये विछोड़ा सच्चा है, इसे करके महाराज जी अपने सिख नूं बाणी नाल जोड़दे ने भी गुरसिखा जदों तू गुरबाणी दे नाल जुड़ेगा ना, फिर दुख ते सुख जिहड़ा ना उहनूं बराबर सम करके जाणेगा। जिवें गुजरात दे भाई भिखारी जी पुੱਤ दा विआह है तां कोई हंकार नहीं, कोई हौमै नहीं, गुरु की रजा विच है, गुरु के हुक्म विच है। जे विआह करवा के नूंह राणी नूं घर वाली नूं लैके मुड़िया आउंदा पिंड दे कोल आके किसी कारण करके मौत हो जाती है, पुੱਤ की लाश पई है तो नूंह राणी सास चूड़ा भन रही है, सिर दे वाल पट रही है, तन ते पाए कपड़े पाड़ रही है, तो भाई भिखारी कहंदा वाहिगुरू जे विआह दा दिन दिता तां भी तेरा शुक्र, जे अज पुੱਤ की लाश विहड़े विच पई है तां भी तेरा शुक्र। आखो सतनाम श्री वाहिगुरू। इहनूं गुरसिੱਖੀ कहंदे ने, इनू भाणा मनना कहते हैं, पर यह हर एक दे हिस्से नहीं आता। भाणा वो मनते हैं जिन्हों ने जिंदगी दे विच सिੱਖੀ नूं कमाया, गुरु के हुक्म नूं मन्निया, गुरु की रजा विच रहे ने। किवें रहना पैंदा? मुर्दा होए मुरीद ना गल्ली होवना, सबर शुक्र शहीद भरम भाव खोवना। तो ये जिहड़ा ना भाणा मनना ये हर एक दे हिस्से विच नहीं आउंदा, ये तां उन्हां गुरसिखां दे मर जीवड़ियां दे। पर आपां भी कोशिश करनी, आपां गुरु दे दर दे निमाणे सिख हां ते गुरु की रजा विच रहना ही सर्ब सुखां सिर सुख है, गुरु के हुक्म विच रहना ही वड्डा सुख है। तो उत्थे साध संगत हुण सतगुरु महाराज जी कहंदे वेख बंदिया तैनूं बहुत चीज़ां जिंदगी विच मिलियां, बहुत चीज़ां तेरे कोलों विछड़ियां, कुछ चीज़ां तेरे कोलों विछड़ियां, तू उद्यम करके मेहनत करके उन्हां चीज़ां नूं तू दोबारा खरीद लिया। उदाहरण के तौर पर किते बेवस होकर मोटरसाइकिल बेचना पै गया, किते आपां जिमीदार लोग हाँ, कई बार अपने नाल जमीन दे नाल लगदी जमीन विकदी है तो आपां अपनियां नूहां धीआं नूं आखदे हां पुੱਤ आ जमीन नहीं कितों मिलती, आ जिहड़ियां तुहाडीआं टूमां ने ना सिउना है ये दे दिओ, आपां जमीन लै लईए सिउना फिर लै लवांगे। तो वो नूहां धीआं जिहड़ियां ने वो सिउना टूमां दे दिंदियां ने। तो एक बार हुंदा है, ये प्यारी दात है बीबियां दी, बीबियां नूं इस गल दा हुंदा है भी सिउना जिहड़ा ना इहनूं संभाल के रखीए, किते भी एमरजेंसी काम दिंदा है। अपने किसानां दे जिमीदारां दे घरां दीआं ये गल्लां ने, हर एक मजदूर है भावें। तो फिर वो जदों दिता तो थोड़ा जिहा दुख जिहा लग्गिया, जमीन ले ली, उस तो बाद आमदन होई तो उस तो भी दुगना सिउना आपां खरीद लिया, अपने घर विच पिया है। किते मोटरसाइकिल ट्रैक्टर गड्डी बेचनी पै गई, दोबारा आपां खरीद ली वो। तो गुरमुखो एक आ जिहड़े शरीर आपां तुरे फिरदे आ, शरीर ये तां जिन्ना चिर सवास चलदे ने उन्ना चिर संयोग है। तो जदों सवास मुक गए, जिड्डी मर्जी प्रॉपर्टी का मालक है, ये शरीर नूं कोई खरीद नहीं सकता मुड़ के। जदों शमशान घाट ले गए, कबरां विच ले गए, जल प्रवाह कर दिता, जिन्नी मर्जी भावें अरबां रुपया चक्की फिरदा है, तो उत्थे फिर शरीर किते मिलदा नहीं। सतगुरु महाराज जी ने गुरबाणी विच एक कथन कीता है, सुनो प्रेम दे नाल। मानस देही ना दोबारा मिलनी, जुगां दे जुग बीत जाणगे, मानस देही ना दोबारा, जुगां दे जुग बीत जाणगे। देही ना दोबारा मिलनी, जुगां दे जुग बीत जाणगे, मानस देही ना दोबारा मिलनी, जुगां
ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਬਈ ਦੁਬਾਰਾ ਛੇਤੀ ਜੁਗਾਂ ਦੇ ਜੁਗ ਬੀਤ ਜਾਣਗੇ। ਸੋਹਣੀ ਦੇਹੀ ਨਾਦ ਵਾਰਾ ਜੁਗਾਂ ਦੇ ਜੁਗ ਬੀਤ ਜਾਣਗੇ। ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮੇਰੇ ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਬੰਦਿਆ ਜੁਗਾਂ ਦੇ ਜੁਗ ਬੀਤ ਜਾਣਗੇ। ਜੁਗਾਂ ਦੇ ਜੁਗ ਬੀਤ ਜਾਣਗੇ। ਬੰਦਿਆ ਜੁਗਾਂ ਦੇ ਜੁਗ ਬੀਤ ਜਾਣਗੇ। ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਬੰਦਿਆ ਜੁਗਾਂ ਦੇ ਜੁਗ ਬੀਤ ਜਾਣਗੇ। ਮੇਰੇ ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਮੇਰੇ ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਮੇਰੇ ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਮੇਰੇ ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਮੇਰੇ ਪਿਆਰੇ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਦੁਬਾਰਾ ਛੇਤੀ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਸੋਹਣੀ ਦੇਹੀ ਨਾਦ ਵਾਰਾ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਸੋਹਣੀ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਮਾਨਸ ਦੇਹੀ ਨਾਦ ਵਾਰਾ ਮਿਲਣੀ ਜੁਗਾਂ ਦੇ ਜੁਗ ਬੀਤ ਜਾਣਗੇ। ਵੇਖੋ ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਇਹ ਬਚਨ ਆਉਂਦੇ ਨੇ। ਮਹਾਰਾਜ ਜੀ ਕਹਿੰਦੇ ਛੋਟੀਆਂ ਮੋਟੀਆਂ ਚੀਜ਼ਾਂ ਵਿਛੜੀਆਂ ਫਿਰ ਮਿਲ ਗਈਆਂ। ਇੱਕ ਦਿਨ ਆ ਸਰੀਰ ਨੇ ਜਾਣਾ ਹੈ, ਕਦੋਂ ਚਲਿਆ ਜਾਵੇ ਨਹੀਂ ਪਤਾ। ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਸਾਜ ਕੇ ਸ੍ਰਿਸ਼ਟੀ ਦਾ ਸਮਾਂ ਜਿਹੜਾ ਸਮਾਂ ਸ਼੍ਰੇਣੀ ਸਾਧ ਸੰਗਤ ਤੇ ਨਿਯਮ ਬਣਾਏ ਨੇ। ਆਪਾਂ ਨੂੰ ਸੰਸਾਰ ਤੇ ਭੇਜ ਕੇ ਵਾਹਿਗੁਰੂ ਨੇ ਸਮਾਂ ਦਿੱਤਾ ਵੀ ਤੇਰੇ ਕੋਲ ਇੰਨਾ ਸਮਾਂ ਹੈ, ਇੰਨੇ ਸਾਲਾਂ ਦਾ, ਇੰਨੇ ਮਹੀਨਿਆਂ ਦਾ, ਇੰਨੇ ਕੁ ਦਿਨਾਂ ਦਾ। ਉਹ ਸਮੇਂ ਦੇ ਵਿੱਚ ਤੂੰ ਕੀ ਕਰਨਾ ਹੈ। ਹੁਣ ਵੇਖੋ ਪਹਿਲਾਂ ਤਾਂ ਜਿਹੜਾ ਆਪਾਂ ਪੜ੍ਹਿਆ ਜਿਤਨਾ ਚਿਰ ਜਗਿਆਸੂ ਦਾ ਸ਼ੰਕਾ ਨਹੀਂ ਚੱਕ ਹੁੰਦਾ ਇਹ ਗੁਰਬਾਣੀ ਦੇ ਨੇੜੇ ਵੀ ਨਹੀਂ ਆਉਂਦਾ। ਪਹਿਲਾਂ ਜਗਿਆਸੂ ਦਾ ਸ਼ੰਕਾ ਦੂਰ ਕਰੀਏ ਵੀ ਇਹ ਸਰੀਰ ਜਿਹੜਾ ਮਿਲਿਆ ਵੀ ਜੁੱਗਾਂ ਬਾਅਦ ਮਿਲਿਆ, ਕਿਤੇ ਲਿਖਿਆ ਗੁਰਬਾਣੀ ਵਿੱਚ? ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਸੁਣੋ। ਮਹਾਰਾਜ ਜੀ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ। ਜਿੱਥੇ ਫਿਰਤ ਸ਼ਬਦ ਆ ਜੇ ਨਾ ਗੁਰਬਾਣੀ ਵਿੱਚ, ਫਿਰਤ ਦਾ ਸ਼ਬਦ ਹੁੰਦਾ 84 ਲੱਖ ਦਾ ਗੇੜਾ, ਉਹਦਾ ਅਰਥ ਹੁੰਦਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ ਧਨਾਸਰੀ ਰਾਗ ਦੇ ਵਿੱਚ, ਬਹੁਤੇ ਫੇਰ ਪਏ ਕਿਰਪਨ ਕੋ ਆਪ ਕਿਛ ਕਿਰਪਾ ਕੀਜੈ। ਫੇਰ ਭਾਵ ਗੇੜਾ, 84 ਦਾ ਗੇੜਾ। ਬਹੁਤ ਗੇੜੇ ਖਾਧੇ ਹੋ ਜੇ, ਕੀ ਕੁਛ ਬਣੇ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇੱਕ ਥਾਂ ਤੇ ਤਾਂ ਐਸਾ ਲਿਖਿਆ ਮਹਾਰਾਜ ਨੇ, ਉਹ ਜਿਹੜਾ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਉਹਦੇ 'ਚ ਕੀ ਬਣੇ ਆਪਾਂ? ਸੂਕਰ ਕੂਕਰ ਜੋਨ ਭਰਮੇ।
ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਕਹਿੰਦੇ ਸੂਰਬੀ ਬਣਿਆ, ਮੈਨੂੰ ਕਹਿੰਦੇ ਨੇ ਤੁਸੀਂ ਆਪਣਾ ਹਿਸਾਬ ਲਾ ਲਿਓ, ਕਿਉਂਕਿ ਕਈਆਂ ਦਾ ਹਾਜ਼ਮਾ ਹੁੰਦਾ ਬਚਨ ਸੁਣਨ ਦਾ, ਕਈਆਂ ਦਾ ਨਹੀਂ ਹੁੰਦਾ। ਮੈਨੂੰ ਆਖਦੇ ਨੇ ਮਹਾਰਾਜ ਕਹਿੰਦੇ ਤੂੰ ਸੂਰਬੀ ਬਣਿਆ, ਨਾਲੀਆਂ ਦੇ ਵਿੱਚੋਂ ਗੰਦ ਖਾਂਦਾ, ਗੰਦਗੀ ਜਿਹਦੇ ਕੋਲ ਦੀ ਬੰਦਾ ਨਾ ਨੱਕ 'ਤੇ ਪੱਲਾ ਲਾ ਕੇ ਲੰਘਦਾ ਉਹ ਖਾਧਾ। ਕਹਿੰਦੇ ਮੈਨੂੰ ਕਹਿੰਦੇ ਸੂਰਬੀ ਬਣਿਆ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਫਿਰ ਕੂਕਰ ਕਹਿੰਦੇ ਕੁੱਤਾ ਵੀ ਬਣਿਆ, ਕੁੱਤਾ ਵੀ ਇਹੋ ਜਿਹਾ ਜਿਹਦੇ ਸਰੀਰ ਤੋਂ ਚਮੜੀ ਲਹਿ ਗਈ ਅਤੇ ਪੱਸ ਚੱਲਦੀ ਆ, ਰਾਧ ਜਿਹਨੂੰ ਆਪਾਂ ਬੋਲਦੇ ਹਾਂ, ਕੀੜੇ ਪੈ ਗਏ ਕੰਨਾਂ ਦੇ ਵਿੱਚ, ਸਿਰ ਦੇ ਵਿੱਚ ਕੀੜੇ ਟੱਕਰਾਂ ਮਾਰਦਾ ਫਿਰਦਾ, ਕਦੇ ਉਹ ਘਰ ਵੜਦਾ, ਕਦੇ ਉਹ ਘਰ ਵੜਦਾ, ਕਦੇ ਗੱਡੀ ਥੱਲੇ ਵੜਨ ਨੂੰ ਭੱਜਦਾ ਅਤੇ ਕਦੇ ਲੁਕਣ ਨੂੰ ਫਿਰਦਾ। ਘਰ ਦਾ ਮਾਲਕ ਡੰਡਾ ਚੁੱਕਦਾ, ਕਿਉਂਕਿ ਇਹੋ ਜਿਹੇ ਕੁੱਤੇ ਨੂੰ ਕੋਈ ਘਰੇ ਨਹੀਂ ਵੜਨ ਦਿੰਦਾ। ਮਹਾਰਾਜ ਮੈਨੂੰ ਕਹਿੰਦੇ ਉਹੋ ਜਿਹਾ ਕੁੱਤਾ ਵੀ ਬਣਿਆ। ਇੱਕ ਜਗਾਉਂਦੇ ਨੇ ਮਹਾਰਾਜ ਸਾਨੂੰ, ਕੀ ਜਗਾਉਂਦੇ ਨੇ? ਤੂੰ ਸੁਣ ਹਰਨਾ ਕਾਲਿਆ ਕੀ ਬਾੜੀਆਂ ਰਾਤਾ ਰਾਮ। ਆਹ ਜਗਤ ਬਾੜੀ ਹੈ, ਵਾਹਿਗੁਰੂ ਦਾ ਬਗੀਚਾ ਹੈ, ਤੂੰ ਇਹਦੇ ਵਿੱਚ ਹੀ ਰਚ ਗਿਆ, ਇਸੇ ਵਿੱਚ ਹੀ ਤੂੰ ਸਾਰਾ ਜਿਹੜਾ ਜ਼ਿੰਦਗੀ ਦਾ ਸਮਾਂ ਬਤੀਤ ਕਰ ਦਿੱਤਾ, ਲੰਘਾ ਦਿੱਤਾ। ਅਤੇ ਇਹਦੇ ਵਿੱਚੋਂ ਜਾਗਣਾ ਹੈ, ਜਾਗਣ ਦਾ ਵੇਲਾ ਹੈ। ਰਾਮ ਨਾਮ ਛਾੜ ਅੰਮ੍ਰਿਤ, ਵਾਹਿਗੁਰੂ ਪਰਮੇਸ਼ਰ ਦਾ ਨਾਮ ਛੱਡ ਕੇ, ਅੰਮ੍ਰਿਤ ਬਾਣੀ ਨੂੰ ਛੱਡ ਕੇ, ਗੁਰੂ ਦੀ ਮਹਿਮਾ ਸਿਫਤ ਸਲਾਹ ਨੂੰ ਛੱਡ ਕੇ, ਕਾਹੇ ਬਿਖ ਖਾਈ। ਬਿਖ ਦਾ ਅਰਥ ਹੈ ਵਿਸ਼ੇ ਬਕਾਰ, ਜ਼ਹਿਰ ਰੂਪੀ ਭੋਗ ਜਿਹੜੇ ਜ਼ਿੰਦਗੀ ਨੂੰ, ਜੀਵਨ ਨੂੰ ਬਰਬਾਦ ਕਰ ਦਿੰਦੇ ਨੇ। ਕਹਿੰਦੇ ਤੂੰ ਉਹ ਖਾਂਦਾ ਫਿਰਦਾ ਦਿਨ ਰਾਤ, ਕਿਉਂ ਨਹੀਂ ਜਾਗਦਾ? ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਹੀ। ਕਹਿੰਦੇ ਫਿਰ ਤੈਨੂੰ ਘੁੰਮ ਘੁੰਮ ਕੇ 84 ਦਾ ਗੇੜਾ ਖਾ ਕੇ, ਅਨੇਕ ਤਰ੍ਹਾਂ ਦੀਆਂ ਜੂਨੀਆਂ ਭੋਗ ਕੇ ਆਹ ਮਨੁੱਖਾ ਸਰੀਰ ਮਿਲਿਆ। ਸਿੱਧੇ ਅਰਥ ਨੇ ਇਹਨਾਂ ਸ਼ਬਦਾਂ ਦੇ, ਕੋਈ ਇਹਦੇ 'ਚ ਕੋਈ ਡਾਊਟ ਨਹੀਂ, ਕੋਈ ਬਿੰਗ ਬਲਾਵਾ ਨਹੀਂ। ਅਨਪੜ੍ਹ ਤੋਂ ਅਨਪੜ੍ਹ ਬੰਦਾ ਸਮਝ ਸਕਦਾ ਇਸ ਗੱਲ ਨੂੰ। ਕਹਿਣ ਤੋਂ ਭਾਵ ਇੰਨੀ ਕੁ ਮੱਤ ਤਾਂ ਹਰ ਇੱਕ ਬੰਦੇ ਕੋਲੇ ਹੁੰਦੀ ਹੈ। ਜਿਹੜਾ ਬੰਦਾ ਟਰੈਕਟਰ ਚਲਾ ਲੈਂਦਾ, ਗੇਅਰ ਪਾ ਲੈਂਦਾ ਅਤੇ ਫਿਰ ਉਹਦਾ ਕਲੱਚ ਦਾ ਨੱਪ ਲੈਂਦਾ, ਬ੍ਰੇਕਾਂ ਲਾ ਲੈਂਦਾ, ਕਦੋਂ ਰੇਸ ਵਧਾਉਣੀ ਆ ਕਦੋਂ ਘਟਾਉਣੀ ਆ, ਉਹਨੂੰ ਇੰਨਾ ਕੁ ਤਾਂ ਪਤਾ ਹੀ ਹੁੰਦਾ ਨਾ ਵੀ ਗੁਰੂ ਦੀ ਬਾਣੀ ਕੀ ਕਹਿ ਰਹੀ ਹੈ। ਇਹ ਤਾਂ ਨਹੀਂ ਵੀ ਕੋਈ ਕਮਲਾ ਤੁਰਿਆ ਫਿਰਦਾ। ਜੇ ਕਮਲਾ ਹੋਵੇ ਨਾ ਤਾਂ ਟਰੈਕਟਰ 2 ਕਿੱਲੇ ਨਹੀਂ ਲੰਘਾਉਂਦਾ, ਖੂਹ 'ਚ ਸਿੱਟ ਦੂਗਾ। ਨਹੀਂ, ਸਿਆਣਾ ਹੈ ਬੰਦਾ, ਬਹੁਤ ਸਿਆਣਾ ਹੈ, ਇੰਨਾ ਸਿਆਣਾ ਹੈ, ਇਹਨੂੰ ਹਰ ਇੱਕ ਗੱਲ ਦਾ ਗਿਆਨ ਹੈ। ਪਰ ਇਸ ਪਾਸੇ ਤੋਂ ਅਵੇਸਲਾ ਹੋ ਜਾਂਦਾ ਜਾਣ ਬੁੱਝ ਕੇ। ਮੈਂ ਨਹੀਂ ਕਹਿੰਦਾ, ਦਾਸ ਨੇ ਜੋ ਬੇਨਤੀ ਕਰਨੀ ਹੈ ਨਾ, ਤੁਹਾਡੇ ਪਿਆਰ ਵਿੱਚ ਦੱਸ ਦੇਵਾਂ, ਗੁਰਮੁਖੋ ਆਪਾਂ ਤਾਂ ਆਹ ਸੰਸਾਰ 'ਤੇ ਗੁਰਬਾਣੀ ਦੇ ਆਸਰੇ ਤੁਰੇ ਫਿਰਦੇ ਹਾਂ। ਆਪਣਾ ਆਸਰਾ ਹੀ ਜੀਵਨ ਹੈ, ਆਹ ਗੁਰਬਾਣੀ ਹੈ, ਆਪਣਾ ਜੀਵਨ ਹੀ ਗੁਰਬਾਣੀ ਹੈ, ਆਧਾਰ ਹੀ ਗੁਰਬਾਣੀ ਹੈ। ਗੁਰਬਾਣੀ ਤੋਂ ਬਿਨਾਂ ਬੰਦਾ ਕੱਖ ਦਾ ਨਹੀਂ, ਐਵੇਂ ਹੰਕਾਰ ਕਰਦਾ ਵਾਧੂ ਦਾ, ਅਗਿਆਨ ਦੇ ਵਿੱਚ ਹੰਕਾਰ ਕਰਦਾ। ਸੋ ਉੱਥੇ ਇਹ ਦਾਸ ਜੋ ਤੁਹਾਡੇ ਨਾਲ ਬੋਲ ਰਿਹਾ, ਤੁਹਾਡਾ ਸੇਵਾਦਾਰ, ਮੈਂ ਤੁਹਾਡੇ ਵਾਂਗੂ ਖੇਤੀ ਪੱਤੀ ਕਰਨ ਵਾਲਾ ਬੰਦਾ। ਇਸ ਪਰਿਵਾਰ ਨੂੰ ਤਾਂ ਪਤਾ ਚੰਗੀ ਤਰ੍ਹਾਂ। ਆ ਮੇਰੇ ਪਰਮ ਮਿੱਤਰ ਮੇਜਰ ਸਿੰਘ ਨੇ ਮੇਰੇ ਨਾਲ 2 ਘੰਟੇ ਗੱਲਾਂ ਕੀਤੀਆਂ। ਇਹ 4 ਮਾਰਚ ਦੀ ਗੱਲ ਹੈ, 4 ਮਾਰਚ ਦੀ ਗੱਲ ਹੈ। ਮੂਸੇ ਵਾਲੀ ਪਿੰਡ ਹੈ ਉੱਥੇ ਸਾਡੇ ਪੰਜਾਬ ਦੇ, ਆਪਣੇ ਪੰਜਾਬ ਦੇ ਵਿੱਚ ਨਾ ਹਰਿਆਣੇ ਦਾ ਪਿੰਡ ਹੈ ਮੂਸੇ ਵਾਲੀ। ਉੱਥੇ ਸਾਧ ਸੰਗਤ, ਇਹਨਾਂ ਦੇ ਘਰੋਂ ਜੋ ਬੀਬਾ, ਇਹਨਾਂ ਦੀ ਭੈਣ ਹੈ ਉੱਥੇ। ਸੋ ਉੱਥੇ ਸਰਦਾਰ ਚੰਨਣ ਸਿੰਘ ਜੀ ਚੜ੍ਹਾਈ ਕਰ ਗਏ ਸੀ। ਇਹ ਪਰਿਵਾਰ ਇੱਥੋਂ ਗਿਆ ਸੀ, ਸਾਰਾ ਪਰਿਵਾਰ ਉੱਥੇ ਗਿਆ ਸੀ। ਅਤੇ ਅਸੀਂ ਘੰਟਾ 1.5 ਘੰਟਾ ਪਹਿਲਾਂ ਆ ਜਾਂਦੇ ਹਾਂ ਵੀ ਆ ਕੇ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕਰੀਏ। ਅਤੇ ਉੱਥੇ ਫਿਰ ਸਰਦਾਰ ਮੇਜਰ ਸਿੰਘ ਮੇਰੇ ਕੋਲ 1.5 ਘੰਟਾ ਬੈਠੇ ਰਹੇ ਨੇ। ਆ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਬਹੁਤ ਪਿਆਰ ਵਾਲੀ ਰੂਹ ਸੀ, ਬੜੀਆਂ ਗੱਲਾਂ ਕੀਤੀਆਂ। ਅਤੇ ਸਾਧ ਸੰਗਤ ਜੀ ਉੱਥੇ ਫਿਰ ਖੇਤੀ ਪੱਤੀ ਕਰਨ ਵਾਲੇ ਆ, ਜੋ ਕਹਿਣਾ ਸੱਚ ਕਹਿਣਾ, ਕਿਸੇ ਦੇ ਗੋਡੇ ਲੱਗੇ ਮੋਢੇ ਲੱਗੇ, ਕੋਈ ਮੰਨੋ ਕੋਈ ਨਾ ਮੰਨੋ। ਅਤੇ ਅਸਲ ਵਿੱਚ ਦਾਸ ਪਹਿਲਾਂ ਸਿੱਖਣ ਵਾਸਤੇ ਆਏ ਹੈ, ਅਤੇ ਫਿਰ ਗੁਰੂ ਦੀ ਡਿਊਟੀ ਲਾਈ ਹੋਈ ਹੈ ਸੰਗਤ ਨੂੰ ਦੱਸਣਾ। ਇਹ ਡਿਊਟੀ ਹੈ ਗੁਰੂ ਦੀ, ਕਿਸੇ ਦੀ ਕੋਈ ਡਿਊਟੀ ਹੈ। ਕੋਈ ਬੈਠਾ ਠੇਕੇ 'ਤੇ ਸ਼ਰਾਬ ਵੰਡਦਾ ਹੈ, ਗੁਰਸਿੱਖਾਂ ਦੇ ਵੱਡੇ ਭਾਗ ਨੇ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਗੁਰਬਾਣੀ ਵੰਡਦੇ ਨੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਗੁਰਸਿੱਖਾਂ ਦੀ ਵੱਡੀ ਡਿਊਟੀ ਲਾਈ ਹੈ ਮਹਾਰਾਜ ਨੇ। ਇਹ ਡਿਊਟੀ ਵੱਡੀ ਹੈ। ਉਹ ਜ਼ਹਿਰ ਦਾ ਬਣ ਜਾਏ, ਇਹ ਅੰਮ੍ਰਿਤ ਦਾ ਬਣ ਜਾਏ। ਇਹ ਗੁਰਮੁਖਾਂ ਦੀ ਖੁਰਾਕ ਹੈ, ਉਹ ਮਨਮੁਖਾਂ ਦੀ ਖੁਰਾਕ ਹੈ। ਉਹ ਖੁਰਾਕ ਕੁੰਭੀ ਨਰਕਾਂ ਵਿੱਚ ਸਿੱਟਦੀ ਹੈ, ਇਹ ਖੁਰਾਕ ਸਿੱਧੀ ਸੱਚਖੰਡ ਲੈ ਕੇ ਜਾਂਦੀ ਹੈ। ਇਹ ਅੰਤਰ ਹੈ, ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਇਹਨਾਂ ਗੱਲਾਂ ਵਿੱਚ। ਸੋ ਉੱਥੇ ਫਿਰ ਮਹਾਰਾਜ ਦੀ ਬਾਣੀ ਹੀ ਆਪਣਾ ਆਸਰਾ ਹੈ, ਗੁਰਬਾਣੀ ਹੀ ਆਪਣਾ ਆਧਾਰ ਹੈ। ਗੁਰਬਾਣੀ ਤੋਂ ਆਪਾਂ ਸੱਜੇ ਖੱਬੇ ਨਹੀਂ ਜਾ ਸਕਦੇ। ਸੱਜੇ ਖੱਬੇ ਗੁਰਬਾਣੀ ਤੋਂ ਜਾਵਾਂਗੇ, ਮੈਨੂੰ ਮਾਫ਼ ਕਰਨਾ, ਠੋਕਰਾਂ ਖਾਵਾਂਗੇ, ਦੁੱਖ ਭੋਗਾਂਗੇ, ਫਿਰ ਇੱਕ ਦਿਨ ਮੁੜ ਕੇ ਇੱਥੇ ਹੀ ਆਉਣਾ। ਇਹਦਾ ਆਪਣੇ ਕੋਲੇ ਪ੍ਰਮਾਣ ਹੈ, ਇਤਿਹਾਸ ਹੈ। ਮੂਲੇ ਖੱਤਰੀ ਨੂੰ ਇਹ ਭੁੱਲ ਪੈ ਗਈ ਸੀ ਵੀ ਗੁਰੂ ਕੋਲੇ ਲੱਗ ਕੇ ਮੈਂ ਕੀ ਕਰਨਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਮੁੱਖ ਮੋੜਿਆ, ਅਤੇ ਮੁੱਖ ਮੋੜਿਆ ਫਿਰ ਠੋਕਰਾਂ ਖਾ ਕੇ, ਧੱਕੇ ਖਾ ਕੇ। ਫਿਰ 10ਵੇਂ ਪਾਤਸ਼ਾਹ ਮਹਾਰਾਜ ਦੇ ਚਰਨੀ ਉਹ ਰੂਹ ਆਤਮਾ ਡਿੱਗੀ ਕਿ ਨਾ ਡਿੱਗੀ। ਗੁਰਦੁਆਰਾ ਸ਼ਿਕਾਰ ਘਾਟ ਜਾ ਕੇ ਦਰਸ਼ਨ ਕਰ ਲਓ। ਕੋਈ ਕਿਸੇ ਨੂੰ ਡਰਾਉਣ ਵਾਸਤੇ ਨਹੀਂ, ਪ੍ਰੈਕਟੀਕਲ ਹੈ, ਰਿਐਲਿਟੀ ਹੈ।
इस करके हुणी मन लेना चाहिए। महाराज जी कहते हौली हौली करके की होवेगा, छिन छिन औध बिहात है फूटा घट जो पानी। तो इधर महाराज कहते छिन दिन ते पहर पहर ते घरियां आव घटै तन शीजै, काल अहेरी फिरै बदक ज्यों कहो कवन बिद कीजै। 100 दिन आवन लागा, आ गया वो दिन नेड़े, कित्थे भजेगा, वो बंदिया मौत नहीं जान दिंदी। मुड़ के हथ आउणा नी एक बारी लंघिया वेला, मुड़ के हथ आउणा नी एक बारी लंघिया वेला। हथ आउणा नी एक बारी लंघिया वेला, मुड़ के हथ आउणा नी एक बारी लंघिया वेला, मुड़ के हथ आउणा नी एक बारी लंघिया वेला, मुड़ के हथ आउणा नी एक बारी लंघिया वेला। मुड़ के हथ आउणा नी एक बारी लंघिया वेला, मुड़ के हथ आउणा नी एक बारी लंघिया वेला। हथ आउणा नी एक बारी लंघिया वेला, मुड़ के हथ आउणा नी एक बारी लंघिया वेला, मुड़ के हथ आउणा नी एक बारी लंघिया वेला, मुड़ के हथ आउणा नी एक बारी लंघिया वेला। इउं साध संगत महाराज जी ने बचन लिखे ने बाणी विच, कबीर लूटना है तो लूट लै, राम नाम है लूट, फिर पाछै पछताहोंगे प्राण जाहेंगे छूट। फिर जो शरीर च साह ही निकल गए फिर की कर सकता बंदा, ना बाणी पढ़ सकता, ना सतनाम वाहिगुरू कह सकता, कुछ नहीं कह सकता। ये तो वाहिगुरू ने ऐसी खेड बनाई है, जदों सवास चल रहे ने शरीर विच उदों प्रकाश है। आ संसार नूं वेखण वास्ते एक प्रकाश गुरु कोलों मिलता है, ज्ञान रूपी प्रकाश। वो प्रकाश वास्ते आपां संसार ते आए हैं। प्राणी तू आया लाहा लैण, लगा कित कुफकड़े सब मुकदी चली रैण। आयो सुनन पढ़न को बाणी, नाम विसार लगे अन लालच बिरथा जन्म प्राणी। नाम नूं विसार के तू बंदिया किहड़ी गल दा माण करदा, तेरा जन्म व्यर्थ जा रहा है। महाराज कहंदे बेकार दे विच जा रहा है, लाहे वाला सौदा नहीं कर रहा। महाराज कहंदे लाहे वाला सौदा है, किरत करदा होया परमात्मा की कीर्ति करे, दातां विच रहिंदा होया दाते नूं प्यार करे। दातां विचों दाता नज़र आउंदा बई, गुरु कोलों अखां मिल जांदियां ने, दातां दे विचों ही दर्शन हो जाते हैं दाते दे। ते फिर पदार्थ दे विच रहिंदा होया आ सिउना चांदी जमीनां जायदादां कंबाइनां ट्रैक्टर गड्डियां, ये सब पदार्थ है। साडा शरीर भी पदार्थ है। पदार्थ दे विच रहिंदा परमार्थ कमाई। परमार्थ की है? पूंजी है गुरसिख दी, दरगाह दी पूंजी है, इत्थे दी पूंजी है। इहां खाट चलो हर लाहा आगे बसम सुहेला। वो परमार्थ की है? कर इशनान सिमर प्रभ अपना, आ परमार्थ है। मन तन भये अरोगा, कोट बिघन लाथे प्रभ शरणा, प्रगटे भले संजोगा। अमृत वेले जाग के गुरु गुरु जपे, अमृत छकै भावें नहीं छकिया। सानू ये शुरू कर देना चाहिए, क्योंकि असी जिस चीज़ नूं फॉलो करांगे, जिहड़ी मंजिल ते असी जाना है, जे असी उधर नूं तुरांगे तो एक दिन सतगुरां ने साडी बांह फड़ लेनी है। सानू गुरु का पल्ला फड़ना पैना है, तो गुरु ने साडी बांह फड़ लेनी है। गुरु कदे बांह छड्डदा नहीं, दुनियादार होर तरह का वरताव करते हैं। गुरु कदे बांह नहीं छड्डदा, गुरु का पल्ला फड़ बई सिखा, तो फिर गुरु गुरु जपना शुरू कर दे। ये परमार्थ है। पदार्थ दे विच परमार्थ कमाउणा, इहदे वास्ते आपां संसार ते आए हैं। माफ़ करना, आ जिहड़े पुट्ठे सीधे जे काम आपां दिन रात करी जाने ना, इन्हां वास्ते बंदा नहीं बनाया। इसे करके महाराज ने गुरबाणी बनाई, सानू सोझी देण वास्ते, सानू समझाउण वास्ते भी बंदा अपने असली मार्ग तो थिड़क गया, भटक चुक्या है। ये अपना अपनी जिंदगी का जिहड़ा जरूरी कारज सी, उहदे नालों कोहां दूर चलिया गया। क्यों चलिया गया? उहदा इक्को ही कारण है, बहुते कारण नहीं हैगे। बंदा मैं करन लग गया, तू ही छड्ड बैठा, गल इन्नी हो है बस। इहने आखना सी तू ही तू,
ਧੰਨ ਗੁਰੂ ਨਾਨਕ ਦੇਵ ਸਾਹਿਬ ਨਿਰੰਕਾਰ ਸਰੂਪ ਪਰਮਾਤਮਾ ਤੂੰ ਹੀ ਤੂੰ, ਪਰ ਇਹ ਕਹਿੰਦਾ ਮੈਂ ਮਹਾਰਾਜ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਫਿਰ ਵਾਹਿਗੁਰੂ ਆਪਣੇ ਸਿੱਖ ਦੇ ਕਾਰਜ ਸਵਾਰਦਾ ਹੈ, ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ, ਜਹ ਜਾ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ, ਉਸੇ ਵੇਲੇ ਆ ਕੇ ਕਰਦਾ ਹੈ। ਐਡਾ ਵੱਡਾ ਗੁਰੂ ਹੈ, ਉਸ ਗੁਰੂ ਤੇ ਆਪਾਂ ਭਰੋਸਾ ਕਰੀਏ, ਵਿਸ਼ਵਾਸ ਕਰੀਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਐ ਗੁਰਸਿੱਖਾ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਵੇਲਾ ਹੈ, ਉਹਦਾ ਸਿਮਰਨ ਕਿਉਂ ਨਹੀਂ ਕਰਦਾ? ਤੂੰ ਹੀ ਕਿਉਂ ਨਹੀਂ ਜਪਦਾ? ਸਤਨਾਮ ਵਾਹਿਗੁਰੂ ਕਿਉਂ ਨਹੀਂ ਜਪਦਾ? ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ, ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇ ਥਾਓ। ਨਿਥਾਵਿਆਂ ਨੂੰ ਥਾਂ ਮਿਲਦਾ ਹੈ, ਜਿਨ੍ਹਾਂ ਨੂੰ ਲੋਕੀ ਆਖਦੇ ਸੀ ਨਾ ਕੁੜਮਾਂ ਦੇ ਘਰੇ ਭਾਂਡੇ ਮਾਂਜਦਾ, ਕੁੜਮਾਂ ਦੇ ਘਰੇ ਟੁੱਕ ਖਾਂਦਾ, ਟੁਕਰੇ ਖਾਂਦਾ ਫਿਰਦਾ, ਅਮਰੂ ਨਿਥਾਵਾਂ, ਅਤੇ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਨਿਥਾਵਿਆਂ ਦੇ ਥਾਂ, ਨਿਤਾਣਿਆਂ ਦੇ ਤਾਣ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਘਰਿਆਂ ਦਾ ਘਰ। ਕਿੰਨੇ ਵਰ ਦਿੱਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਕਦੋਂ? ਜਦੋਂ ਮਿੱਠੇ ਪਰਮਾਤਮਾ ਦੇ ਮਿੱਠੇ ਗੁਣ ਗਾਏ, ਸੇਵਾ ਕਰਕੇ, ਸਿਮਰਨ ਕਰਕੇ, ਹੁਕਮ ਵਿੱਚ ਰਹਿ ਕੇ, ਸੁੱਖਾਂ ਅਤੇ ਦੁੱਖਾਂ ਨੂੰ ਅੰਮ੍ਰਿਤ ਕਰਕੇ ਪੀ ਲੈਣਾ। ਕੀ ਖਿਆਲ ਹੈ? ਗੁਰੂ ਅਮਰਦਾਸ ਮਹਾਰਾਜ ਨੇ ਇਕੱਲੀ ਸੇਵਾ ਕੀਤੀ ਸੀ? ਨਹੀਂ, ਮਹਾਰਾਜ ਦੀ ਜ਼ਿੰਦਗੀ ਵਿੱਚ ਉਹ ਝੱਖੜ ਝੁੱਲੇ ਸੀ ਜਿਹੜੇ ਪਰਚੇ ਵਿੱਚੋਂ ਕੋਈ ਪਾਸ ਨਹੀਂ ਸੀ ਹੋ ਸਕਦਾ ਜਣਾ ਖਣਾ, ਉਹ ਝੱਖੜਾਂ ਵਿੱਚੋਂ ਦੀ ਲੰਘੇ ਸੀ ਗੁਰੂ ਅਮਰਦਾਸ ਮਹਾਰਾਜ। ਸੋ ਉੱਥੇ ਫਿਰ ਸਤਿਗੁਰ ਜੀ ਇਹਨਾਂ ਬਚਨਾਂ ਨੂੰ ਸਾਡੀ ਝੋਲੀ ਪਾਉਂਦੇ ਨੇ ਵੀ ਸਿੱਖਾ ਗੁਰੂ ਦੀ ਬਾਣੀ ਨਾਲ ਜੁੜ, ਇਹ ਵੇਲਾ ਹੈ, ਇਹ ਵੇਲਾ ਬੀਤ ਗਿਆ, ਮੁੜ ਕੇ ਤੇਰੇ ਹੱਥ ਇਹ ਵੇਲਾ ਲੱਗਣਾ ਨਹੀਂ। ਵੇਖੋ ਬੰਦਾ ਜਿਹੜਾ ਹੈ ਉਹ ਆਪਾਂ ਸ਼ਾਮ ਨੂੰ ਸੌਂਦੇ ਹਾਂ, ਸ਼ਾਮ ਨੂੰ ਜਦੋਂ ਆਪਾਂ ਸੌਂਦੇ ਹਾਂ ਗੁਰੂ ਦੀ ਕਿਰਪਾ ਨਾਲ ਸਵੇਰੇ ਅੱਖ ਖੁੱਲ੍ਹ ਜਾਂਦੀ ਹੈ। ਕਈ ਅੰਮ੍ਰਿਤ ਵੇਲੇ ਜਾਗਦੇ ਨੇ, ਕਈ ਉਹ ਤੋਂ ਲੇਟ ਜਾਗਦੇ ਨੇ, ਉਹ ਵੱਖਰਾ ਵਿਸ਼ਾ ਹੈ। ਤਾਂ ਗੁਰੂ ਦੀ ਕਿਰਪਾ ਨਾਲ ਆਪਾਂ ਉੱਠ ਖੜ੍ਹਦੇ ਹਾਂ, ਅਤੇ ਸਵੇਰੇ ਜਦੋਂ ਕੋਈ ਬੁਲਾਉਂਦਾ, ਮਾਂ ਬੁਲਾਉਂਦੀ ਹੈ, ਘਰ ਵਾਲੀ ਬੁਲਾਉਂਦੀ ਹੈ, ਭੈਣ ਭਰਾ ਬੁਲਾਉਂਦਾ, ਆਪਾਂ ਬੋਲ ਪੈਂਦੇ ਹਾਂ। ਇੱਕ ਦਿਨ ਆਉਂਦਾ ਹੈ, ਇੱਕ ਸਮਾਂ ਆਉਂਦਾ ਹੈ, ਕਿਤੇ ਬੰਦਾ ਸੁੱਤਾ ਅਤੇ ਸਾਧ ਸੰਗਤ ਸੁੱਤਾ ਤਾਂ ਸਵੇਰ ਵੇਲੇ ਜਦੋਂ ਉਹਨੂੰ ਜਗਾਇਆ ਉਹ ਨਾ ਜਾਗਿਆ ਅਤੇ ਨਾ ਜਦੋਂ ਉਹਨੂੰ ਬੁਲਾਇਆ ਨਾ ਉਹ ਬੋਲਿਆ। ਇੱਕ ਪਿੰਡ ਦੇ ਵਿੱਚ ਐਸੇ 2-2 3-3 ਕੇਸ ਨੇ। ਅੱਜ ਜਿਹੜੀ ਅੰਤਮ ਅਰਦਾਸ 'ਤੇ ਆਪਾਂ ਪਹੁੰਚੇ ਹਾਂ ਇਹ ਵੀ ਉਹੀ ਹੈ। ਸਤਿਗੁਰਾਂ ਦੀ ਬਾਣੀ ਝੂਠੀ ਨਹੀਂ ਹੈ, ਗੁਰਬਾਣੀ ਸਤ ਸਰੂਪ ਹੈ। ਸੁਣੋ, ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਹੋ, ਇੱਕ ਦਿਨ ਐਸਾ ਸੌਂ ਜਾਏਗਾ। ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਤਾਂ ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ। ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਹੋ, ਇੱਕ ਦਿਨ ਐਸਾ ਸੌਂ ਜਾਏਗਾ। ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਤੂੰ ਤਾਂ ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਕਿਸੇ ਦਾ ਬੁਲਾਇਆ ਨਹੀਂ ਹੋ ਬੋਲਣਾ, ਇੱਕ ਦਿਨ ਐਸਾ ਸੌਂ ਜਾਏਗਾ। ਤੂੰ ਤਾਂ ਕਿਸੇ ਦਾ ਬੁਲਾਇਆ
प्यारे एक दिन ऐसा समझेगा, मेरे प्यारे एक दिन ऐसा समझेगा। प्यारे एक दिन ऐसा समझेगा, मेरे प्यारे एक दिन ऐसा समझेगा। प्यारे एक दिन ऐसा समझेगा, मेरे प्यारे एक दिन ऐसा समझेगा। भोलिया एक दिन ऐसा समझेगा, भोलिया एक दिन ऐसा समझेगा। भोलिया एक दिन ऐसा समझेगा, भोलिया एक दिन ऐसा समझेगा। भोलिया एक दिन ऐसा समझेगा, भोलिया एक दिन ऐसा समझेगा। तू तो किसे दा बुलाया नहीं हो, बोलना बुलाया नहीं हो बोलना, एक दिन ऐसा समझेगा। तू तो किसे दा जगाया नहीं हो जागना, एक दिन ऐसा समझेगा। किसे दा बुलाया नहीं हो बोलना, एक दिन ऐसा समझेगा। तू तो किसे दा जगाया नहीं हो जागना, एक दिन ऐसा समझेगा। तू तो किसे दा बुलाया नहीं हो बोलना, एक दिन ऐसा समझेगा। तू तो किसे दा जगाया नहीं हो जागना, एक दिन ऐसा समझेगा। कबीर सूता क्या करे, कबीर सूता क्या करे, उठ के न जपै मुरार, एक दिन सोबन होएगो। एक दिन सोबन होएगो, लांबे गोड़ पसार, कबीर सूता क्या करे। कबीर सूता क्या करे, जाग रोए पै दुख, जाका बासा गोर में। जाका बासा गोर में, जाका बासा गोर में, सो क्यों सोवे सुख, कबीर सूता क्या करे। ਜਿਹੜਾ ਦੂਜਾ ਸ਼ਲੋਕ ਆਪਾਂ ਪੜ੍ਹਿਆ ਨਾ, ਉਹਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਜਿਹੜੇ ਸਰੀਰ ਦਾ ਬਾਸਾ ਹੀ ਸਿਵੇ ਨੇ, ਉਹ ਆਰਾਮ ਨਾਲ ਮਨਮਾਨੀਆਂ ਕਰਦਾ ਫਿਰੇ, ਬਦਫੈਲੀਆਂ ਕਰਦਾ ਫਿਰੇ। ਇਹ ਸੌਣ ਦਾ ਵੇਲਾ ਨਹੀਂ ਸਿੱਖਾ, ਇਹ ਜਾਗਣ ਦਾ ਵੇਲਾ ਹੈ। ਮਹਾਰਾਜ ਬੰਦਾ ਕਿਵੇਂ ਸੌਂ ਗਿਆ? ਮਹਾਰਾਜ ਕਹਿੰਦੇ ਜਾਗਦਾ ਹੀ ਸੌਂ ਗਿਆ। ਉਸ ਤਰ੍ਹਾਂ ਤੁਰਿਆ ਫਿਰਦਾ, ਕਹਿੰਦੇ ਉਸ ਤਰ੍ਹਾਂ ਸੁੱਤਾ ਹੈ। ਵੇਖੋ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜੇ ਇਹ ਸਾਡੇ ਸਮਝ ਵਿੱਚ ਆ ਗਈ, ਲਿਖ ਲਓ ਇਸ ਗੱਲ ਨੂੰ, ਮੈਂ ਲਿਖਤੀ ਰੂਪ ਵਿੱਚ ਦੇ ਸਕਦਾ। ਜੇ ਇਹ ਗੱਲ ਅਸੀਂ ਪਕੜ ਗਏ, ਅਸੀਂ ਕਦੇ ਵੀ ਮਨੁੱਖਾ ਜੀਵਨ ਦੀ ਬਾਜੀ ਹਾਰਾਂਗੇ ਨਹੀਂ, ਫਿਰ ਅਸੀਂ ਡੁੱਬਾਂਗੇ ਨਹੀਂ, ਭਵਜਲ ਦੇ ਵਿੱਚ ਤਰ ਜਾਵਾਂਗੇ। ਗੁਰੂ ਕਿਰਪਾ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਰਨਾ ਆਪਾਂ ਨੂੰ। ਨੋਟ ਰੱਖਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਕੱਲਾ ਮੱਥਾ ਟੇਕਣ ਵਾਸਤੇ ਨਹੀਂ, ਉਹ ਸਿੱਖਾ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨ ਲੈ ਕਦੇ ਜ਼ਿੰਦਗੀ 'ਚ। ਮੱਥਾ 2 ਵਾਰੀ ਟੇਕ ਜਾਂਦਾ, ਸ਼ਾਮ ਨੂੰ ਠੇਕੇ 'ਤੇ ਭੱਜ ਜਾਂਦਾ। ਕਿਹੜਾ ਪਾਸਾ ਮੰਨਦਾ? ਕਿਹੜਾ ਧਰਮੀ ਵਾਲਾ ਪਾਸਾ ਕਿਹੜਾ ਹੈ? ਸਿੱਖੀ ਵਾਲਾ ਕੋਈ ਪਾਸਾ ਕਿਹੜਾ ਹੈ? ਸਿੱਖ ਉਹ ਹੁੰਦਾ ਜਿਹੜਾ ਗੁਰੂ ਦੀ ਕੋਈ ਗੱਲ ਤਾਂ ਮੰਨੇ ਨਾ। ਜੇ ਗੱਲ ਹੀ ਨਹੀਂ ਮੰਨਣੀ, ਫਿਰ ਅਸੀਂ ਕੀ ਮੰਨਿਆ? ਗੁਰੂ ਨੂੰ ਕੁਛ ਵੀ ਨਹੀਂ ਮੰਨਿਆ। ਸੋ ਉੱਥੇ ਫਿਰ ਉਹ ਕਿਵੇਂ ਸੌਂ ਗਿਆ ਮਹਾਰਾਜ ਬੰਦਾ? ਭਗਤ ਜੀ ਕਹਿੰਦੇ ਜਾਗਤ ਸੋਇਆ ਜਨਮ ਗਵਾਇਆ। ਆ ਪਿਆ ਲਿਖਿਆ, ਜਿਵੇਂ ਆਪਾਂ ਸੁੱਤੇ ਪਏ ਹਾਂ ਨਾ, ਪਹਿਲਾਂ ਮੈਂ ਸੁੱਤਾ ਪਿਆ,
ਫਿਰ ਤੁਹਾਡੇ 'ਚ कुछ जागदियां रूहां होणगियां, ज़्यादा नहीं, बाकी सुत्ता है संसार। अखां खुल्लियां ने, पिया सुत्ता है। क्यों? जे गुरु नूं प्यार ही नहीं कीता ना, अखां ही खुल्लियां ने, उस तरह सुत्ता पिया। उहनूं अगियान कहिंदे ने। अगियान दे विच सुत्ता पिया। अगियान दे विच कदे भी सुख नहीं। तुसीं बैटरी लैके लभण लग जाओ, अगियान विच सुख नहीं, क्योंकि हनेरा है। हनेरे दे विच हमेशा ठोकरां हुंदियां ने। आपां गड्डी लई जाने रोड ते, गड्डी लई जाने, लाइटां लगियां ने, सफ़र है जिहड़ी यात्रा है ना, स्वाद आ जाता भी लाइटां हैगियां, दिसदा सारा कुछ। अचनचेत किते जमीन बाहुंदे आ, ट्रैक्टर बाहुंदे आ, गड्डी चलाउंदे आ, अचनचेत फाल्ट आ गया, लाइटां बुझ गईयां। अपने मन नूं पुछो भी उही स्वाद आउंदा यात्रा दा? उवें लगदा ट्रैक्टर बाहुणा? नहीं, हनेरा पै जांदा, बंदा कहंदा रोक लईए। सूरज चढ़िया, स्वाद वखरा यात्रा दा। धुंध पै जावे, 2 किलोमीटर भी बंदे नूं 40 कोह बन जाता है। बस उही हाल किते अपना है। धुंध पई है जिंदगी दे विच, अगियान दी, विषे विकारां दी, पुट्ठे कम्मां दी। जिहड़ा बंदा 50 साल दा हो गया, उहने सारे धक्के खा लए, हुण छड्ड दे, हुण गुरु दी मन लै। बेड़ा नेड़े है। 184 भ्रम ते आ, दुलभ जन्म पायो ओए, नानक नाम संभाल तूं 100 दिन नेड़ा आयो ओए। देख फरीदा जे थीआ, दाढ़ी होई भूर, काले तुर गए किते। भूर का अर्थ है चिट्टी दाढ़ी हो गई। तेनों मैसेज दे रही है भी हुण समा तेरे कोले ज़्यादा नहीं, समा हुण नेड़े है। पिछा अगों नेड़ा आया, पिछा रहा दूर। अगों नेड़े का भाव है भी सिवियां दे नेड़े लग गया। हुण काम मुक्के ही पिया। किवें हो गया? ये मर्यादा है, ये वाहिगुरू ने खेड रची है। दिन चढ़े फिर आथवै, रैन सवाई जाए। कहते जदों सूरज चढ़ गया, उन्हें छिपना ही छिपना है। ਉਹਦਾ ਤਾਂ टाइम बध्या होया, महाराज ने ਉਹਦਾ टाइम बन्निया भी इन्ने बज के इन्ने मिनट ते छिपना है। आ शरीर वाले सूरज का इउं नहीं पता भी कदों छिप जे। ये सड़क ते जांदा मोटरसाइकिल गड्डी नाल वज्जिया, ਉਹ छिप गया। ये तो तुरया जांदा बच्चा, पानी दे विचों दी बच्चा तुरया जांदा है, खंभे दे नाल हत्थ लग गया, करंट आया सी खंभे दे विच। तुसीं भी देखिया होना मोबाइलां ते, मैं भी वेखदा। साइकिल ते चढ़िया सी बच्चा ते पानी दे विच ही डिग गया, सोटियां दे नाल परे कीता ते लुटकदा चुक के ले गए मापे। ਇਹਦਾ पता नहीं है कदों रुस जे, कदों सद्दा आ जावे। मिरत हसै सिर ऊपर है, पशुआ नहीं बूझै। बाद साध अहंकार मह मरना नहीं सूझै। ये तो मौत हस रही है सिर ते, पता नहीं किहड़े वेले गराही बना लवे। वो बंदिया कोई तैयारी रख। गुरु अर्जन देव साहब महाराज सतगुरु सच्चे पातशाह, शांति दे पुंज शहीदां दे सरताज सतगुरु जी, श्री अंमृतसर साहब की धरती, ब्रह्म ज्ञानी बाबा बुढ़ा साहब, भाई गुरदास जी गुरु घर दे बेद व्यास ते होर महाराज दे प्यारे प्यारे ब्रह्म ज्ञानी गुरसिख ते उन्हां दे विच सतगुरां दे महल जीवन साथी धर्म सपत्नी सत्कारयोग माता गंगा जी, सारी संगत वड्डा इकट्ठ संगतां दा महाराज दी हजूरी विच बैठे ने। ते जदों हजूरी विच बैठे ने तां सतगुरां ने बचन शुरू कीते। गुरमत दी दात झोली विच पैंदी है, गुरबाणी नाल जुड़िया। क्योंकि गुरु अर्जन देव साहब महाराज जी नूं बचन सी नाना गुरु दे। कईयां नूं सिੱਖੀ विरसे विचों मिलती है, कईयां नूं गुरसिੱਖੀ गुरमुख प्यारिਆਂ तो मिलती है। कोई दोस्त मित्र मिलिया, गुरु का प्यारा मिलिया, कुराहे पए नूं बांह तो पकड़िया, तू किहड़े पासे चलिया, इधर तो जिंदगी बर्बाद हो जाती है, नरकां दे कुंभी नरकां विच डिग जाईदा। तो उन्हें किते समय दे सिर संभल गया, बचन मन ले तो गुरु चरनां नाल जोड़ दिता गुरसिख प्यारिਆਂ ने। गुरु का सिख वो है जिहड़ा सानूं शब्द नाल गुरु की बाणी नाल जोड़ दिंदा है, आप पासे हो जाता है। इहनूं परोपकार कहंदे ने। ये परोपकारी गुरसिखां दे हिस्से आउंदा। किसी नूं अमृत छका देना, गुरु की बाणी नाल जोड़ देना, किसी दे घरे नितनेम की अमृत वरखा होनी, सेवा दे विच जोड़ देना, बंदगी विच ला देना। तां फिर उत्थे महाराज जी ये बचन सुना रहे ने। कहंदे कई बार मनुख नूं ये वहम हो जाता है, भरम पै जाता है भी शायद ਜਿਹੜੇ मैं कपड़े पहने ने, इन्हां कपड़िਆਂ ਦੀ वैल्यू है, मैं सब तो महंगे कपड़े पाए ने, मैं ਕੰਨਾਂ ਵਿੱਚ ਸਿਉਨਾ ਪਾਇਆ, ਮੇਰੇ ਘਰੇ ਕਬੈਨਾ ਨੇ, ਜਾਂ मैं बहुत ਵੱਡੀ नौकरी ਤੇ ਲੱਗਿਆ, मैं बहुत ਵੱਡੇ ਅਹੁਦੇ ਦਾ ਮਾਲਕ ਹਾਂ। शायद ਮਨੁੱਖ ਨੂੰ ਇਹ ਵਹਿਮ ਹੋ ਜਾਂਦਾ ਇਹ ਚੀਜ਼ਾਂ ਕੁਛ ਹੱਦ ਤੱਕ, ਇਹਨਾਂ ਚੀਜ਼ਾਂ ਦੀ वैल्यू है कुछ हद तक। जिमें माया है, कोई अहुदा है, ये सारा कुछ हद तक है, पर ये सब कुछ नहीं है। ਆਪਾਂ ਜਿਹੜੇ ਕਾਰਜ ਵਾਸਤੇ ਸੰਸਾਰ ਤੇ ਆਏ ਆ, ਇਹ ਉਹ ਸਭ ਕੁਝ ਨਹੀਂ ਹੈ। ਕਿਉਂ? ਇਹ ਤਾਂ ਬੜਾ ਸੌਖਾ ਸਮਝ ਵਿੱਚ ਆ ਜਾਂਦਾ ਹੈ। ਜੇ ਹੁਣ ਅਸੀਂ ਮਾਇਆ ਨੂੰ ਸਭ ਕੁਝ ਸਮਝ ਬੈਠੇ,
भी माया कमाओ, प्रॉपर्टी बनाओ चंगी गल है, हक सच दी बनाओ, पराया हक ना खाओ, गरीब का हक ना मारो, इस तरह बनाओ, दिन रात बनाओ, मेहनत करके नौकरियां ते लग जाओ, बाहरली कंट्री चले जाओ। पर असी जिंदगी विच मान लो करोड़ रुपया असी जमा कैश कर लिया, करोड़ रुपया साढ़े कोले कैश है, वाहिगुरू की खेड वरतदी है, किते इकलौता बेटा तो वह बीमार पै गया, हस्पताल ले गए, माया कुछ हद तक है, हस्पताल गए, डॉक्टर ने ट्रीटमेंट शुरू कर दिता, एडमिट हो गया तो कई दिन रखिया, तो बच्चे की सेहत है जी डाउन होंदी जाती है, मशीनां जवाब दिंदियां जांदियां ने, तो प्यो भी कोल खड़ा है, तो हुण प्यो करोड़ रुपये का चैक भरी खड़ा है, डॉक्टर नूं कहंदा डॉक्टर साहब आ मैं जिंदगी भर की कमाई तेरे हत्थ फड़ाउणा, तू मेरे पुत्त नूं बचा लै। तो डॉक्टर कहंदा सॉरी, घरे ले जाओ, सेवा कर लो, अपना पैसा लुटाओ ना, हुण मेरे वस विच गल नहीं, किते भी जाओगे तुहानूं यही जवाब मिलेगा। हुण माया कुछ हद तक सी, जिथे तक उहदी पहुँच सी माया दी, उहने काम कीता, पर जिथे खेड सवासां दी आ जांदी है, उत्थे फिर माया दे नाल सवास नहीं मिलते। आखो सतनाम श्री वाहिगुरू। इस करके सवासां दे मालक कोल चलीए। अंब बड़ा मिठा है, एक बंदा अंब चूप रहा है, वो कहता भी आह किन्ना मिठा अंब है, किन्ना मिठा अंब है। उत्थे तुहाडे वर्गा सियाणा सज्जण आ गया, उन्हें मोढे तो हिला के कहते की होया, की बोली जाना, कहता वेखो जी किन्ना मिठा अंब है, किन्ना मिठा अंब है। कहते ठीक है, वो हसन लग गए, कहते जी हसदे क्यों, कहते कमले आ तू तो इत्थे ही रुक गया, अगे चल। कहता जी मैं समझिया नहीं। कहते जिन्हें अंब दे विच मिठास पाया वो किन्ना मिठा है। आखो सतनाम श्री वाह। बस ये इशारे ने, जे पकड़ विच आ जाण। जागत सोया जन्म गवाया, साध संगत ये जागदा ही सौ जाता, अपना जन्म गवा लैंदा है। माल धन जोरिया भया पराया, कहो कबीर सेई तेई नर भूले, खसम विसार माटी संग रूले। इउं आपां रुलना नहीं है। तो कहते जिस वाहिगुरू ने अंब दे विच मिठास पाया, वो वाहिगुरू किन्ना मिठा होना है। दात दे नालों दाता प्यारा है। आपां दाते तक नहीं पहुँचते, दाते तक पहुँचना आपां ने। तो फिर उत्थे गुरु अर्जन देव साहब जी महाराज ये बचन कहते हैं संगत नूं, कहते बंदा कई बार भुल जाता है भी शायद कपड़े की वैल्यू है नहीं, जिमें ना फिर समझाउंदे ने महाराज, हजूरी विच संगत बैठी है, सतगुरां नूं विरसे दे विचों ये दात मिली। नाना गुरु अमरदास महाराज जी कोलों, अपने विच भी वो गुरसिख बैठे ने, जिन्हां दे पुरखे जिन्हां दे बजुर्ग बाणी पढ़ते सी, अगे पुत्त पढ़न लग गए, पोतरे पढ़न लग गए, बच्चे बच्चियां पढ़न लग गए। जिवें प्यो नूं ट्रैक्टर चलाउंदे नूं वेख के बच्चा सिख गया, उन्होंने सीखण की लोड़ नहीं पई, प्यो नूं वेख के सीख गया भी मेरा डैडी इस तरह चलाउंदा है। गड्डी चलाउण सीख गया, मोटरसाइकिल चलाउण सीख गया। माँ नूं प्रशादे पकाउंदे, भांडे मांजदे, प्रैस करदे, पोचे लाउंदे वेख के धी सीख गई, उन्होंने पुछना ही नहीं पिया, वेख वेख के सीख गई। एक चीज़ नहीं आपां सिੱਖੇ, क्यों जे वो घर विच हुंदी तां सिੱਖਦੇ, जे जदों घर विच ही नहीं तां सिੱਖੇ कित्थों। गुरबाणी किवें पढ़नी है, गुरबाणी नूं किवें कमाउणा है, ये चीज़ साडे घर च है ही नहीं। माफ़ करिओ, कोठी ते करोड़ रुपया लाता कोई गल नहीं, चंगी गल है, तुसीं अपनी किरत करके लाया है। पर जे कोठी दे विच गुरु की महिमा नहीं है ना, महाराज जी दे बचन ने, महाराज जी दे बचन ने, भली सुहावी छापरी जामह गुण गाए, कित ही कामना धौ लहर जित हर बिसराए। जिथै नाम जपीए प्रभ प्यारे, से आसथिल सोएन चौबारे, जिथै नाम ना जपीए मेरे गोविंदा, सेई नगर उजाड़ी जियो। आ लिखे पे ने बचन महाराज ने। कोशिश करो अपनी हवेली विच, अपनी कोठी विच, अपने कच्चे पक्के मकान दे विच गुरु की महिमा, नितनेम सिमरन, गुटका साहब, बंदगी गुरु की, परोपकार, निमरता, दया, ये शुभ गुण होने बहुत जरूरी ने। नहीं कला कपड़ियां दा बंदा है, बंदे वाले गुण नहीं उहदे चाहेगे, भी बंदे दे विच गुण की होने चाहिए ने। सो इस करके गुरु जी ने उत्थे बचन किया बई जिवें एक बच्चा स्कूल विच जांदा है, समझण की कोशिश करनी है। बच्चा स्कूल विच जांदा है, आपां ट्रैक्टर बाहुने आ, जमीन वाह रहे हैं, एक फौज दे विच फौजी जवान भर्ती है। इन्हां तिन्नां दा उदाहरण देवां। बच्चा स्कूल विच पढ़न जांदा है, ਉਹਦਾ कोई भाव है, स्कूल विच पढ़न जांदा है, उत्थे स्कूल विच ਉਹਦੇ बैग दी, ਉਹਦੀ यूनीफॉर्म दी, ਉਹਦੇ बूट दी, ਉਹਦੇ शूज दी ਉਹਦੀ वैल्यू नहीं है। टीचर नूं पुछो भी सर जी
ਬੱਚਾ ਸਕੂਲ ਆਉਂਦਾ, ਵੈਲਿਊ ਕਿਸ ਚੀਜ਼ ਦੀ ਹੈ? ਉਹਦਾ ਜਵਾਬ ਹੋਵੇਗਾ ਸਾਲ ਭਰ ਜਦੋਂ ਬੱਚਾ ਪੜ੍ਹੇਗਾ, ਜਦੋਂ ਪੱਕੇ ਪੇਪਰ ਹੋਣਗੇ, ਵੈਲਿਊ ਇਸ ਚੀਜ਼ ਦੀ ਹੋਵੇਗੀ ਐਗਜ਼ਾਮ ਦੇ ਵਿੱਚੋਂ ਨੰਬਰ ਕਿੰਨੇ % ਲੈਂਦਾ ਹੈ। ਵੈਲਿਊ ਇਸ ਚੀਜ਼ ਦੀ ਹੋਵੇਗੀ, ਨਾ ਕਿ ਉਹਦੀ ਵਰਦੀ ਦੀ, ਨਾ ਉਹਦੇ ਕਿਤਾਬਾਂ ਦੀ, ਨਾ ਉਹਦੇ ਕਿਸੇ ਚੀਜ਼ ਦੀ ਵੈਲਿਊ ਨਹੀਂ ਹੈ ਉੱਥੇ। ਹਾਂ, ਉਹਦੇ ਮੁਤਾਬਕ ਅਨੁਸ਼ਾਸਨ ਦੇ ਨਿਯਮ ਦੇ ਮੁਤਾਬਕ ਉਹਨੇ ਪਹਿਨਣਾ, ਪਰ ਉਹਦੀ ਇੰਨੀ ਵੈਲਿਊ ਨਹੀਂ ਜਿੰਨੀ ਨੰਬਰਾਂ ਦੀ ਹੈ। ਫੌਜ ਦੇ ਵਿੱਚ ਜਵਾਨ ਗਿਆ, ਉਹਨੇ ਕਿਹੋ ਜਿਹੀ ਯੂਨੀਫਾਰਮ ਪਾਈ ਹੈ, ਉਹਦੇ ਕੋਲ ਕਿਹੜਾ ਅਸਲਾ ਹੈ, ਉਹ ਕਿਹੋ ਜਿਹਾ ਜਵਾਨ ਹੈ, ਕਿੰਨੀ ਉਹਦੀ ਹਾਈਟ ਹੈ, ਇਹ ਚੀਜ਼ ਦੀ ਵੈਲਿਊ ਨਹੀਂ ਹੈ ਉੱਥੇ। ਜਿਹੜੇ ਫੌਜ ਵਿੱਚ ਜਵਾਨ ਨੇ ਉਹਨਾਂ ਨੂੰ ਪੁੱਛੋ ਵੈਲਿਊ ਕਿਸ ਚੀਜ਼ ਦੀ ਹੈ? ਕਹਿੰਦੇ ਜਿਸ ਦਿਨ ਮੁਕਾਬਲਾ ਹੋਇਆ ਦੁਸ਼ਮਣ ਦੇ ਨਾਲ, ਨਿਸ਼ਾਨਾ ਮੱਥੇ ਦੇ ਵਿਚਕਾਰ ਮਾਰਦਾ ਕਿ ਸੱਜੇ ਖੱਬੇ ਲੰਘਾਉਂਦਾ, ਵੈਲਿਊ ਨਿਸ਼ਾਨੇ ਦੀ ਹੈ ਪਿਆਰ ਵਾਲਿਓ। ਵੈਲਿਊ ਵਾਹਣ ਦੇ ਵਾਹਣ ਦੀ ਨਹੀਂ ਹੈ, ਟਰੈਕਟਰ ਕਿੱਡਾ ਵੱਡਾ ਜੌਂਡੀਅਰ ਹੈ, ਅਰਜਨ ਹੈ ਜਾਂ ਕਿਹੜਾ ਹੈ, ਵੈਲਿਊ ਉਸ ਚੀਜ਼ ਦੀ ਨਹੀਂ। ਕੀਮਤ ਉਸ ਚੀਜ਼ ਦੀ ਹੈ ਵੀ ਇਹਨੂੰ ਵਾਹ ਕੇ ਜਿਹੜੀ ਫਸਲ ਬੀਜੇਗਾ ਉਹ ਕਿੰਨੇ ਮਣ ਦੀ ਨਿਕਲਦੀ ਹੈ, ਝਾੜ 'ਤੇ ਜਾ ਕੇ ਵੈਲਿਊ ਹੈ। ਇਹ ਨਹੀਂ ਹੈ ਹੁਣ ਆਪਾਂ ਸਾਰੀ ਜ਼ਿੰਦਗੀ ਲੋਹਾ ਵੀ ਇਕੱਠਾ ਕਰਿਆ, ਸੋਨਾ ਵੀ ਇਕੱਠਾ ਕਰਿਆ, ਕਰ ਲਓ ਜਿੰਨਾ ਹੁੰਦਾ ਕਰ ਲਓ, ਮਿਹਨਤ ਹੈ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ। ਗੁਰੂ ਦੀ ਬਾਣੀ ਨਹੀਂ ਇਸ ਚੀਜ਼ ਨੂੰ, ਹਾਲਾਂਕਿ ਆਪਾਂ ਗੁਰੂ ਸਾਹਿਬ ਨੇ ਸਾਨੂੰ ਕਿਰਤ ਦੇ ਵਿੱਚ ਅਤੇ ਗ੍ਰਸਤ ਦੇ ਵਿੱਚ ਰਹਿਣਾ ਸਿਖਾਇਆ ਵੀ ਇਸ ਤਰ੍ਹਾਂ ਰਹਿਣਾ, ਉਹ ਵਿਸ਼ਾ ਵੱਖਰਾ ਹੈ। ਅੱਜ ਦੇ ਵਿਸ਼ੇ ਵਿੱਚ ਉਹ ਵਿਚਾਰ ਨਹੀਂ ਆ ਸਕਦੀ। ਕਦੇ ਖੁਸ਼ੀ ਦੇ ਸਮੇਂ ਵਿੱਚ ਆਏ ਤਾਂ ਆਪਾਂ ਉਹ ਵਿਚਾਰ ਕਰ ਸਕਾਂਗੇ ਵੀ ਕਿਰਤੀ ਕਿਹੋ ਜਿਹਾ ਹੋਣਾ ਚਾਹੀਦਾ, ਗ੍ਰਸਤੀ ਕਿਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਵਿਸ਼ਾ ਵੱਖਰਾ ਹੈ। ਅਤੇ ਸਤਿਗੁਰਾਂ ਨੇ ਸਾਨੂੰ ਕਰਕੇ ਵਿਖਾਇਆ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹਲ ਵਾਹ ਕੇ ਦਿਖਾਇਆ, ਗੁਰੂ ਜੀ ਨੇ ਨੌਕਰੀ ਕਰਕੇ ਵਿਖਾਈ। ਅਤੇ ਬੰਦਾ ਇੱਥੇ ਆ ਕੇ ਵੀ ਬਹਾਨੇ ਕਰਦਾ, ਮੈਂ ਤਾਂ ਜੀ ਮੈਨੂੰ ਤਾਂ ਦਫ਼ਤਰ 'ਚੋਂ ਵਿਹਲ ਨਹੀਂ ਮਿਲਦੀ। ਕਿਉਂ ਨਹੀਂ ਮਿਲਦੀ? ਬੜੀ ਵਿਹਲ ਹੈ ਬੰਦੇ ਕੋਲ। ਜੇ ਪੁੱਠੇ ਪਾਸੇ ਜਾਣਾ ਕਿੰਨੇ ਕਿੰਨੇ ਘੰਟੇ ਕੱਢ ਲੈਂਦੇ, ਕਦੇ ਮਨ ਨੂੰ ਪੁੱਛ ਕੇ ਵੇਖੋ। ਇਸ ਕਰਕੇ ਇਹ ਸ਼ੌਂਕ ਹੈ, ਇਹ ਲਗਨ ਹੈ, ਇਹ ਪਿਆਰ ਹੈ। ਜਿਨ੍ਹਾਂ ਨੂੰ ਲੱਗ ਜਾਂਦਾ ਹੈ ਉਹਨਾਂ ਕੋਲ ਗੁਰੂ ਵਾਸਤੇ ਬਹੁਤ ਸਮਾਂ ਹੈ, ਜਿਨ੍ਹਾਂ ਨੂੰ ਨਹੀਂ ਲੱਗਦਾ ਉਹ ਪੁੱਠੇ ਕੰਮਾਂ 'ਚ ਜ਼ਿੰਦਗੀ ਲੰਘਾ ਦਿੰਦੇ ਨੇ। ਤਾਂ ਫਿਰ ਸਾਧ ਸੰਗਤ, ਮਹਾਰਾਜ ਜੀ ਕਹਿੰਦੇ ਵੈਲਿਊ ਇਹ ਨਹੀਂ ਹੈ ਵੀ ਬੰਦੇ ਦੀ ਹਾਈਟ ਕਿੰਨੀ ਹੈ, ਉਹ ਕਿੰਨੀ ਜ਼ਮੀਨ ਦਾ ਮਾਲਕ, ਉਹਦੇ ਕੋਲ ਸੋਨਾ ਚਾਂਦੀ ਕਿੰਨਾ ਹੈ। ਫਿਰ ਮਹਾਰਾਜ ਕਿਰਪਾ ਕਰੋ, ਕਿਸ ਚੀਜ਼ ਦੀ ਕੀਮਤ ਹੈ? ਸਤਿਗੁਰੂ ਮਹਾਰਾਜ ਕਹਿੰਦੇ ਸੁਣੋ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, 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 ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। ਮੁੱਲ ਆਮਲਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, 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 ਅਮਲਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ। ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, 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 ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। ਬੰਦਗੀ ਤੋਂ ਹੀ ਮਨੁੱਖ ਹੈ ਜਿਹੜਾ ਉਹ ਬੰਦਾ ਬਣਦਾ। ਬੰਦਗੀ ਤੋਂ ਬਗੈਰ, ਬੰਦੇ ਦਾ ਭਾਵ ਕੀ ਹੈ? ਬੰਦਾ ਉਹ ਹੈ ਜਿਹਦੇ ਵਿੱਚ ਰੱਬੀ ਗੁਣ ਨੇ, ਅਤੇ ਰੱਬੀ ਗੁਣਾਂ ਦੀ ਨਿਸ਼ਾਨੀ ਹੈ ਇੱਕ। ਕਈਆਂ ਦਾ ਇਹ ਸ਼ੰਕਾ ਹੁੰਦਾ ਵੀ ਜੀ ਰੱਬੀ ਗੁਣਾਂ ਦੀ ਨਿਸ਼ਾਨੀ ਦੱਸ ਦਿਓ। ਇੱਕ ਮੋਟਾ ਜਿਹਾ ਉਦਾਹਰਨ ਦੇ ਦਈਏ। ਰੱਬੀ ਗੁਣ ਇਹ ਨਹੀਂ ਹੁੰਦਾ ਵੀ ਇਕੱਲਾ ਜਿਹਨੇ ਅੰਮ੍ਰਿਤ ਛਕਿਆ ਉਹਦੇ ਵਿੱਚ ਹੀ ਰੱਬੀ ਗੁਣ ਨੇ, ਨਹੀਂ। ਅੰਮ੍ਰਿਤ ਛਕਣਾ ਕਲਗੀਧਰ ਮਹਾਰਾਜ ਦੇ ਘਰ ਜਨਮ ਹੈ, ਸਤਿਗੁਰ ਕੈ ਜਨਮ ਹੈ ਗਵਨ ਮਿਟਾਇਆ। ਕਲਗੀਧਰ ਪਾਤਸ਼ਾਹ ਦੇ ਘਰ ਜਨਮ ਹੋ ਜਾਂਦਾ, ਸਿੰਘ ਬਣ ਜਾਂਦਾ, ਸਿੰਘਣੀਆਂ ਸੱਜ ਜਾਈਦਾ। ਪਰ ਜਦੋਂ ਅਸੀਂ ਉਹ ਰੱਬੀ ਗੁਣ ਸਾਡੇ ਅੰਦਰ ਆਉਣਗੇ ਤਾਂ ਬਹੁਤਾ ਯਤਨ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਮਨ ਮੰਨੇਗਾ ਵੀ ਅਸੀਂ ਅੰਮ੍ਰਿਤ ਛਕਣ ਵਾਸਤੇ ਹੀ ਸੰਸਾਰ 'ਤੇ ਆਏ ਹਾਂ।
अपने आप मन मनना है। तो फिर वो रब्बी गुणा की निशानी थोड़ा जिहा इशारे मात्र, ताकि सानू पता लगे भी साडे अंदरों रब्बी गुण झलकते हैं, किते असी वो तो हीणे तो नहीं बैठे। सड़क के उपर एक एक्सीडेंट हुंदा है, एक्सीडेंट हुंदा है, ਉਹਦੇ ਵਿੱਚ 2-3 नौजवान इंजर्ड हो जाते हैं, किसी की लत्त टुटी है, किसी की बांह टुटी है, तो सहक रहे ने, खून के नाल लथ-पथ हो गए। एक उधरली साइड तो गड्डी आ रही है, एक दूसरी साइड तो गड्डी आ रही है, दोनों गड्डियां दे विचों 2 बंदे उतरे, इक्को तरह दीयां गड्डियां, इक्को तरह के बंदियां ने कपड़े पहने ने, हाइट भी कद भी इक्को जिक्का, वेखण नूं भी बड़े सोहणे ने। उन्होंने वेखिया भी हाँ एक्सीडेंट हो गया। एक शरीर आया, उन्हें भज के आके अपनी गड्डी विचों कपड़ा कढ़िया, कई तो गुरसिख रब दे प्यारे इत्थों तक अपनी पग भी पाड़ के उन्हां दियां लत्तां बाहां ते पट्टियां कर दिंदे ने, ते उन्हां दा जिन्ना समान खिंडिया हुंदा, कोई घड़ी, कोई मोबाइल, कोई पर्स, कोई पहिनिया कड़ा जां कोई कांटे बीबियां दे, ते उहदी संभाल करके ना वो अपनी गड्डी दे विच नाल दे साथियों नूं कहंदे भी जल्दी करो, मैनूं भावें जिन्ना मर्जी जरूरी काम सी, मैं इन्हां बच्चों की जान बचाउणी है, मेरी गड्डी च पाओ। दूसरा जिहड़ा उतरिया वो वेखदा है भी जे बंदे दा मूँह दूसरे पासे हो जे, मैं जल्दी इहदा पर्स चक लवां, मैं जल्दी इहदा मोबाइल मेरे हत्थ लग जाए, इहदी घड़ी मेरे हत्थ लग जाए, कुछ भी मैनूं मिले ਉਹਦਾ ਉਹਦੇ ਨਾਲ कोई लगा नहीं भी मैं इन्हों बचाना है, मैं इन्हों दे कोई पट्टी करनी है, मैं इन्हों सही टाइम पर किते हस्पताल लैके जाना है। तो गुरमुखो हुण वेखो, इक्को गड्डियां च उतरे, इक्को तरह की हाइट, तो इहदा तुसीं फैसला कर लिया होना है भी उन्हां दोनों बंदिआं दे विच अंतर की सी। इत्थे गड्डी की गल नहीं, इत्थे कपड़े की गल नहीं, इत्थे तां कर्म की गल है। आखो सतनाम श्री वाहिगुरू। हुण वेखो अपना बैठिਆਂ दी मन मन गया होना भी जिस बंदे ने गड्डी दे विच जख्मी बंदिਆਂ नूं पा के हस्पताल पहुँचाया वो बंदा सही है, क्यों? उहदा कर्म सही है। तो जिहड़ा दूजा वो लोभी बंदा है, वो लालची बंदा है, ਉਹਦੇ ਵਿੱਚ ਬੰਦਿਆਂ वाले गुण नहीं हजे हैगे, ਉਹਦੇ ਵਿੱਚ ਰੱਬੀ गुण नहीं हजे हैगे। ਆਪਾਂ ਨੂੰ महाराज ने लोभी नहीं बनाया, ਆਪਾਂ ਨੂੰ छल करन वाले कपटी लोग नहीं बनाया, ਆਪਾਂ ਨੂੰ महाराज ने परोपकारी बनाया है। ਸਾਡੇ ਵਿੱਚ ਰੱਬੀ गुण होने बहुत ਜ਼ਰੂਰੀ ਨੇ। ਰੱਬੀ गुण ਉਦੋਂ ਆਉਂਦੇ ਨੇ ਜਦੋਂ ਅਸੀਂ ਸਤਸੰਗ ਕਰਕੇ ਗੁਰੂ ਦੀ ਬਾਣੀ ਨਾਲ ਜੁੜਾਂਗੇ, ਬਾਣੀ ਪੜ੍ਹਨ ਵਾਲੇ ਗੁਰਸਿੱਖਾਂ ਕੋਲ ਬੈਠਾਂਗੇ, ਤੇ ਫਿਰ ਉਹਨਾਂ ਦੇ ਕੋਲ ਇਹ ਗੁਣ ਹੁੰਦੇ ਨੇ, ਕਿਉਂਕਿ ਉਹਨਾਂ ਨੇ ਕਮਾਏ ਹੁੰਦੇ ਨੇ ਜ਼ਿੰਦਗੀ ਦੇ ਵਿੱਚ। तो इस करके ये गुण इकत्तर करने ने, औगणा नूं छड्डना, बुराइयां नूं छड्डना। हर रोज़ बाबा जी गुरु घरों सारे पिंडां दे गुरु घरां चों पढ़िया जाता है, पर बंदा किते ना किते कहंदा दूजे दे सुनन वास्ते बाणी है, मेरे वास्ते शायद नहीं हैगी। सुनते नहीं आपां चंगियाइयां बुराइयां, उदों तां फ्रैश हुंदे आ, अमृत वेले कोई टेंशन भी नहीं हुंदी, कोई डिप्रैशन भी नहीं हुंदी, बंदा बिल्कुल फ्रैश हुंदा है, सारी गल सुणदी आ। विहड़े विच आपां मੱਝਾਂ नूं पट्ठे पा रहे हुंदे आ, घुम रहे हुंदे आ, उस वेले बाबा जी पढ़दे ने चंगियाइयां बुराइयां, बाचा धर्म हदूर, करमी आपो अपनी के नेड़े के दूर। चंगे ते मंदे कर्म साडे वाचे जाणगे, तोले जाणगे, लेखा रब मंगेसिया बैठा कढ बही। तो वो लेखा साडे नाल होना है, ये नहीं है भी कोई नहीं है साडे ते, इत्थे मेरे वर्गे नास्तिक ने कह दिता छड्डो जी परे, कोई नहीं पुछदा, इत्थे ही सब कुछ है। नहीं नहीं नहीं, जो गुरबाणी पढ़ांगे ना, बहुत थावां ते महाराज दी बाणी विच बचन ने, इत्थे उत्थे रखवाला प्रभ सतगुर दीन दयाला दयाला, इहां खाट चलो हर लाहा, आगा बसम सुहेला। ते इहां ते आगा दा, इत्थे ते ओथे दा, थां थां ते ये कथन है। इहदा भाव ये नहीं हुंदा भी जिहड़ी चीज़ दा मैनूं पता नहीं मैं उहदा ये फैसला सुना देवां भी बस जी होर नहीं कुछ है। नहीं, एक पासे असी पढ़ते हैं गुरु की बाणी बेअंत है बेअंत है, उहदा कोई थां नहीं पा सकिया, ना ही किसी तो पैना है, तो फिर असी बेअंत का अंत वाली गल किवें कह सकते हैं? आपां ये कह सकते हैं भी जी जिहड़े मेरे विद्या गुरु हुंदे सी ज्ञानी लाल सिंह जी मोजो मत्ती वाले, वो ये गल कहिंदे हुंदे जदों किते गुरबाणी के अर्थ करने विद्वानां विच बैठना, वो कहिंदे हुंदे भाई गुरु की कृपा नाल मैनूं इन्ना क पता है, पर मेरी कही गल एंड नहीं है। गुरु की बाणी अगाध बोध है, ये तो भी अगे है। हुण अजकल ऐसा चल पिया गुरमुखो, माफ़ करना, ये गुरु की खेड चल रही है। अजकल ऐसे भी प्रचारक ने जिन्होंने फैसले सुना दिते भी अगे कुछ है नहीं, इत्थे ही है सब कुछ। पर जा तो फिर वो लिख के देण भी सानू पता है इस गल का, अगे कुछ है नहीं, नहीं फिर वो कोरी मन मत है, वो गुरमत नहीं है। गुरमत वाला कदे भी गुरमत दे विच रंगी रूह ये गल नहीं कहेगी भी मेरी कही गल एंड है, ये गारंटी है, लिख के ले लो मेरे तो। उन्हें आखना भी जिन्नी क दास नूं महाराज ने मत बख्शी है, उन्नी क दास ने सुनाती, ये एंड नहीं है, ये गुरमत है। सो उत्थे फिर गुरु अर्जन देव साहब महाराज जी ने आख्या
ਬੰਦੇ ਦੇ ਕਰਮ ਬਾਚੇ ਜਾਣੇ ਨੇ। ਵੇਖੋ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਵਿੱਚ ਪੁੱਛਦੇ ਨੇ, ਇਹ ਸ਼ਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ। ਇਹ ਨਹੀਂ ਆਖਿਆ ਵੀ ਤੂੰ ਕਿੰਨੀ ਜ਼ਮੀਨ ਬਣਾਈ, ਕਿੰਨਾ ਪੜ੍ਹਿਆ ਲਿਖਿਆ, ਕਿਆ ਤੁਧ ਕਰਮ ਕਮਾਇਆ, ਕੀ ਕਰਮ ਕੀਤਾ ਹੈ ਕਿ ਕਰਮ ਕਮਾਇਆ ਤੁਧ ਸ਼ਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ, ਫਿਰ ਜਿਹੜੇ ਜਗਿਆਸੂ ਨੇ ਨਾ ਉਹ ਲਾਹਾ ਖੱਟ ਜਾਂਦੇ ਨੇ। ਕਹਿੰਦੇ ਭਾਈ ਬੱਚਾ ਵੱਡਾ ਹੋਇਆ, ਮਾਂ ਦੀ ਉਂਗਲ ਫੜੀ, ਪਿਓ ਦੀ ਉਂਗਲ ਫੜੀ, ਬੱਚਾ ਵੱਡਾ ਹੋਇਆ, ਵਿਆਹ ਦਾ ਦਿਨ ਰੱਖਿਆ ਗਿਆ, ਪਤਨੀ ਨੇ ਪਤੀ ਦਾ ਪੱਲਾ ਫੜਿਆ, ਟੀਚਰ ਦੇ ਐਂ ਕਹਿ ਲਓ ਵੀ ਪੱਲਾ ਫੜਿਆ, ਉਸਤਾਦ ਦਾ ਪੱਲਾ ਫੜਿਆ, ਆਪਣੇ ਵੱਡਿਆਂ ਦੀ ਗੱਲ ਮੰਨੀ, ਚੰਗੀ ਗੱਲ ਹੈ, ਸਾਰੀਆਂ ਗੱਲਾਂ ਚੰਗੀਆਂ ਨੇ, ਮਾੜੀ ਨਹੀਂ। ਗਲਤ ਸਟੈਪ ਨਾ ਬੰਦਾ ਚੱਕੇ, ਇਹ ਆਪਣੀ ਸੰਸਾਰੀ ਕਿਰਿਆ। ਇਉਂ ਪੱਲਾ ਫੜਿਆ ਅਤੇ ਗੁਰਮੁਖੋ ਜ਼ਿੰਦਗੀ ਵਿੱਚ ਬੜਾ ਕੁਝ ਬੰਦੇ ਨੇ ਸਿੱਖਿਆ, ਪਰ ਕਦੇ ਇਹ ਨਹੀਂ ਸੋਚਿਆ ਮਾਂ ਪਿਓ ਦੀ ਉਂਗਲ ਫੜੀ ਸੁੱਖ ਰੂਪ ਸੀ, ਪਤਨੀ ਨੇ ਪਤੀ ਦਾ ਪੱਲਾ ਫੜਿਆ ਸੁੱਖ ਰੂਪ ਹੈ, ਸੰਯੋਗ ਬਣਿਆ, ਪਤੀ ਪਤਨੀ ਦਾ ਮਿਲਾਪ ਹੋਇਆ। ਅਤੇ ਇਸੇ ਤਰ੍ਹਾਂ ਵੱਡਿਆਂ ਤੋਂ ਸਿੱਖਿਆ ਲਈ ਸੁੱਖ ਰੂਪ ਸੀ। ਸਿੱਖਾ ਕਦੇ ਬੈਠ ਕੇ ਸੋਚਿਆ ਕਿਉਂ ਨਹੀਂ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ 60 ਸਾਲ ਦੀ ਉਮਰ ਹੋ ਗਈ, 70 ਦੇ ਨੇੜੇ ਲੱਗ ਗਈ, ਕਦੇ ਗੁਰੂ ਦਾ ਪੱਲਾ ਫੜਨ ਦੀ ਕਿਉਂ ਨਹੀਂ ਸੋਚੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਪੱਲੇ ਫੜਦਾ ਗਿਆ, ਸਾਰੇ ਪੱਲੇ ਫੜਦਾ ਗਿਆ। ਉਹਨਾਂ ਵਿੱਚ ਕੁਛ ਪੱਲਿਆਂ ਦਾ ਨੁਕਸਾਨ ਵੀ ਹੋ ਗਿਆ, ਪਰ ਗੁਰੂ ਦਾ ਪੱਲਾ ਫੜਿਆ ਗਰੰਟੀ ਹੈ ਕੋਈ ਨੁਕਸਾਨ ਨਹੀਂ ਹੈਗਾ, ਫਾਇਦਾ ਹੀ ਫਾਇਦਾ ਹੈ, ਲਾਭ ਹੀ ਲਾਭ ਹੈ। ਗੁਰੂ ਦਾ ਪੱਲਾ ਫੜਨ ਤੋਂ ਬੰਦਾ ਘਬਰਾਉਂਦਾ, ਕਿਉਂਕਿ ਉਨੀ ਸਤਸੰਗ ਨਹੀਂ ਕਰਦਾ, ਉਨੀ ਸੋਝੀ ਨਹੀਂ ਪੈਂਦੀ, ਅਤੇ ਇਸ ਕਰਕੇ ਸ਼ਾਇਦ ਇਹਨੂੰ ਲੱਗਦਾ ਇਹੀ ਕੰਮ ਕਰਨ ਵਾਸਤੇ ਬੰਦਾ ਆਇਆ ਹੈ। ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਥਾ ਕਰਦਿਆਂ ਕਰਦਿਆਂ ਪਾਤਸ਼ਾਹ ਨੇ ਇੱਕਦਮ ਕਥਾ ਤੋਂ ਹਟ ਕੇ ਆਹ ਬਚਨ ਕਹਿ ਦਿੱਤਾ, ਪੜ੍ਹ ਦਿੱਤਾ। ਛੱਡ ਜਾਣਾ ਇਹ ਸੰਸਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ। ਛੱਡ ਜਾਣਾ ਇਹ ਸੰਸਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ। ਛੱਡ ਜਾਣਾ ਇਹ ਸੰਸਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ। ਪੈ ਜਾਣੀ ਜਮਾਂ ਦੀ ਮਾਰ ਪਤਾ ਨਹੀਂ ਕਿਸ ਵੇਲੇ, ਛੱਡ ਜਾਣੇ ਨੇ ਦਿਲਦਾਰ ਪਤਾ ਨਹੀਂ ਕਿਸ ਵੇਲੇ। ਪੈ ਜਾਣੀ ਜਮਾਂ ਦੀ ਮਾਰ ਪਤਾ ਨਹੀਂ ਕਿਸ ਵੇਲੇ, ਛੱਡ ਜਾਣੇ ਨੇ ਦਿਲਦਾਰ ਪਤਾ ਨਹੀਂ ਕਿਸ ਵੇਲੇ। ਪੈ ਜਾਣੀ ਜਮਾਂ ਦੀ ਮਾਰ ਪਤਾ ਨਹੀਂ ਕਿਸ ਵੇਲੇ, ਛੱਡ ਜਾਣੇ ਨੇ ਦਿਲਦਾਰ ਪਤਾ ਨਹੀਂ ਕਿਸ ਵੇਲੇ। ਪੈ ਜਾਣੀ ਜਮਾਂ ਦੀ ਮਾਰ ਪਤਾ ਨਹੀਂ ਕਿਸ ਵੇਲੇ, ਛੱਡ ਜਾਣੇ ਨੇ ਦਿਲਦਾਰ ਪਤਾ ਨਹੀਂ ਕਿਸ ਵੇਲੇ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਕੇਲ ਕਰੇਂਦੇ ਹੰਝਨੋ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇੱਧਰ ਮਹਾਰਾਜ ਜੀ ਕਹਿੰਦੇ ਜਮਾਂ ਦੀ ਮਾਰ, ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੁੱਝੀਐ ਜੋ ਆਏ ਪਰੈ ਜਮ ਫੰਦ। ਉਹ ਫਾਹੀ ਪਤਾ ਨਹੀਂ ਕਦੋਂ ਪੈ ਜਾਣੀ ਹੈ, ਕਿਹੜੇ ਵੇਲੇ ਪੈ ਜਾਣੀ ਹੈ। ਵਾਹਿਗੁਰੂ ਕਿਰਪਾ ਕਰੇ ਸਭ ਨੂੰ ਲੰਮੀਆਂ ਉਮਰਾਂ ਬਖਸ਼ੇ, ਪਰ ਇਹ ਸੱਚ ਨਹੀਂ ਹੈ। ਸੱਚ ਇਹ ਹੈ, ਇੱਥੋਂ ਹੱਥਾਂ 'ਤੇ ਚੁੱਕ ਕੇ ਬੱਚੇ ਵੀ ਖੱਦਰ ਦੇ ਕੱਪੜੇ ਵਿੱਚ ਲਪੇਟ ਕੇ ਦੁਨੀਆ ਜਿਹੜੀ ਹੈ ਸ਼ਮਸ਼ਾਨ ਘਾਟ ਵੱਲ ਨੂੰ ਤੁਰੀ ਜਾਂਦੀ ਹੈ, ਘੜੇ ਵਿੱਚ ਪਾ ਕੇ ਦੱਬਣੇ ਪੈਂਦੇ ਨੇ। ਸੱਚ ਇਹ ਹੈ, ਬਹੁਤ ਥਾਵਾਂ 'ਤੇ ਹੁੰਦਾ ਐਸਾ। ਰਹੋ ਵਿਚਾਰ। ਜਦੋਂ ਮਹਾਰਾਜ ਨੇ ਬਚਨ ਪੜ੍ਹਿਆ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ ਸਮਝ ਗਏ। ਸਤਿਗੁਰਾਂ ਨੇ ਬਰਾਗਮਈ ਬਾਣੀ ਪੜ੍ਹੀ ਹੈ ਕਥਾ ਤੋਂ ਹਟ ਕੇ, ਜਿਹੜਾ ਕਨਸੈਪਟ ਚੱਲ ਰਿਹਾ ਸੀ ਉਹਦੇ ਤੋਂ ਇੱਕਦਮ ਮਹਾਰਾਜ ਹਟ ਗਏ ਅਤੇ ਅਜੇ ਵਿਚਾਰਾਂ ਕਰ ਰਹੇ ਨੇ। ਇੰਨੇ ਨੂੰ 4 ਸਿਪਾਹੀ ਆਏ ਲਾਹੌਰ ਤੋਂ, ਪੱਤਰਕਾ ਫੜਾਈ ਗੁਰੂ ਪਾਤਸ਼ਾਹ ਨੂੰ। ਪਾਤਸ਼ਾਹ ਨੇ
वेद व्यास ब्रह्म ज्ञानी गुरसिख भाई गुरदास जी पत्रिका पढ़िया करते, सारे गुरसिखां चों ज़्यादा पढ़े हुए सी भाई गुरदास जी। तो फिर उस वेले पत्रिका कहते भाई जी संगत नूं पत्रिका पढ़ के सुणाओ, ये चिट्ठी पढ़ के सुणाओ। अपना सुभाਅ हुंदा है भी एक बारी जदों अपने घर अखबार आउंदा है उहनूं आपां सारा नहीं पढ़ते, आउंदिआं सार उहनूं आपां पंछी झात उहदी हैडिंग वेखदे आं, सुर्खियां ते नज़र मारदे आं। भाई गुरदास जी बड़े सियाणे सी, जदों पत्रिका खोली तो उन्होंने हैडिंग पढ़ी, सुर्खियां उपर नज़र मारी। इतिहास कहता है भाई गुरदास जी के चेहरे का रंग बदल गया, क्योंकि मनुख जो पढ़ता है ਉਹਦੇ चेहरे के उत्ते हाव भाव दिसदा। उस वेले जो खुशी की खबर पढ़ रहा है वो चेहरे ते खुशी के भाव नज़र आउणगे, जो कोई गमी वाली खबर पढ़ रहा है वो चेहरे ते उस वेले गम छा जाना है। भाई गुरदास जी एकदम चेहरे का रंग बदल गया। अंतरजामी सतगुरु नहीं बोले, भाई गुरदास जी पढ़ो, पढ़ के सुनाओ। भाई साहब नहीं बोले। तीसरा बचन महाराज ने कहा, भाई गुरदास जी पत्रिका पढ़न वास्ते तुहानूं आखिया है। भाई गुरदास दे अखां दे विचों हंझू आ गए, गला भर गया। महाराज जी कहंदे की गल है? सच्चे पातशाह ए दरबार साहब दियां बहुत पत्रिका पढ़ियां, मैं कदे घबराया नहीं, मैं कदे डोलिया नहीं, पर आ जिहड़ी पत्रिका है सच्चे पातशाह मेरी रसना दे विच बल नहीं है, मेरे शरीर विच बल नहीं है, ये पत्रिका मैं पढ़ नहीं सकता। क्योंकि प्यार वालिओ वो पत्रिका गुरु अर्जन देव साहब महाराज दे वारंट सी लाहौर तो जहांगीर ने जारी किए। सिपाहियां नूं हुक्म कीता सी सिखां दे पंजवें गुरु नूं इसे वेले फड़ के लियाओ। कारण की सी? कारण सी सब तो वड्डा श्री गुरु ग्रंथ साहब महाराज। बंद करवाउणी है गुरबाणी। गुरु ग्रंथ साहब महाराज प्रकाश नहीं होणगे। इस वेले मैं दिल्ली के तख्त ते बैठा बादशाह, क्योंकि साईं मियाँ मीर वर्गे जिहड़े पीर सी वो गुरबाणी के मुरीद बन चुके सी, गुरु अर्जन देव साहब महाराज के मुरीद बन चुके सी। ਉਹਦੇ अंदर खतरा पैदा हो गया सी, जे साईं मियाँ मीर डोल सकता है बाकी इस्लाम की गल छड्डो, बाकी तो सारी सिख बन जाणगे। ये वो बाणी है गुरमुखो, वो अमृत बाणी है जिस बाणी नूं पढ़ के इस्लाम दे पैर हल गए सी। माफ़ करिओ मैनूं दुख नाल कहना पैंदा है, ते अज कुछ होरां दे पैर हल्ले पे ने भी ये गुरु ग्रंथ साहब विच है की है ऐसा, जिहड़ा पढ़ लैंदा वो बब्बर शेर हो जाता है, वो भगती ते शक्ति का प्रतीक हो जाता है, वो किसी अगे झुकना पसंद ही नहीं करता, गुरु ग्रंथ साहब अगे झुकता है बस। ये खतरा पैदा होया समय समय दी सरकारां नूं अज भी है। तो भाई उत्थों फिर महाराज जी कहण लगे नहीं पढ़ के सुना दे। महाराज वारंट ने लाहौर तो। सतगुरु जी कहते फिर क्यों घबराउणा है, ये तो जबर का सामना सबर नाल करके दिखावांगे। गुरु ग्रंथ साहब की गल है, भरा वैरी होया है, ये तो आदक गल्लां खुसरो शाह की गल है, चंदू की बेटी की गल है, कोई गल नहीं। शाम पैगी, शाम के वेले इतिहास कहता महाराज ने तैयारियां कर लियां। एक रस्मी तौर पर जिहड़ी गुरता गद्दी की रस्म सी बाबा बुढ़ा जी पासों बंदी छोड़ दाता मीरी पीरी के मालक सतगुरां ने साहिबजादे गुरु हरगोबिंद साहब महाराज जी नूं थाप दिता। वड्डी मीटिंग तो बाद होया सी ऐसा। तो सवेर वेले महाराज ने 5 सिखां दे नाम जारी किए, भाई जेठा, भाई पैड़ा, भाई मोखा, भाई उदो, इत आदक। ये 5 सिख साडे नाल जाणगे, बाकी किसी ने जाना नहीं, असीं लाहौर जावांगे। तैयारी हो गई सवेर वेले की। एक पासे 5 सिखां समेत 6वें पातशाह आप खड़े ने गुरु अर्जन देव साहब जी। तैयारी हो गई है। जदों सतगुर जी तुरन लगे, गल विछोड़े की ते गल भाणे की आपां कर रहे हैं विचार। माता गंगा जी कहन लगे सतगुरु सच्चे पातशाह आप जी जा रहे हो, साडा तोरन नूं दिल नहीं करता। गुरु अर्जन देव साहब महाराज दा जाना ते गुरु तेग बहादुर महाराज दा दिल आनंदपुर साहब तो दिल्ली नूं जाना इक्को तरह का सी। इक्को ही सवाल कीते सी, संगतां ने इक्को ही जवाब दिता सी दोने गुरु साहिबाना ने। ते की पुछया सी, माता गंगा जी कहन लगे महाराज आप जी ना जाओ। बाबा बुढ़ा जी कहन लगे सच्चे पातशाह जे शरीर की लोड़ है, मेरा शरीर हाज़र है। सतगुरु जी कहते नहीं बाबा जी तुहाडे तो अजे सेवा लैनी है, असी ये शरीर की बाजी लाउणी है। माता गंगा जी जदों कहन लगे महाराज मैनू नाल ले जाओ, तुहाडे तो बगैर जीवन साथी हाँ, तुहाडे नाल जिंदगी का सफ़र चलिया है, तुहाडे चरनां विच रह के सेवा कीती है ते करनी है। महाराज मैं नाल जावांगी, क्योंकि
ਆ ਤਾਂ ਜਦੋਂ ਸੰਸਾਰੀ ਵਿਛੋੜੇ ਪੈਂਦੇ ਨੇ ਤੋਰਨੇ ਤਾਂ ਆਪਾਂ ਨੂੰ ਇਹ ਮਾਪੇ ਔਖੇ ਹੋ ਜਾਂਦੇ ਨੇ। ਇੱਕ ਗੁਰੂ ਦੀ ਪਦਵੀ ਕੀ ਹੈ ਉਹਨੂੰ ਤਾਂ ਗੁਰਸਿੱਖ ਜਾਣਦਾ, ਬਾਕੀਆਂ ਨੂੰ ਪਤਾ ਨਹੀਂ ਹੁੰਦਾ ਵੀ ਗੁਰੂ ਪਦਵੀ ਕੀ ਹੈ। ਗੁਰੂ ਦਾ ਤੇ ਸਿੱਖ ਦਾ ਪਿਆਰ ਕੀ ਹੈ, ਦੁਨੀਆ ਤੇ ਕੋਈ ਐਗਜ਼ਾਮਪਲ ਨਹੀਂ ਹੈ ਗੁਰੂ ਦੇ ਤੇ ਗੁਰੂ ਦੇ ਸਿੱਖ ਦੇ ਪਿਆਰ ਦੀ। ਉਹ ਤਾਂ ਸ਼ਬਦ ਹਜ਼ਾਰੇ ਪੜ੍ਹ ਲਓ, 3 ਪਦੇ ਨੇ ਜਿਹੜੇ ਪਹਿਲੇ ਉਹ ਗੁਰੂ ਦੇ ਸਿੱਖ ਦਾ ਪਿਆਰ ਤੇ ਵਿਛੋੜੇ ਦਾ ਦਰਦ ਵਰਣਨ ਕਰਦੇ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬਾਣੀ ਹੈ, ਇੱਕ ਘੜੀ ਨਾ ਮਿਲਤੇ, ਤੀਜਾ ਪਦ ਹੈ ਇਹ, ਤਾਂ ਕਲਯੁਗ ਹੋਤਾ। ਐਸਾ ਉਹ ਪਿਆਰ ਹੈ, ਦੁਨੀਆ ਤੇ ਕੋਈ ਐਸੀ ਵਸਤੂ ਨਹੀਂ ਜਿਹਦਾ ਉਦਾਹਰਨ ਦੇ ਦਈਏ ਵੀ ਇੰਨਾ ਪਿਆਰ ਹੈ ਗੁਰੂ ਦਾ ਤੇ ਸਿੱਖ ਦਾ। ਕਹਿੰਦੇ ਨਹੀਂ ਜਾਣਾ, ਤੁਸੀਂ ਇੱਥੇ ਰਹਿਣਾ ਹੈ। ਸੱਚੇ ਪਾਤਸ਼ਾਹ ਚੰਗਾ ਇੱਕ ਗੱਲ ਦੱਸ ਦਿਓ, ਜੇ ਮੈਨੂੰ ਨਹੀਂ ਨਾਲ ਲੈ ਕੇ ਜਾਣਾ ਨਾ ਇਹ ਦੱਸ ਦਿਓ ਵੀ ਮੁੜ ਕੇ ਕਦੋਂ ਆਓਗੇ, ਮੁੜ ਕੇ ਕਦੋਂ ਆਓਗੇ। ਹੁਣ ਗੁਰੂ ਨਾ ਆਪ ਝੂਠ ਬੋਲਦਾ ਨਾ ਸਿੱਖ ਨੂੰ ਝੂਠ ਬੋਲਣ ਦੀ ਆਗਿਆ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਕਦੇ ਵੱਡਾ ਸਵਾਲ ਕੀਤਾ ਹੈ, ਮੁੜ ਕੇ ਗੰਗਾ ਜੀ, ਬਾਬਾ ਬੁੱਢਾ ਜੀ ਉੱਥੇ ਪੁੱਤਰ ਵੀ ਸੁਣ ਰਿਹਾ ਹੈ, ਉੱਥੇ ਧਰਮ ਸਪਤਨੀ ਵੀ ਸੁਣ ਰਹੀ ਹੈ, ਉੱਥੇ ਜਾਨਾਂ ਤੋਂ ਪਿਆਰੇ ਸਿੱਖ ਵੀ ਸੁਣ ਰਹੇ ਨੇ, ਸਰੀਰ ਕਰਕੇ ਤਾਂ ਨਹੀਂ ਮੁੜ ਕੇ ਆਉਂਦੇ। ਇਹ ਛੋਟੀ ਗੱਲ ਨਹੀਂ ਸੀ, ਆਪਾਂ ਤਾਂ ਜਲਦੀ ਕਹਿਤੀ ਨਾ, ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ। ਸਰੀਰ ਕਰਕੇ ਤਾਂ ਨਹੀਂ ਮੁੜ ਕੇ ਆਉਂਦੇ, ਜੋਤ ਕਰਕੇ, ਆਤਮਾ ਕਰਕੇ ਹਰ ਵੇਲੇ ਤੁਹਾਡੇ ਨਾਲ ਆ, ਗੁਰਬਾਣੀ ਵਿੱਚ ਪ੍ਰਕਾਸ਼ ਆ। ਤੇ ਜਦੋਂ ਇਹ ਗੱਲ ਆਖੀ ਨਾ, ਮਹਾਰਾਜ ਤੁਰ ਪਏ ਨਾ ਕਹਿ ਕੇ, ਮਹਾਰਾਜ ਤੁਰੇ ਜਾਂਦੇ ਨੇ, ਉਵੇਂ ਤੁਰੇ ਜਾਂਦੇ ਨੇ ਜਿਵੇਂ ਆਪਾਂ ਇੱਕ ਡੈੱਡ ਬੋਡੀ ਦੇ ਪਿੱਛੇ ਤੁਰਦੇ ਹਾਂ, ਕਿਉਂਕਿ ਮਹਾਰਾਜ ਨੇ ਕਹਿ ਦਿੱਤਾ ਵੀ ਅਸੀਂ ਹੁਣ ਮੁੜ ਕੇ ਨਹੀਂ ਆਉਣਾ। ਸਰੀਰ ਦੇ ਆਖਰੀ ਵਾਰ ਦੇ ਦਰਸ਼ਨ ਨੇ, ਤੇ ਸੰਗਤਾਂ ਪਿੱਛੇ ਪਿੱਛੇ ਤੁਰੀਆਂ ਜਾਂਦੀਆਂ ਨੇ। ਜਿਵੇਂ ਹੁਣ ਮੇਰੇ ਵੀਰ ਮੇਜਰ ਸਿੰਘ ਨੂੰ ਜਦੋਂ ਘਰੋਂ ਲੈ ਕੇ ਆਪਾਂ ਗਏ ਹਾਂ ਇੱਥੋਂ ਢਾਣੀ ਚੋਂ, ਆਪਾਂ ਪਿੱਛੇ ਪਿੱਛੇ ਤੁਰੇ ਜਾਂਦੇ ਹਾਂ। ਪਰਿਵਾਰ ਤੁਸੀਂ, ਤੁਹਾਡੇ 'ਚ ਬਹੁਤ ਸਾਰੇ ਸੱਜਣ ਉਸ ਵੇਲੇ ਹੋਣਗੇ ਨਾਲ, ਤੇ ਖਾਸ ਕਰਕੇ ਜਿਹੜੇ ਨੇੜਲੇ ਹੁੰਦੇ ਨੇ ਨਾ, ਭੈਣਾਂ ਧੀਆਂ ਤੇ ਸਾਧ ਸੰਗਤ ਹੋਰ ਨੇੜਲੇ, ਤੇ ਉਹ ਪਿੱਛੇ ਫਿਰ ਇਉਂ ਕਹਿੰਦੇ ਜਾਂਦੇ ਨੇ, ਕਿੱਥੇ ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਨਹੀਂ ਰੱਜੀਆਂ, 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 ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਨਹੀਂ ਰੱਜੀਆਂ, ਕਿੱਥੇ 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 ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਨਹੀਂ ਰੱਜੀਆਂ, ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਨਹੀਂ ਰੱਜੀਆਂ, ਕਿੱਥੇ ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਨਹੀਂ ਰੱਜੀਆਂ। ਜਦੋਂ ਸਾਧ ਸੰਗਤਾਂ ਗੁਰੂ ਜੀ ਦੇ ਪਿੱਛੇ ਪਿੱਛੇ ਤੁਰੀਆਂ ਜਾ ਰਹੀਆਂ ਨੇ ਤੇ ਪੜ੍ਹਦੀਆਂ ਜਾ ਰਹੀਆਂ ਨੇ, ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਪਾਤਸ਼ਾਹ ਤੁਹਾਡੇ ਦਰਸ਼ਨਾਂ ਬਗੈਰ ਜਿੰਦ ਕਿੱਥੇ ਬਚਦੀ ਹੈ। ਸੱਚ ਹੈ ਪਿਆਰ ਵਾਲਿਓ, ਜਦੋਂ ਬਾਪੂ ਘਰੇ ਬੈਠਾ ਨਾ ਹੌਸਲਾ ਹੀ ਵੱਖਰੀ ਕਿਸਮ ਦਾ ਹੁੰਦਾ ਹੈ। ਬੇਬੇ ਘਰੇ ਬੈਠੀ ਹੈ ਨਾ, ਹੌਸਲਾ ਵੱਖਰੀ ਕਿਸਮ ਦਾ ਹੁੰਦਾ ਹੈ। ਜਦੋਂ ਮੰਜੀਆਂ ਖੜ ਕੇ ਕੰਧ ਨਾਲ ਲੱਗ ਜਾਂਦੀਆਂ ਨੇ ਨਾ, ਥਰਾਜ ਵਾਲਾ ਪਿੰਡ ਹੈ ਤੁਹਾਡੇ ਨਾਲ, ਅਸੀਂ ਇੱਥੇ ਚੌਥੇ ਪੰਜਵੇਂ ਕੀਰਤਨ ਕਰਕੇ ਗਏ। ਇੱਥੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ, ਉਹਨਾਂ ਦਾ ਬੇਟਾ ਕੁਲਵਿੰਦਰ ਸਿੰਘ ਕਾਲਾ,
ਤੇ ਸਾਧ ਸੰਗਤ ਸਾਲ ਪਹਿਲਾਂ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀ, ਹੁਣ ਪਿਤਾ ਜੀ ਚੜ੍ਹਾਈ ਕਰ ਗਏ। ਤੇ ਉਹਨਾਂ ਨੇ ਮੈਨੂੰ ਗੱਲ ਕਹੀ, ਕਹਿੰਦੇ ਬਾਬਾ ਜੀ ਜਿਸ ਕੁਰਸੀ ਤੇ ਮਾਤਾ ਬੈਠਦੀ ਹੁੰਦੀ ਨਾ, ਕਹਿੰਦੇ ਮੈਂ ਉਹ ਕੁਰਸੀ ਲੁਕੋ ਕੇ ਰੱਖਤੀ। ਦਾਸ ਨੇ ਪੁੱਛਿਆ ਕਿਉਂ, ਕਾਰਨ ਕੀ ਹੈ? ਕਹਿੰਦਾ ਜੀ ਜਦੋਂ ਕੁਰਸੀ ਵੱਲ ਵੇਖਦਾ ਭੁੱਬਾਂ ਨਿਕਲ ਜਾਂਦੀਆਂ ਨੇ, ਇਹ ਤੇ ਮੇਰੀ ਮਾਂ ਬੈਠਿਆ ਕਰਦੀ। ਸੱਚ ਹੈ ਇਹ ਸਾਧ ਸੰਗਤ। ਤੇ ਇਹ ਤਾਂ ਬਹੁਤ ਘਰਾਂ ਦੀਆਂ ਗੱਲਾਂ ਐਸੀਆਂ ਵੀ ਨੇ, ਜਦੋਂ ਤੁਰ ਜਾਂਦੇ ਨੇ ਵੇਖੋ ਹੁਣ ਇਹ ਇੱਕ ਰਿਵਾਜ ਹੈ ਵੀ ਆਪਾਂ ਜਾਣ ਵਾਲੇ ਸੱਜਣ ਦੀ ਆ ਫੋਟੋ ਤਰਵਾ ਲੈਂਦੇ ਹਾਂ। ਜਿਵੇਂ ਹੁਣ ਭਾਈ ਮੇਜਰ ਸਿੰਘ ਦੀ ਫੋਟੋ ਪਈ ਹੈ, ਬਹੁਤ ਘਰਾਂ ਦੇ ਵਿੱਚ ਕੰਧਾਂ 'ਤੇ ਟੰਗੀਆਂ ਪਈਆਂ ਨੇ, ਕਈ ਟੰਗ ਲੈਂਦੇ ਨੇ ਕੰਧ 'ਤੇ, ਕਈਆਂ ਤੋਂ ਵੇਖੀ ਨਹੀਂ ਜਾਂਦੀ, ਪੇਟੀ 'ਚ ਸੰਦੂਕ ਦੇ ਵਿੱਚ ਅਲਮਾਰੀ ਵਿੱਚ ਰੱਖ ਦਿੰਦੇ ਨੇ। ਵੀ ਉਹ ਜਦੋਂ ਫੋਟੋ ਵੱਲ ਵੇਖਦੇ ਆ ਨਾ, ਲੰਮੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਜਿਸ ਦਾ ਪਤੀ ਵਿਛੜ ਗਿਆ ਨਾ ਅਤੇ ਪਤਨੀ, ਹੁਣ ਆਪਾਂ ਵਾਰ-ਵਾਰ ਕਮਰੇ 'ਚ ਦਿਨ ਵਿੱਚ 2-4 ਵਾਰ ਤਾਂ ਜਾਂਦੇ ਹੀ ਆ ਨਾ, ਅਤੇ ਬਹੁਤਾ ਤਾਂ ਕੋਸ਼ਿਸ਼ ਕਰੀਏ ਫੋਟੋ ਵੱਲ ਧਿਆਨ ਨਾ ਦੇਈਏ। ਗੁਰੂ ਜੀ ਨੇ ਸਾਨੂੰ ਸ਼ਬਦ ਨਾਲ ਜੋੜਿਆ, ਪਰ ਫਿਰ ਵੀ ਜਾਣ ਵਾਲੇ ਨਾਲ ਸੰਬੰਧ ਤਾਂ ਕਿੱਡਾ ਵੱਡਾ ਹੁੰਦਾ ਨਾ, ਇਹ ਤਾਂ ਨਹੀਂ ਹੈ ਵੀ ਉਹ ਤੋਂ ਮੁੱਕਰਿਆ ਜਾ ਸਕਦਾ। ਅਤੇ ਫਿਰ ਉਹ ਜਦੋਂ ਫੋਟੋ ਵੱਲ ਨਿਗਾਹ ਜਾਂਦੀ ਹੈ ਨਾ, ਫਿਰ ਲੰਮੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਅਤੇ ਪਤਨੀ ਫਿਰ ਖੜ੍ਹ ਕੇ ਪਤੀ ਦੇ ਨਾਲ ਕਿੰਨੀਆਂ ਗੱਲਾਂ, ਕਿੰਨੇ ਉਹਦੇ ਨਾਲ ਗਿਲੇ ਸ਼ਿਕਵੇ, ਕਿੰਨੇ ਉਲਾਂਭੇ ਦਿੰਦੀ ਹੈ। ਅਤੇ ਸਾਧ ਸੰਗਤ ਇਉਂ ਹੀ ਧੀਆਂ ਪੁੱਤਾਂ ਦੀ ਗੱਲ ਹੈ। ਅਤੇ ਇਹ ਤਾਂ ਮੈਂ ਇੱਥੋਂ ਤੱਕ ਪੜ੍ਹਦਾ ਹੁੰਦਾ, ਜਿਨ੍ਹਾਂ ਬੱਚੀਆਂ ਦੇ ਛੋਟੀ ਉਮਰੇ, ਅਜੇ ਭਾਈ ਸਾਹਿਬ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਸੀ, ਪਰਿਵਾਰ ਨੂੰ ਬਹੁਤ ਲੋੜ ਸੀ, ਬਹੁਤ ਲੋੜ ਸੀ। ਸਾਰੇ ਬੱਚੇ 4 ਭੈਣਾਂ ਨੇ, ਮੈਨੂੰ ਡਾਇਰੀ ਦਿਓ, 4 ਭੈਣਾਂ ਨੇ ਸਾਧ ਸੰਗਤ। ਭਾਈ ਮੇਜਰ ਸਿੰਘ ਦੇ ਘਰੋਂ ਜੋ ਬੀਬਾ ਹੈ ਅਤੇ ਕੰਧ ਵਾਲਾ ਇਹਨਾਂ ਦਾ ਪੇਕਾ ਪਰਿਵਾਰ ਹੈ। ਅਤੇ ਉਹ 4 ਭੈਣਾਂ ਖੇਡ ਵਾਹਿਗੁਰੂ ਦੀ ਐਸੀ ਵੀ 4 ਭੈਣਾਂ ਦੇ ਵਿੱਚੋਂ ਇਹ ਗੁਰਬਚਨ ਕੌਰ ਹੈ ਬੀਬੀ, ਅਤੇ ਦੂਸਰੀਆਂ ਭੈਣਾਂ ਗੁਰਦੀਪ ਕੌਰ, ਅਮਰਜੀਤ ਕੌਰ ਅਤੇ ਸੰਪੂਰਨ ਕੌਰ। ਅਤੇ ਇਹਨਾਂ ਦਾ ਭਰਾ ਅਮਰ ਸਿੰਘ ਬੜਾ ਗੁਰਸਿੱਖ ਹੈ, ਬਹੁਤ ਪਿਆਰ ਵਾਲਾ, ਭਾਣੇ ਵਿੱਚ ਹੈ। ਸੱਟਾਂ ਵੱਜ ਗਈਆਂ, ਭਰਾ ਨੂੰ ਵੀ ਤੋਰ ਬੈਠਿਆ, ਪਰ ਕਹਿੰਦਾ ਕੀ ਜ਼ੋਰ ਹੈ, ਵਾਹਿਗੁਰੂ ਅੱਗੇ ਜ਼ੋਰ ਨਹੀਂ। ਸੱਚ ਹੈ, ਕੋਈ ਜ਼ੋਰ ਨਹੀਂ ਹੈ। ਪਰ ਇਹ ਬੱਚੇ ਜਿਹੜੇ ਨੇ ਨਾ ਸਾਧ ਸੰਗਤ, ਇਹਨਾਂ 4 ਭੈਣਾਂ ਦੇ ਜਿਹੜੇ ਬੱਚੇ ਨੇ ਉਹ ਇੱਕ ਪਿਤਾ ਤੋਂ ਹੀਣੇ ਹੋ ਗਏ। ਆਪਾਂ ਨੂੰ ਉਸ ਦਰਦ ਦਾ ਪਤਾ ਹੈ। ਅਤੇ ਫਿਰ ਉਹ ਬੱਚਿਆਂ ਦੀ ਦਰਦ ਕਹਾਣੀ, ਮੈਨੂੰ 22 ਸਾਲ ਹੋ ਗਏ ਤੁਹਾਡੀ ਸੇਵਾ ਕਰਦੇ ਹਾਂ, ਅਤੇ ਇਹ ਤੁਹਾਡਾ ਪਿਆਰ ਹੈ। ਅਤੇ ਫਿਰ ਨਾ ਉਹ ਬੱਚੇ ਮੈਨੂੰ ਦੱਸਦੇ ਨੇ, ਕੀ ਕਹਿੰਦੇ, ਸੁਣੋ ਜੋ ਸੱਚ ਹੈ, ਹਾਂ ਭਾਣੇ ਵਿੱਚ ਰਜਾ ਵਿੱਚ ਹੁਕਮ ਵਿੱਚ, ਪਰ ਸੱਚਾਈ ਆ ਵੀ ਹੈ। ਤੇਰੀ ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ। ਤੇਰੀ ਫੋਟੋ ਦੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਦੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਦੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ। ਤੇਰੀ ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਵੇਖ ਕੇ ਬਾਪੂ ਜੀ ਹੌਲ ਕਾਲਜੇ ਪੈਂਦੇ ਨੇ। ਤੇਰੀ ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ, ਫੋਟੋ ਵੇਖ ਕੇ ਬਾਪੂ ਜੀ ਮੇਰੇ ਹੌਲ ਕਾਲਜੇ ਪੈਂਦੇ ਨੇ। ਜਿਹੜੇ ਲੰਘੇ ਸੀ ਦਿਨ ਨਾਲ ਤੇਰੇ ਮੇਰੇ ਹਰਦਮ ਚੇਤੇ ਰਹਿੰਦੇ ਨੇ, ਲੰਘੇ ਸੀ ਦਿਨ ਨਾਲ ਤੇਰੇ ਮੇਰੇ ਹਰਦਮ ਚੇਤੇ ਰਹਿੰਦੇ ਨੇ। ਲੰਘੇ ਸੀ ਦਿਨ ਨਾਲ ਤੇਰੇ ਮੇਰੇ ਹਰਦਮ ਚੇਤੇ ਰਹਿੰਦੇ ਨੇ, ਲੰਘੇ ਸੀ ਦਿਨ ਨਾਲ ਤੇਰੇ ਮੇਰੇ ਹਰਦਮ ਚੇਤੇ ਰਹਿੰਦੇ ਨੇ, ਲੰਘੇ ਸੀ ਦਿਨ ਨਾਲ ਤੇਰੇ ਮੇਰੇ ਹਰਦਮ ਚੇਤੇ ਰਹਿੰਦੇ ਨੇ, ਲੰਘੇ ਸੀ ਦਿਨ ਨਾਲ ਤੇਰੇ ਮੇਰੇ ਹਰਦਮ ਚੇਤੇ ਰਹਿੰਦੇ ਨੇ। ਉਹ ਤਾਂ
ਸਾਧ ਸੰਗਤ ਮਾਪਿਆਂ ਦਾ ਜਿਹੜਾ ਪਿਆਰ ਹੁੰਦਾ ਉਹ ਕਿਸੇ ਤੱਕੜੀ 'ਚ ਤੋਲੇ ਹੀ ਨਹੀਂ ਜਾਂਦਾ। ਉਹ ਤਾਂ ਬਸ ਪਿਆਰ ਹੀ ਕਹਿ ਸਕਦੇ, ਉਹਨੂੰ ਹੋਰ ਨਹੀਂ ਕੁਛ ਕਹਿ ਸਕਦੇ। ਅਤੇ ਇਹ ਉਸ ਵੇਲੇ ਹਾਲ ਹੁੰਦਾ ਜਦੋਂ ਵਿਛੋੜਾ ਹੁੰਦਾ। ਪਰ ਜਦੋਂ ਸਤਿਗੁਰੂ ਜੀ ਤੁਰੇ ਗਏ, ਪਿੱਛੇ ਪਿੱਛੇ ਸੰਗਤ ਤੁਰੀ ਗਈ, 2 ਕੋਹ ਬਾਟ ਤੁਰ ਗਏ ਅਤੇ ਮਹਾਰਾਜ ਖੜ੍ਹ ਗਏ। ਜਦੋਂ ਮਹਾਰਾਜ ਖੜ੍ਹ ਗਏ, ਲਕੀਰ ਖਿੱਚਤੀ, ਬਈ ਤੁਸੀਂ ਕੌਣ ਹੋ? ਮਹਾਰਾਜ ਤੁਹਾਡੇ ਸੇਵਾਦਾਰ ਸਿੱਖ ਹਾਂ। ਕਹਿੰਦੇ ਸਿੱਖ ਦਾ ਭਾਵ ਕੀ ਹੁੰਦਾ? ਮਹਾਰਾਜ ਗੁਰੂ ਦਾ ਹੁਕਮ ਮੰਨਣਾ। ਕਹਿੰਦੇ ਸਾਡਾ ਹੁਕਮ ਹੈ ਲਕੀਰ ਨਾ ਟੱਪਿਓ। ਬਾਬਾ ਬੁੱਢਾ ਜੀ ਵਾਪਸ ਚਲੇ ਜਾਓ, ਭਾਣਾ ਮੰਨੋ, ਗੁਰੂ ਦੀ ਰਜ਼ਾ ਵਿੱਚ, ਗੁਰੂ ਦੇ ਹੁਕਮ ਵਿੱਚ ਬਾਣੀ ਨਾਲ ਜੁੜੋ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਸੰਗਤਾਂ ਨੂੰ ਸੰਭਾਲੋ, ਤੁਸੀਂ ਗੁਰੂ ਘਰ ਦੇ ਬ੍ਰਹਮ ਗਿਆਨੀ ਹੋ। ਬਾਬਾ ਬੁੱਢਾ ਜੀ ਹੁਕਮ ਦੇ ਵਿੱਚ ਚੱਲਣਾ। 7 ਬਚਨ ਮਹਾਰਾਜ, ਪੀੜਾ ਔਖੀ ਹੈ, ਦਰਦ ਬਹੁਤ ਔਖਾ ਹੈ, ਮੈਂ ਸਹਿ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਤਕੜੇ ਹੋ, ਹੁਕਮ ਦੇ ਵਿੱਚ ਜਾਓ, ਰਜ਼ਾ ਦੇ ਵਿੱਚ ਜਾਓ, ਮੁੜ ਜਾਓ ਵਾਪਸ। 7 ਬਚਨ ਮਹਾਰਾਜ ਅਸੀਂ ਲਕੀਰ ਨਹੀਂ ਟੱਪਾਂਗੇ। ਇਉਂ ਕਹਿ ਕੇ ਮਹਾਰਾਜ ਲਾਹੌਰ ਨੂੰ ਤੁਰ ਪਏ। ਜਦੋਂ ਲਾਹੌਰ ਨੂੰ ਤੁਰੇ ਨਾ ਸਤਿਗੁਰੂ ਜੀ, ਇਉਂ ਫਿਰ ਆਪਣਾ ਸੁਭਾਅ ਹੁੰਦਾ, ਜਦੋਂ ਬੱਚੇ ਨੂੰ ਬਾਹਰਲੀ ਕੰਟਰੀ ਤੋਰਦੇ ਹਾਂ, ਫੌਜ ਵਿੱਚ ਤੋਰਦੇ ਹਾਂ, ਕਿਤੇ ਦੂਰ ਦਰਾਡੇ ਬਦਲੀ ਹੋ ਜਾਂਦੀ ਹੈ, ਅਤੇ ਉਸ ਵੇਲੇ ਨਾ ਆਪਣਾ ਇੱਕ ਸੁਭਾਅ ਹੁੰਦਾ, ਆਪਾਂ ਗੇਟ 'ਤੇ ਆ ਜਾਂਦੇ ਹਾਂ। ਗੇਟ 'ਤੇ ਆ ਕੇ ਫਿਰ ਜਿਤਨਾ ਚਿਰ ਗੱਡੀ ਦਿਸਦੀ ਹੈ, ਕਾਲਜੇ ਨੂੰ ਹੱਥ ਪਾ ਕੇ ਖੜ੍ਹ ਜਾਂਦੇ ਹਾਂ। ਇੱਕ ਬਾਹਰਲੇ ਦੇਸ਼ ਤੋਰਨਾ ਬੱਚਾ, ਮੈਂ ਮੂਵੀਆਂ ਵੇਖਦਾ ਰਹਿਣਾ, ਉਹ ਵੀ ਵੇਖੋ ਮਹਾਰਾਜ ਨੇ ਕਿੰਨਾ ਪਿਆਰ ਬਣਾਇਆ। ਅਤੇ ਉਸ ਵੇਲੇ ਉਹ ਬੱਚਾ ਨਾ ਪਹਿਲਾਂ ਮਾਂ ਨੂੰ ਮਿਲਦਾ, ਫਿਰ ਭੈਣ ਨੂੰ ਮਿਲਦਾ, ਫਿਰ ਭਰਾਵਾਂ ਨੂੰ ਮਿਲਦਾ। ਇਉਂ ਕਿਤੇ ਕਿੰਨਾ ਚਿਰ ਗਲਵੱਕੜੀਆਂ ਨਹੀਂ ਛੱਡਦੇ। ਇਉਂ ਹੰਝੂ ਪੂੰਝਦੀ ਹੈ ਮਾਂ, ਹੰਝੂ ਪੂੰਝਦਾ ਕਿਤੇ ਭਰਾ। ਅਤੇ ਉਹ ਵੀ ਕਿੱਡਾ ਵੱਡਾ ਵਿਛੋੜਾ ਹੁੰਦਾ। ਨਾਲੇ ਆਪਾਂ ਨੂੰ ਪਤਾ ਹੈ ਵੀ ਆਪਾਂ ਜਦੋਂ ਮਰਜ਼ੀ ਮਿਲ ਸਕਦੇ ਹਾਂ, ਲਾਈਵ ਕਾਲ ਕਰ ਸਕਦੇ ਹਾਂ, ਪਰ ਉਹ ਵੀ ਇੱਕ ਵਿਛੋੜਾ ਹੁੰਦਾ। ਇਉਂ ਸੰਗਤਾਂ ਖੜ੍ਹ ਗਈਆਂ, ਮਹਾਰਾਜ ਦਿਸਦੇ ਰਹੇ। ਅਤੇ ਜਦੋਂ ਵੇਖਿਆ ਵੀ ਹੁਣ ਮਹਾਰਾਜ ਓਹਲੇ ਹੋਣਗੇ ਸਰੀਰ ਕਰਕੇ, ਇਹਦੇ ਤੋਂ ਬਾਅਦ ਫਿਰ ਹੁਣ ਮੁੜ ਕੇ ਮਹਾਰਾਜ ਦੇ ਦਰਸ਼ਨ ਨਹੀਂ ਹੋਣਗੇ। ਬਸ ਇਹ ਅਖੀਰੀ ਵਾਰ ਦੇ ਦਰਸ਼ਨ ਨੇ। ਇਹ ਉਵੇਂ ਹੀ ਹੁੰਦਾ ਜਿਵੇਂ ਆਪਾਂ ਘਰ ਵਿੱਚੋਂ ਅਰਥੀ ਚੁੱਕਦੇ ਹਾਂ ਨਾ ਜਦੋਂ ਮ੍ਰਿਤਕ ਸਰੀਰ ਦੀ, ਉਹ ਸਭ ਤੋਂ ਔਖਾ ਵੇਲਾ ਹੁੰਦਾ। ਸਾਰਾ ਪਰਿਵਾਰ ਉੱਤੇ ਡਿੱਗਦਾ। ਹਾਏ, ਅੱਜ ਸਿੰਘ ਗੱਡੀ 'ਚ ਗੱਲਾਂ ਕਰਦੇ ਆਉਂਦੇ ਸੀ, ਕਹਿੰਦੇ ਬਾਬਾ ਜੀ ਜੇ ਵਾਹਿਗੁਰੂ ਨੇ ਕੋਈ ਐਸੀ ਖੇਡ ਬਣਾਈ ਹੁੰਦੀ ਨਾ ਵੀ ਮ੍ਰਿਤਕ ਸਰੀਰ ਦਾ ਜੇ ਸੰਸਕਾਰ ਕਰੇ ਬਗੈਰ ਸਰ ਜਾਂਦਾ, ਕੋਈ ਵੀ ਬੰਦਾ ਨਾ ਆਪਣੇ ਕਿਸੇ ਬਜ਼ੁਰਗ ਦਾ, ਨਾ ਆਪਣੇ ਪਿਓ ਦਾ, ਨਾ ਭੈਣ ਦਾ, ਨਾ ਭਰਾ ਦਾ ਕਦੇ ਵੀ ਸੰਸਕਾਰ ਨਹੀਂ ਕਰਦਾ ਸੀ। ਕਮਰੇ ਪਾ ਲੈਂਦਾ ਅਤੇ ਕਮਰਿਆਂ ਦੇ ਵਿੱਚ ਡੈੱਡ ਬੋਡੀਆਂ ਰੱਖੀ ਜਾਂਦਾ ਵੀ ਕਿਤੇ ਦਰਸ਼ਨ ਤਾਂ ਕਰ ਲਿਆ ਕਰਾਂਗੇ। ਪਰ ਵਾਹਿਗੁਰੂ ਨੇ ਖੇਡ ਹੀ ਐਸੀ ਬਣਾਤੀ ਵੀ ਡੈੱਡ ਬੋਡੀ ਘਰੇ ਰੱਖੀ ਨਹੀਂ ਜਾਂਦੀ। ਖੇਡ ਹੀ ਐਸੀ ਬਣਾਤੀ ਵਾਹਿਗੁਰੂ ਨੇ। ਇਹ ਪਿਆਰ ਹੈ। ਤਾਂ ਫਿਰ ਜਦੋਂ ਓਹਲੇ ਹੋਣ ਲੱਗੇ ਨਾ, ਅਤੇ ਸਮੁੱਚੀ ਸੰਗਤ ਨੇ, ਜਿਹਦੇ ਵਿੱਚ ਮਾਤਾ ਗੰਗਾ ਜੀ, ਇੱਕ ਪਤੀ ਦਾ ਵਿਛੋੜਾ, ਇੱਕ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਖੜ੍ਹੇ ਨੇ, ਇੱਕ ਪਿਤਾ ਦਾ ਵਿਛੋੜਾ। ਅਤੇ ਫਿਰ ਇਉਂ ਸਮਝ ਲਓ ਵੀ ਅਰਥੀ ਦੇ ਪਿੱਛੇ ਮਹਾਰਾਜ ਸਦਾ ਵਾਸਤੇ ਜਾ ਰਹੇ ਨੇ ਸਰੀਰ ਕਰਕੇ। ਸੰਗਤਾਂ ਨੇ ਫਿਰ ਭੁੱਬ ਮਾਰੀ ਵਿਰਾਗ ਦੀ, ਭਾਣੇ ਵਿੱਚ, ਰਜਾ ਵਿੱਚ। ਇੱਕ ਰਜਾ ਹੁੰਦੀ ਹੈ, ਹੰਝੂ ਆਉਣਾ ਇਹ ਵਿਰਾਗ ਹੈ, ਬੈਣ ਪਾਉਣੇ ਇਹ ਭਾਣੇ 'ਚ ਦਖਲਅੰਦਾਜ਼ੀ ਹੈ। ਇਸ਼ਾਰਾ ਸਮਝਿਓ। ਸੰਗਤਾਂ ਨੇ ਕੀ ਕਿਹਾ ਫਿਰ? ਸਾਨੂੰ ਲੈ ਜਾ ਸਤਿਗੁਰ ਨਾਲ। ਪਿੱਛੇ ਜਾਂਦੇ ਤੇ ਕਹਿੰਦੇ ਆ ਨਾ ਆਪਾਂ, ਜਾਣ ਵਾਲਿਆ ਸਾਨੂੰ ਵੀ ਨਾਲ ਹੀ ਲੈ ਜਾਂਦਾ, ਕਿਉਂ ਤੁਰ ਗਿਆ ਛੱਡ ਕੇ? ਸਾਡਾ ਜੀ ਨਹੀਂ ਲੱਗਣਾ ਤੇਰੇ ਬਿਨਾ, ਲੈ ਜਾ ਪ੍ਰੀਤਮਾ ਨਾਲ। ਜੀ ਨਹੀਂ ਲੱਗਣਾ ਤੇਰੇ ਬਿਨਾ, ਲੈ ਜਾ ਪ੍ਰੀਤਮਾ ਨਾਲ। ਸਾਡਾ ਜੀ ਨਹੀਂ ਲੱਗਣਾ ਤੇਰੇ ਬਿਨਾ, ਲੈ ਜਾ ਪ੍ਰੀਤਮਾ ਨਾਲ। ਸਾਡਾ ਜੀ ਨਹੀਂ ਲੱਗਣਾ ਤੇਰੇ ਬਿਨਾ, ਲੈ ਜਾ ਪ੍ਰੀਤਮਾ ਨਾਲ। ਸਾਡਾ ਜੀ ਨਹੀਂ ਲੱਗਣਾ ਤੇਰੇ ਬਿਨਾ, ਲੈ ਜਾ ਪ੍ਰੀਤਮਾ ਨਾਲ। ਨਹੀਂ ਲੱਗਣਾ ਤੇਰੇ ਬਿਨਾ, ਸਾਨੂੰ ਲੈ ਜੋ ਸਤਿਗੁਰ ਨਾਲ। ਸਾਡਾ ਜੀ ਨਹੀਂ ਲੱਗਣਾ ਤੁਹਾਡੇ ਬਿਨਾ, ਲੈ ਜੋ ਸਤਿਗੁਰ ਨਾਲ। ਜੀ ਸਾਡਾ ਜੀ ਨਹੀਂ ਲੱਗਣਾ ਤੁਹਾਡੇ ਬਿਨਾ, ਸਾਨੂੰ ਲੈ ਜੋ ਸਤਿਗੁਰ ਨਾਲ। ਸਾਡਾ ਜੀ ਨਹੀਂ ਲੱਗਣਾ ਤੁਹਾਡੇ ਬਿਨਾ, ਲੈ ਜੋ ਸਤਿਗੁਰ ਨਾਲ। ਸਾਡਾ ਜੀ ਨਹੀਂ ਲੱਗਣਾ ਤੁਹਾਡੇ ਬਿਨਾ। ਵੇਖੋ, ਜਦੋਂ ਆਪਾਂ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰਕੇ ਘਰ ਮੁੜਦੇ ਹਾਂ ਨਾ, ਉਸ ਵੇਲੇ ਵਿਹੜਾ ਜਿਹੜਾ ਛਾਂ ਕਰ ਰਿਹਾ ਹੁੰਦਾ ਹੈ। ਇੱਕ ਅੱਧਾ ਮੈਂਬਰ ਘਰੇ ਹੁੰਦਾ ਹੈ, ਬਾਕੀ ਸਾਰੇ ਆਪਾਂ ਉਹਨੂੰ ਸਦਾ ਵਾਸਤੇ ਤੋਰਨ ਵਾਸਤੇ ਸ਼ਮਸ਼ਾਨ ਘਾਟ ਪਹੁੰਚ ਜਾਂਦੇ ਹਾਂ। ਅਤੇ ਜਦੋਂ ਵਾਪਸ ਆਉਂਦੇ ਹਾਂ ਨਾ, ਤੁਸੀਂ ਵੀ ਅੱਖੀਂ ਘਟਨਾਵਾਂ ਵੇਖੀਆਂ ਨੇ, ਮੈਂ ਵੀ। ਅਤੇ ਜੇ ਪੁੱਤ ਤੁਰ ਗਿਆ ਨਾ, ਗੇਟ ਦੇ ਵਿੱਚ ਆ ਕੇ ਮਾਂ, ਪਤਨੀ, ਭੈਣ, ਧੀਆਂ ਇਉਂ ਹੱਥੜਾ ਮਾਰ ਕੇ
ਅੰਦਰ ਵੜਦੀਆਂ ਨੇ, ਕਿਉਂਕਿ ਵਿਹੜਾ ਜਿਹੜਾ ਨਾ ਬਹੁਤ ਸਵਾਲ ਖੜੇ ਕਰ ਦਿੰਦਾ ਉਸ ਵੇਲੇ। ਉਹਦੇ ਵਿੱਚ ਉਹ ਸੱਜਣ ਨਹੀਂ ਹੈਗਾ, ਉਹ ਰੰਗਲਾ ਸੱਜਣ ਉੱਥੋਂ ਸਦਾ ਵਾਸਤੇ ਚਲਿਆ ਗਿਆ। ਸੰਗਤਾਂ ਵਿਆਕਲ ਹੋ ਕੇ ਅੰਮ੍ਰਿਤਸਰ ਸਾਹਿਬ ਡਿੱਗੀਆਂ, ਬਾਬਾ ਬੁੱਢਾ ਜੀ ਨੇ ਬਾਣੀ ਨਾਲ ਜੋੜਿਆ, ਨਾਮ ਨਾਲ ਜੋੜਿਆ। ਸੋ ਗੁਰਮੁਖੋ ਇਹੋ ਹੀ ਸਤਿਗੁਰੂ ਜੀ ਸਾਨੂੰ ਸੁਣਾਉਂਦੇ ਨੇ, ਬਈ ਸਰੀਰ ਦਾ ਭਰੋਸਾ ਕੋਈ ਹੈ ਨਹੀਂ, ਬਾਣੀ ਦਾ ਆਸਰਾ ਲਓ, ਨਾਮ ਦਾ ਆਸਰਾ ਲਓ, ਨਸ਼ਿਆਂ ਦਾ ਤਿਆਗ ਕਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਇੱਕ ਚੰਗੇ ਮਨੁੱਖ ਬਣੀਏ। ਸੰਸਾਰ 'ਤੇ ਕਰਮਾਂ ਦੀ ਵੈਲਿਊ ਹੈ। ਸਾਧ ਸੰਗਤ ਕਰਮ ਚੰਗੇ ਕਰੀਏ। ਆਓ ਅੱਜ ਸਿੱਧੂ ਪਰਿਵਾਰ ਵਿੱਚ ਆਪਾਂ ਬੈਠੇ ਹਾਂ। ਮੇਰੇ ਪਰਮ ਮਿੱਤਰ ਸਰਦਾਰ ਮੇਜਰ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਪਿਤਾ ਸਵਰਗਵਾਸੀ ਸਰਦਾਰ ਰੂੜ ਸਿੰਘ ਜੀ, ਅਤੇ ਸਾਧ ਸੰਗਤ ਉਹਨਾਂ ਦੇ ਜੀਵਨ ਸਾਥੀ ਭੈਣ ਸਾਡੀ ਗੁਰਬਚਨ ਕੌਰ, ਬਹੁਤ ਪਿਆਰ ਵਾਲੀ ਬੀਬੀ ਹੈ, ਬਹੁਤ ਸੁਲਝੀ ਬੀਬੀ ਹੈ, ਸਿਆਣੀ ਬੀਬੀ ਹੈ। ਪੇਕਾ ਪਰਿਵਾਰ ਕੰਧ ਵਾਲਾ ਫਾਜ਼ਿਲਕਾ ਦੇ ਨੇੜੇ ਹੈ। ਉਹਨਾਂ ਦਾ ਸਤਿਕਾਰਯੋਗ ਬੇਟਾ ਕਾਕਾ ਨਿਸ਼ਾਨ ਸਿੰਘ, ਉਹਨਾਂ ਦੇ ਘਰੋਂ ਬੀਬਾ ਗੁਰਪ੍ਰੀਤ ਕੌਰ, ਬਹੁਤ ਸਿਆਣੀ ਬੱਚੀ ਹੈ। ਗੁਰਪ੍ਰੀਤ ਹੈ ਜੋ ਡੱਬ ਵਾਲੀ, ਇਹਨਾਂ ਦਾ ਪੇਕਾ ਪਰਿਵਾਰ ਹੈ। ਚੰਗੇ ਬੱਚੇ ਸਾਧ ਸੰਗਤ ਚੰਗੇ ਅਖਵਾਉਂਦੇ ਨੇ। ਇਹ ਬੱਚੀ ਦੇ ਉੱਪਰ ਵੀ ਓਨਾ ਹੀ ਅਸਰ ਪਿਆ ਜਿੰਨਾ ਉਹਨਾਂ ਦੀ ਬੇਟੀ ਕਰਮਜੀਤ ਕੌਰ। ਬੇਟੀ ਕਰਮਜੀਤ ਕੌਰ ਦਾ ਇੱਕ ਪਿਆਰਾ ਪਿਤਾ ਚੱਲ ਗਿਆ, ਅਤੇ ਗੁਰਪ੍ਰੀਤ ਕੌਰ ਦਾ ਵੀ ਪਿਤਾ ਚੱਲ ਗਿਆ। ਮੰਨੋ ਸਹੁਰਾ ਪਿਤਾ ਹੁੰਦਾ ਹੈ, ਅਤੇ ਮੰਨਣ ਦੀ ਗੱਲ ਹੈ। ਤਾਂ ਉੱਥੇ ਪਿਆਰੀ ਧੀ ਕਰਮਜੀਤ ਕੌਰ ਜਿਹਦਾ ਸੰਸਾਰ ਹੀ ਲੁੱਟ ਗਿਆ। ਇੱਕ ਇੰਨਾ ਪਿਆਰਾ ਪਿਤਾ ਕਿਤੋਂ ਮਿਲਦਾ ਨਹੀਂ ਹੈ। ਇਸ ਘਰ ਦੇ ਜਵਾਈ ਬੜੇ ਸਿਆਣੇ ਸਰਦਾਰ ਜਸਪ੍ਰੀਤ ਸਿੰਘ ਜੀ ਸੇਖੋਂ, ਅਤੇ ਮਾਣੀ ਖੇੜਾ ਇਹਨਾਂ ਦਾ ਪਿੰਡ ਹੈਗਾ, ਅਤੇ ਮਲੋਟ ਇਹਨਾਂ ਦੀ ਰਿਹਾਇਸ਼ ਹੈਗੀ। ਅਤੇ ਬਹੁਤ ਸਿਆਣੇ ਪੋਤਰੇ ਸਹਿਜਦੀਪ ਅਤੇ ਪੋਤਰੀ ਅਸ਼ਮੀਤ ਕੌਰ, ਅਤੇ ਸਾਧ ਸੰਗਤ ਗੁਰਬਚਨ ਕੌਰ ਦੀਆਂ ਭੈਣਾਂ ਗੁਰਦੀਪ ਕੌਰ, ਅਮਰਜੀਤ ਕੌਰ, ਸੰਪੂਰਨ ਕੌਰ। ਇਹਨਾਂ ਬੀਬੀਆਂ ਵਾਸਤੇ ਮਾਨੋ ਜੱਗ ਲੁੱਟਿਆ ਗਿਆ। ਖੇਡਾਂ ਵਾਹਿਗੁਰੂ ਦੀਆਂ ਨੇ। ਹਰ ਕੋਈ ਚਾਹੁੰਦਾ ਪਤੀ ਪਤਨੀ ਦਾ ਜਿਹੜਾ ਸਾਥ ਹੁੰਦਾ ਬਹੁਤ ਲੰਮਾ ਹੁੰਦਾ, ਕਿਉਂਕਿ ਜਿਹੜੀਆਂ ਗੱਲਾਂ ਸ਼ੇਅਰ ਕਰਨੀਆਂ ਹੁੰਦੀਆਂ ਨੇ, ਦੋ ਰਿਸ਼ਤੇ ਐਸੇ ਬਣਾਏ ਨੇ, ਇੱਕ ਤਾਂ ਮਾਂ ਅਤੇ ਧੀ ਦਾ। ਧੀ ਜਿਹੜੀ ਗੱਲ ਮਾਂ ਦੇ ਨਾਲ ਸ਼ੇਅਰ ਕਰ ਲੂਗੀ, ਹੋਰ ਕਿਸੇ ਨਾਲ ਉਹਨਾਂ ਦੁੱਖ ਨਹੀਂ ਵੰਡਾ ਸਕਦੀ ਜਿੰਨੀ ਮਾਂ ਦੇ ਨਾਲ ਉਹ ਗੱਲ ਸ਼ੇਅਰ ਕਰਕੇ ਦੁੱਖ ਹੌਲਾ ਕਰ ਲੈਂਦੀ ਹੈ। ਦੂਜਾ ਰਿਸ਼ਤਾ ਹੈਗਾ ਪਤੀ ਅਤੇ ਪਤਨੀ ਦਾ। ਬਹੁਤ ਸਾਰੇ ਜ਼ਿੰਦਗੀ ਦਾ ਦੂਜਾ ਨਾਮ ਹੀ ਸੰਘਰਸ਼ ਹੈ। ਬਹੁਤ ਵੱਡੇ ਸੰਘਰਸ਼ ਵਿੱਚੋਂ ਦੀ ਬੰਦੇ ਨੂੰ ਲੰਘਣਾ ਪੈਂਦਾ, ਵੱਡੀ ਜੱਦੋ ਜਹਿਦ ਹੁੰਦੀ ਹੈ। ਜ਼ਿੰਦਗੀ ਇਸ ਤਰ੍ਹਾਂ ਨਹੀਂ ਕਿਸੇ ਦੀ ਲੰਘ ਜਾਂਦੀ। ਸੋ ਉਹ ਜੱਦੋ ਜਹਿਦ ਦੇ ਵਿੱਚ ਜਦੋਂ ਕਿਤੇ ਬੰਦਾ ਅਪਸੈਟ ਹੁੰਦਾ, ਕੋਈ ਬਹੁਤ ਇਹੋ ਜਿਹੇ ਭਿਆਨਕ ਸਮੇਂ ਆ ਜਾਂਦੇ ਨੇ, ਫਿਰ ਪਤਨੀ ਇੱਕ ਐਸਾ ਰਿਸ਼ਤਾ ਹੈ, ਪਤੀ ਇੱਕ ਐਸਾ ਰਿਸ਼ਤਾ ਹੈ ਜਿਹੜਾ ਆਪਣੀ ਪਤਨੀ ਨੂੰ ਸਮਝਦਾ ਹੁੰਦਾ, ਅਤੇ ਪਤੀ ਪਤਨੀ ਨੂੰ ਸਮਝਦਾ, ਪਤਨੀ ਪਤੀ ਨੂੰ ਸਮਝਦੀ ਹੈ। ਉੱਥੇ ਫਿਰ ਉਹ ਗੱਲਾਂ ਸ਼ੇਅਰ ਕਰਕੇ ਵੱਡੇ ਤੋਂ ਵੱਡੇ ਦੁੱਖਾਂ 'ਤੇ ਫਤਿਹ ਪਾ ਲੈਂਦੇ ਨੇ। ਜਦੋਂ ਫਿਰ ਇਹ ਸਫ਼ਰ ਅੱਧ ਵਾਟੇ ਮੁੱਕ ਜਾਵੇ, ਜੇ ਪਤੀ ਤੁਰ ਗਿਆ ਤਾਂ ਪਤਨੀ ਵਾਸਤੇ ਹਨੇਰਾ ਪੈ ਜਾਂਦਾ, ਜੇ ਪਤਨੀ ਤੁਰ ਗਈ ਤਾਂ ਪਤੀ ਦਾ ਕੁਛ ਨਹੀਂ ਬਚਦਾ। ਅਤੇ ਇਹ ਗੱਲਾਂ ਹੁੰਦੀਆਂ ਨੇ ਗੁਰਮੁਖੋ। ਅੱਜ ਸਿੱਧੂ ਪਰਿਵਾਰ ਵਾਸਤੇ ਬਹੁਤ ਵੱਡਾ ਘਾਟਾ ਪੈ ਗਿਆ, ਅਤੇ ਮੈਨੂੰ ਹੁਕਮ ਕੀਤਾ ਸੀ, ਕਿਉਂਕਿ ਦਾਸ ਨੇ ਸ਼ੁਰੂ ਵਿੱਚ ਵੀ ਦੱਸਿਆ ਸੀ, ਇਸ ਪਰਿਵਾਰ ਦਾ ਜੋ ਸਾਧ ਸੰਗਤ ਇੱਕ ਭੈਣ, ਇਹਨਾਂ ਭੈਣਾਂ ਵਿੱਚੋਂ ਗੁਰਬਚਨ ਕੌਰ ਦੀਆਂ ਭੈਣਾਂ, ਉੱਥੇ ਮੂਸੇ ਵਾਲੀ ਪਿੰਡ ਹੈਗਾ ਹਰਿਆਣੇ ਦੇ ਵਿੱਚ, ਇਹ ਰਤੀਏ ਸ਼ਹਿਰ ਦੇ ਨੇੜੇ ਪਿੰਡ ਪੈਂਦਾ, ਉੱਧਰੋਂ ਕੁਲਾਂ ਸ਼ਹਿਰ ਹੈਗਾ, ਅਤੇ ਉੱਥੇ ਦਾਸ ਕੀਰਤਨ ਕਰਨ ਗਿਆ ਸੀ। ਇਹ ਪਰਿਵਾਰ ਉੱਥੇ ਪਹੁੰਚਿਆ ਸੀ। ਉੱਥੇ ਸਰਦਾਰ ਚੰਨਣ ਸਿੰਘ ਜੀ ਚੜ੍ਹਾਈ ਕਰ ਗਏ ਸੀ। ਰਹਿਣ ਦਿਓ, ਲੱਗਿਆ ਰਹਿਣ। ਚੰਨਣ ਸਿੰਘ ਜੀ ਚੜ੍ਹਾਈ ਕਰ ਗਏ ਸੀ, ਅਤੇ ਸਮੁੱਚਾ ਪਰਿਵਾਰ ਜਦੋਂ ਗਿਆ, ਸਰਦਾਰ ਮੇਜਰ ਸਿੰਘ ਮੇਰੇ ਨਾਲ 1.5 ਘੰਟਾ ਗੱਲਾਂ ਕਰਕੇ ਆਏ। ਇਹ ਸ਼ਾਇਦ 4 ਮਾਰਚ ਦੀ ਗੱਲ ਹੈ, ਅਤੇ ਸਾਰੀ ਪਰਿਵਾਰ ਗਿਆ ਸੀ ਇੱਥੋਂ, ਅਤੇ ਕੰਧ ਵਾਲੇ ਉਹ ਜਿਹੜੇ ਸੱਜਣ ਨੇ ਉਹ ਵੀ ਗਏ ਸੀ, ਅਤੇ ਸਾਰੇ ਪਰਿਵਾਰ ਨੇ ਉੱਥੇ ਬੜਾ ਮੈਨੂੰ ਪਿਆਰ ਦਿੱਤਾ। ਮੈਨੂੰ ਬੜਾ ਦੁੱਖ ਪਹੁੰਚਿਆ ਜਦੋਂ ਮੇਜਰ ਸਿੰਘ ਨੇ ਘਰ ਆ ਕੇ, ਇੱਥੇ ਆ ਕੇ ਗੱਲਾਂ ਕੀਤੀਆਂ ਆਪਣੇ ਘਰ। ਕਹਿੰਦੇ ਅੱਜ ਉੱਥੇ ਇੱਕ ਬਾਬਾ ਆਇਆ ਸੀ। ਗੁਰਮੁਖੋ ਮੈਂ ਆਪਣੀ ਜਿਹੜਾ ਨਾ ਇਹ ਬਾਬਾ ਸ਼ਬਦ ਹੈ ਜਿਹੜਾ, ਚਲੋ ਠੀਕ ਹੈ, ਸੰਗਤ ਦਾ ਪਿਆਰ ਹੈ, ਸਿਰ ਮੱਥੇ ਹੈ, ਪਰ ਮੈਂ ਤੁਹਾਡਾ ਸੇਵਾਦਾਰ ਹਾਂ, ਖੇਤੀ ਪੱਤੀ ਕਰਨ ਵਾਲਾ ਬੰਦਾ, ਇੱਕ ਹਲ ਵਾਹੁਣ ਵਾਲਾ ਜੱਟ ਜ਼ਿਮੀਂਦਾਰ ਹਾਂ, ਅਤੇ ਆਪਣੇ ਘਰ ਰਹਿ ਕੇ ਖੇਤੀ ਪੱਤੀ ਕਰਦੇ ਹਾਂ। ਜਿਹੜੇ ਡਿਊਟੀਆਂ ਕਰਨ ਵਾਲੇ ਗੁਰੂ ਦੇ ਵਜ਼ੀਰ, ਬਹੁਤ ਸਤਿਕਾਰ ਹੈ, ਸਤਿਕਾਰ ਕਰਿਆ ਕਰੋ, ਰੱਜ ਰੱਜ ਕੇ ਗੁਰਸਿੱਖਾਂ ਨੂੰ ਪਿਆਰ ਕਰੋ, ਹੌਸਲਾ ਦਿਓ। ਅਤੇ ਦਾਸ ਨੇ ਕਦੇ ਡਿਊਟੀ ਨਹੀਂ ਕੀਤੀ, ਮੈਂ ਆਪਣੇ ਘਰ ਰਹਿਣਾ ਸ਼ੁਰੂ ਤੋਂ। ਆਹ ਦਿਨ ਰਾਤ ਦਾ ਕੀਰਤਨ ਹੈ, ਗੁਰੂ ਸੇਵਾ ਲੈਂਦਾ, ਸੰਗਤ ਪਿਆਰ ਬਖਸ਼ਦੀ ਹੈ। ਅਤੇ ਇਸ ਕਰਕੇ ਕਹਿੰਦੇ ਉੱਥੇ ਬਾਬਾ ਆਇਆ ਸੀ, ਕਹਿੰਦੇ ਬਾਹਲਾ ਵਧੀਆ ਕੀਰਤਨ ਕੀਤਾ। ਮਲੋਟ ਵਾਲੀ ਜਿਹੜੀ ਬੀਬੀ ਹੈ, ਇਹਨਾਂ ਦੀ ਧੀ ਰਾਣੀ, ਅਤੇ ਇਹਨਾਂ ਨੇ ਤਾਂ ਮੇਰਾ ਸਾਰਾ ਐਡਰੈਸ ਲੈ ਕੇ, ਅਤੇ YouTube 'ਤੇ ਚੈਨਲ ਬਣਿਆ, ਉਹ ਸਾਰੇ ਸੁਣਦੀ ਹੈ। ਬੀਬੀ ਹੈ ਜਿਹੜੀ ਧੀ ਰਾਣੀ ਹੈ, ਬਹੁਤ ਸਿਆਣੀ ਧੀ ਹੈ। ਵੱਡੀ ਸੱਟ ਵੱਜ ਗਈ ਸਾਡੀ ਧੀ ਨੂੰ। ਪਿਤਾ ਦੀ ਘਾਟ ਕਦੇ ਪੂਰੀ ਨਹੀਂ ਹੁੰਦੀ, ਪਰ ਆਪਾਂ ਸਾਰੇ ਰਲ ਕੇ ਨਾ ਇਹ ਬੱਚੀ ਨੂੰ ਹੌਸਲਾ ਦੇਣਾ ਹੈ। ਦਿਲ ਟੁੱਟ ਜਾਂਦਾ ਹੈ, ਹੌਸਲਾ ਦੇਣ ਵਾਸਤੇ ਆਪਾਂ ਪਹੁੰਚੇ ਹਾਂ। ਅਤੇ ਫਿਰ ਨਾ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਆਪਾਂ ਬਾਬਾ ਜੀ ਦਾ ਕਦੇ ਜ਼ਰੂਰ ਕੀਰਤਨ ਕਰਾਵਾਂਗੇ, ਇੱਥੇ ਜੰਡ ਵਾਲੇ ਆਪਣੇ ਪਰਿਵਾਰ ਵਿੱਚ ਜ਼ਰੂਰ ਕੀਰਤਨ ਕਰਵਾਵਾਂਗੇ। ਮੈਨੂੰ ਜਦੋਂ ਪਰਿਵਾਰ ਨੇ ਦੱਸਿਆ ਨਾ, ਮੇਰਾ ਦਿਲ ਟੁੱਟ ਗਿਆ, ਕਿਉਂਕਿ ਗੁਰਸਿੱਖ ਉਹ ਹੈ ਜਿਹੜਾ ਦੂਜੇ ਦੇ ਦਰਦ ਨੂੰ ਜਾਣਦਾ ਹੈ,
ਦੂਜੇ ਦੇ ਦਰਦ ਨੂੰ ਸਮਝਦਾ। ਨਹੀਂ ਸੀ ਪਤਾ ਭੋਲਿਆ ਇਹ ਕੀਰਤਨ ਤੇਰੀ ਅੰਤਮ ਅਰਦਾਸਤੀ ਕਰਨਾ ਮੈਂ, ਤੁਸੀਂ ਆਪਣੀ ਅੰਤਮ ਅਰਦਾਸਤੀ ਮੈਨੂੰ ਬੁਲਾਓਗੇ, ਐਸਾ ਵੀ ਸਮਾਂ ਬਣਨਾ ਸੀ। ਮੈਨੂੰ ਬਹੁਤ ਦੁੱਖ ਪਹੁੰਚਿਆ, ਮੇਰਾ ਦਿਲ ਰੋਇਆ। ਸਾਧ ਸੰਗਤ, ਕਿਉਂਕਿ ਪਿਆਰ ਹੈ, ਤੁਸੀਂ ਮੇਰੇ ਭੈਣ ਭਰਾ ਹੋ, ਪਰਿਵਾਰ ਹਾਂ, ਆਪਾਂ ਇੱਕ ਪਰਿਵਾਰ ਹਾਂ, ਅਤੇ ਉੱਥੇ ਮੈਨੂੰ ਇਸ ਤਰ੍ਹਾਂ ਆਉਣਾ ਪਵੇ, ਮੈਨੂੰ ਬਹੁਤ ਫੀਲ ਹੁੰਦਾ ਹੈ। ਮੈਂ ਇਹ ਦਿਲੋਂ ਅਰਦਾਸ ਕਰਦਾ ਹੁੰਦਾ ਸੱਚੇ ਪਾਤਸ਼ਾਹ, ਜਿਹੜੀਆਂ ਸੰਗਤਾਂ ਇਹ ਕਮਲੇ ਨੂੰ ਪਿਆਰ ਕਰਦੀਆਂ ਨੇ, ਮੈਂ ਦਿਨੇ ਵੀ ਰਾਤ ਵੀ ਪਤਾ ਨਹੀਂ ਕਿਹੜੇ ਵੇਲੇ ਅਰਦਾਸਾਂ ਕਰਨ ਲੱਗ ਜਾਂਦਾ। ਆਹ ਜਿਹੜੇ ਤੁਸੀਂ 10-10 ਰੁਪਈਏ ਮੱਥਾ ਟੇਕਦੇ ਹੋ ਨਾ, ਗੁਰਬਾਣੀ ਦਾ ਸਤਿਕਾਰ ਕਰਦੇ ਹੋ, ਮੈਂ ਇਹਨਾਂ ਦੀ ਵੀ ਅਰਦਾਸਾਂ ਕਰਦਾ ਹੁੰਦਾ। ਮਹਾਰਾਜ ਇਹ ਕਿਰਤੀ ਲੋਕ ਨੇ, ਇਹਨਾਂ ਦੀ ਖੂਨ ਪਸੀਨੇ ਦੀ ਕਮਾਈ ਹੈ, ਇਹ ਪਿਆਰ ਵਿੱਚ ਮੱਥਾ ਟੇਕ ਦਿੰਦੇ ਨੇ। ਮਹਾਰਾਜ ਮੈਥੋਂ ਲੇਖਾ ਨਹੀਂ ਦਿੱਤਾ ਜਾਣਾ, ਇਹ ਤੁਹਾਡਾ ਪਿਆਰ ਹੈ, ਤੁਸੀਂ ਸਮਝਿਓ। ਇਹਨਾਂ ਦੇ ਸਭ ਦੇ ਘਰਾਂ ਵਿੱਚ ਸੁੱਖ ਵਰਤਾਇਓ, ਖੁਸ਼ੀਆਂ ਵਰਤਾਇਓ, ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ। ਮੈਂ ਦਿਨ ਰਾਤ ਅਰਦਾਸਾਂ ਕਰਦਾ, ਮੈਂ ਸੁੱਖ ਮੰਗਦਾ ਤੁਹਾਡੀ ਸਭ ਦੀ। ਪਰ ਮੈਨੂੰ ਬੜਾ ਦੁੱਖ ਹੋਇਆ। ਆਓ ਸਮਾਂ ਭਾਵੇਂ ਜ਼ਿਆਦਾ ਹੋ ਗਿਆ, ਪਰ ਆਹ ਧਾਰਨਾ ਮੈਂ ਕਹਿਣੀ ਹੈ, ਮੇਰੀ ਧੀ ਦਾ ਮੈਨੂੰ ਹੁਕਮ ਹੈ। ਪਿਓ ਹਮੇਸ਼ਾ ਧੀ ਦੀ ਗੱਲ ਮੰਨਦਾ ਹੈ। ਮੈਂ ਉਹ ਧੀ ਦੇ ਹੁਕਮ 'ਤੇ ਇਹ ਧਾਰਨਾ ਕਹਿ ਕੇ ਆਨੰਦ ਸਾਹਿਬ ਪੜ੍ਹ ਦੇਣਾ। ਵਿਹੜਾ ਭਰਿਆ ਸੀ ਮੇਜਰ ਸਿੰਘ ਤੇਰੇ ਨਾਲ। ਅੱਜ ਜਦੋਂ ਬੱਚੇ ਘਰ ਜਾਂਦੇ ਨੇ ਨਾ, ਉਹ ਰੰਗਲੇ ਸੱਜਣਾ ਬਾਜੋਂ ਵਿਹੜਾ ਸੁੰਨਾ ਲੱਗਦਾ ਏ। ਚਾਰੇ ਭੈਣਾਂ ਦੇ ਵਿਹੜੇ ਇਸ ਤਰ੍ਹਾਂ ਹੋ ਗਏ। ਅੱਜ ਭੈਣਾਂ ਦਾ ਵੀਰ ਤੁਰ ਗਿਆ। ਪੁੱਤ ਤੇਰੇ ਦਾ ਤੇਰੇ ਬਾਝੋਂ ਜੀ ਨਾ ਲੱਗਦਾ ਏ ਬਾਪੂ, ਪੁੱਤ ਤੇਰੇ ਦਾ ਤੇਰੇ ਬਾਝੋਂ ਜੀ ਨਾ ਲੱਗਦਾ ਏ। ਰੰਗਲੇ ਸਜਣਾ ਬਾਝੋਂ ਵਿਹੜਾ ਸੁੰਨਾ ਲੱਗਦਾ ਏ। ਪੁੱਤ ਤੇਰੇ ਦਾ ਤੇਰੇ ਬਾਝੋਂ ਜੀ ਨਾ ਲੱਗਦਾ ਏ ਬਾਪੂ, ਪੁੱਤ ਤੇਰੇ ਦਾ ਤੇਰੇ ਬਾਝੋਂ ਜੀ ਨਾ ਲੱਗਦਾ ਏ। ਹਾਂ ਰੰਗਲੇ ਸੱਜਣਾ ਬਾਝੋਂ ਵਿਹੜਾ ਸੁੰਨਾ ਲੱਗਦਾ ਏ। ਧੀ ਤੇਰੀ ਦਾ ਤੇਰੇ ਬਾਝੋਂ ਜੀ ਨਾ ਬਾਬਲਾ, ਧੀ ਤੇਰੀ ਦਾ ਤੇਰੇ ਬਾਝੋਂ ਦਿਲ ਨਾ ਲੱਗਦਾ ਏ ਵੇ ਬਾਪੂ। ਰੰਗਲੇ ਸੱਜਣਾ ਬਾਝੋਂ ਵਿਹੜਾ ਸੁੰਨਾ ਲੱਗਦਾ ਏ। ਧੀ ਤੇਰੀ ਦਾ ਤੇਰੇ ਬਾਝੋਂ ਜਤਨਾ ਲੱਗਦਾ ਏ ਬਾਬਲਾ, ਧੀ ਤੇਰੀ ਦਾ ਤੇਰੇ ਬਾਝੋਂ ਜੀ ਨਾ ਲੱਗਦਾ ਏ। ਰੰਗਲੇ ਸੱਜਣਾ ਬਾਝੋਂ ਵਿਹੜਾ ਸੁੰਨਾ ਲੱਗਦਾ ਏ। ਭੈਣ ਤੇਰੀ ਦਾ ਤੇਰੇ ਬਾਝੋਂ ਜੀ ਨਾ ਲੱਗਦਾ ਵੇ ਵੀਰਾ, ਭੈਣ ਤੇਰੀ ਦਾ ਤੇਰੇ ਬਾਝੋਂ ਚਿੱਤ ਨਾ ਲੱਗਦਾ ਏ। ਰੰਗਲੇ ਸੱਜਣਾ ਬਾਝੋਂ ਵਿਹੜਾ ਸੁੰਨਾ ਲੱਗਦਾ ਏ। ਭੈਣ ਤੇਰੀ ਦਾ ਤੇਰੇ ਬਾਝੋਂ ਚਿੱਤ ਨਾ ਲੱਗਦਾ ਏ। ਭੈਣ ਤੇਰੀ ਦਾ ਤੇਰੇ ਬਾਝੋਂ ਚਿੱਤ ਨਾ ਲੱਗਦਾ ਏ। ਆਓ ਜੀ, ਉਹਨਾਂ ਸੱਜਣਾ ਬਗੈਰ ਜੀ ਨਹੀਂ ਲੱਗਦਾ, ਵਿਹੜਾ ਸੁੰਨਾ ਹੋ ਜਾਂਦਾ। ਰਲ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਭਾਈ ਮੇਜਰ ਸਿੰਘ ਦੀ ਰੂਹ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੇ ਸਮੁੱਚੇ ਪਰਿਵਾਰ ਨੂੰ, ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਅੱਗੇ ਤੋਂ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਕੀਰਤਨ ਚੰਗਾ ਲੱਗਿਆ, ਵਿਚਾਰਾਂ ਚੰਗੀਆਂ ਲੱਗੀਆਂ ਤਾਂ YouTube ਦੇ ਉੱਪਰ ਚੈਨਲ ਬਣਿਆ, ਉਹਦਾ ਲਿੰਕ ਹੈਗਾ। ਮੇਰੇ ਆਪਣੇ ਪਿੰਡ ਦਾ ਨਾਮ ਹੈ ਖੁਡਾਲ, ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ, ਬਰੇਟਾ ਸ਼ਹਿਰ ਦੇ ਨਾਲ ਖੁਡਾਲ ਪਿੰਡ ਹੈ। ਕੋਈ ਉੱਧਰ ਅਫਸਰ ਲੱਗਿਆ ਹੋਵੇ ਉਹਨੂੰ ਪਤਾ ਹੁੰਦਾ, ਬਦਲੀ ਹੋ ਜਾਂਦੀ ਹੈ ਕਈ ਵਾਰ, ਬਾਕੀ ਤਾਂ ਉੱਧਰ ਜਾਣਾ ਘੱਟ ਹੀ ਹੈ ਸੰਗਤਾਂ ਦਾ। ਅਤੇ ਖੁਡਾਲ KHUDAL ਖੁਡਾਲ, ਖੱਖੇ ਨੂੰ ਔਂਕੜ, ਡੱਡੇ ਨੂੰ ਕੰਨਾ ਲੱਲਾ ਖੁਡਾਲ। ਪੰਜਾਬੀ ਵਿੱਚ ਵੀ ਅੰਗਰੇਜ਼ੀ ਵਿੱਚ ਵੀ ਦੋਨਾਂ ਤਰ੍ਹਾਂ 'ਤੇ ਸ਼ੋਅ ਹੋ ਜਾਂਦਾ ਹੈ। ਨਾ ਪਤਾ ਲੱਗੇ ਬੱਚਿਆਂ ਤੋਂ ਪੁੱਛ ਲਿਓ।